ਆ ਕੇ ਤੇ ਦਾਦਾ ਜੀ ਨੇ ਹੱਥ ਦੇ ਦਿੱਤਾ, ਪੜਦਾਦਾ ਜੀ ਨੇ ਹੱਥ ਦੇ ਦਿੱਤਾ ਮੂਲਾ ਸਿੰਘ ਜੀ ਨੇ ਵੀ ਰੁਕ ਜਾਓ, ਕਿੱਧਰ ਚੱਲੇ ਜਾਓ, ਇਹਦੀ ਬਾਹਰ ਦੀ ਹੋ ਜਾਓ, ਮੇਰੇ ਇਲਾਕੇ ਵੱਲ ਨਾ ਆਓ, ਇਹਨੂੰ ਵੱਲੇ ਵੱਲ ਨੂੰ ਚੱਲ ਜਾਓ, ਇਹਨੂੰ ਨਾ ਆਓ। ਅੱਛਾ। ਉਹਨਾਂ ਕਿਹਾ ਉਹ ਤੇਰੇ 'ਚ ਇੰਨੀ ਜ਼ੋਰ ਤੇ ਇਹ ਕਾਰਾ ਜਿਹਾ ਸਰੀਰ ਹੁੰਦਾ ਹੈ ਸਾਡੇ ਪੜਦਾਦਾ ਜੀ ਦਾ, ਨਿੱਗਰ ਬਹੁਤ ਹੀ ਜਵਾਨ ਬੜੇ 7 ਫੁੱਟ ਤੋਂ ਤਾਂ ਹੀ ਹੋਣੇ ਜਵਾਨ। ਤੇ ਕਹਿੰਦੇ ਵੀ ਤੇਰੀ ਇੰਨੀ ਜ਼ਰੂਰਤ ਕਿੱਥੋਂ, ਤੂੰ ਜਾ ਮੂਲਾ ਹੈ ਕਿਉਂ ਆਪਣਾ ਨਿਆਣੇ ਭੁੱਖੇ ਮਾਰਨੇ। ਕਹਿੰਦਾ ਇੱਕ ਬੱਚਾ ਕੋਈ ਨਹੀਂ ਭੁੱਖਾ ਵੀ ਮਰ ਜਾਊਗਾ ਤੇ ਸਾਨੂੰ ਕੋਈ ਪਰਵਾਹ ਨਹੀਂ, ਤੇ ਤੁਸੀਂ ਐਂ ਕਰੋ ਵੀ ਐਂਦੀ ਲੰਘ ਜਾਓ, ਤਾਂ ਤੁਸੀਂ ਨਾ ਜਬੈਸ ਨਾ ਕਰੋ, ਮੇਰੇ ਇਲਾਕੇ ਥਾਣੀ ਨਾ ਲੰਘੋ। ਤੇ ਮੱਝਾਂ ਚਾਰਨ ਡੇ ਸੀ ਉੱਥੇ। ਅੱਛਾ, ਮੱਝਾਂ ਚਾਰਨ ਡੇ ਸੀ। ਹਾਂਜੀ। ਉਹ ਕਹਿੰਦੇ ਵੀ ਤੂੰ ਇੰਨੀ ਹਿੰਮਤ ਹੈਗੀ ਆ ਨਾ, ਤੈਨੂੰ ਡੱਕ ਕੇ ਵਿਖਾ ਲਾ, ਜੇ ਤੇਰੇ 'ਚ ਜ਼ਰੂਰਤ ਆ ਤੇ ਇਹਦੀ ਝੰਡੀ ਫੜ ਲਾ। ਉਹਨੇ ਝੰਡੀ ਫੜੀ ਤੇ ਸੁੱਟਤੀ ਥੱਲੇ। ਕਹਿੰਦਾ ਵੀ ਆ ਜਾ ਫਿਰ, ਜੇ ਨਹੀਂ ਤੁਸੀਂ ਮੰਨਣਾ। ਕਹਿੰਦੇ ਭਲਵਾਨ ਤੇ ਇਹਦੀ ਲੰਘਣਾ, ਤਾਂ ਲੰਘਣਾ ਤੇਰੀ ਇੱਕ ਦੇ ਉੱਤੋਂ ਦੀ। ਕਹਿੰਦਾ ਇਹ ਤਾਂ ਹੁਣ ਮਹਾਰਾਜ ਜਾਣਦਾ, ਇੱਕ ਦੀ ਮੇਰੇ ਦੀ ਲੰਘਣਾ ਜਾਂ ਮੈਂ ਉਹਦੀ ਦੀ ਲੰਘਣਾ। ਉਹ ਤਾਂ ਹੁਣ ਗੁਰਬਾਣੀ ਅਖੰਡ ਬਾਣੀ ਦੇਖ ਰਹੀਆਂ ਦੇਸ਼ ਵਿਦੇਸ਼ ਦੀਆਂ ਤਮਾਮ ਸੰਗਤਾਂ ਦਾ ਮੈਂ ਪਰਮਜੀਤ ਸਿੰਘ ਰਾਣਵਾ ਸਵਾਗਤ ਕਰਦਾ। ਜਿਵੇਂ ਕਿ ਤੁਸੀਂ ਜਾਣਦੇ ਹੋ, ਅਸੀਂ ਤੁਹਾਡੇ ਰੂਬਰੂ ਉਹਨਾਂ ਪਰਿਵਾਰਾਂ ਨੂੰ ਕਰਾ ਰਹੇ ਹਾਂ ਜਿਨ੍ਹਾਂ ਪਰਿਵਾਰਾਂ ਨੇ ਸਿੱਖ ਸੰਘਰਸ਼ ਦੇ ਦੌਰਾਨ, ਜਿਨ੍ਹਾਂ ਦੇ ਪਿਤਾ ਭਰਾਵਾਂ ਨੇ ਜਾਂ ਪਰਿਵਾਰ ਦੇ ਜੀਆਂ ਨੇ ਕੁਰਬਾਨੀਆਂ ਕੀਤੀਆਂ, ਜਿਨ੍ਹਾਂ ਨੂੰ ਕੌਮ ਨੇ ਸ਼ਹੀਦ ਦਾ ਦਰਜਾ ਦਿੱਤਾ, ਔਰ ਜਿਨ੍ਹਾਂ ਦੇ ਸ਼ਹੀਦੀ ਸਮਾਗਮ ਵੀ ਪੰਥਕ ਤੌਰ 'ਤੇ ਮਨਾਏ ਜਾਂਦੇ ਨੇ। ਅੱਜ ਉਸੇ ਸ਼ਹੀਦ ਪਰਿਵਾਰਾਂ ਦੀ ਲੜੀ ਦੇ ਤਹਿਤ ਅਸੀਂ ਇੱਕ ਪਰਿਵਾਰ ਦੇ ਕੋਲ ਪਹੁੰਚੇ ਹਾਂ। ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ 'ਤੇ ਪਰਿਵਾਰ ਹੈ, ਔਰ ਇਸ ਪਰਿਵਾਰ ਦੇ ਤਕਰੀਬਨ 7 ਜੀ ਸ਼ਹੀਦ ਹੋਏ ਨੇ। 7 ਜੀ। ਔਰ ਇਹ ਸ਼ਹੀਦਾਂ ਦਾ ਪਰਿਵਾਰ ਕਰਕੇ ਜਾਣਿਆ ਜਾਂਦਾ ਹੈ। ਇਸ ਪਰਿਵਾਰ ਦਾ ਪਿਛੋਕੜ ਵੀ ਆਪਾਂ ਸਭ ਤੋਂ ਪਹਿਲਾਂ ਜਾਣਾਂਗੇ। ਜਿਨ੍ਹਾਂ ਦੇ ਪਿਤਾ ਜੀ ਸ਼ਹੀਦ ਹੋਏ, ਜਿਨ੍ਹਾਂ ਦੇ 2 ਭਰਾ ਸ਼ਹੀਦ ਹੋਏ, ਅੱਜ ਉਹ ਭਾਈ ਸਾਹਿਬ ਮੇਰੇ ਨਾਲ ਬੈਠੇ ਨੇ, ਤੁਹਾਡੇ ਰੂਬਰੂ ਹੋ ਰਹੇ ਨੇ। ਮੇਰੀ ਮੁਰਾਦ ਹੈ ਭਾਈ ਦਿਲਬਾਗ ਸਿੰਘ ਜੱਥਾ ਸਿਰਲੱਥ ਅੰਮ੍ਰਿਤਸਰ ਸਾਹਿਬ ਤੋਂ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸ਼ਹੀਦਾਂ ਦਾ ਪਰਿਵਾਰ, 7 ਜੀ ਸ਼ਹੀਦ, ਤੁਹਾਡੇ ਪਿਤਾ ਜੀ ਸ਼ਹੀਦ, 2 ਭਰਾ ਸ਼ਹੀਦ। ਮੈਂ ਜਾਣਨਾ ਚਾਹਾਂਗਾ ਵੀ ਇਹ ਪਰਿਵਾਰ ਦੇ ਐਸੇ ਕੀ ਸੰਸਕਾਰ ਨੇ, ਔਰ ਇਹ ਗੁੜਤੀ ਕਿੱਥੋਂ ਮਿਲੀ ਪੰਥ ਦੀ ਖਾਤਰ ਕੁਰਬਾਨੀ ਦੇਣ ਦੀ? ਵਾਹਿਗੁਰੂ ਵਾਹਿਗੁਰੂ, ਇਹ ਸਾਡੇ ਪੜਦਾਦੇ ਤੋਂ ਚੱਲਦਾ ਆ ਜੀ ਕੰਮ। ਇਹ ਅੱਜ ਤੋਂ ਨਹੀਂ ਹੈ। ਜਿਸ ਤਰ੍ਹਾਂ ਕਹਿੰਦੇ ਨਹੀਂ ਹੁੰਦੇ ਕੋਈ ਖੂਨ ਦੇ ਜਰਾਸੀਨ ਹੁੰਦੇ ਆ, ਸੰਸਕਾਰ ਕਹਿ ਲਈ ਆਪਾਂ। ਹਾਂ, ਸੰਸਕਾਰ ਕਹਿ ਲਓ ਜਾਂ ਜਰਾਸੀਨ ਕਹਿ ਲਓ ਜਾਂ ਕੁਛ ਵੀ ਕਹਿ ਲਓ ਤੁਸੀਂ, ਵੀ ਖੂਨ ਦੇ ਵਿੱਚ ਚੱਲਦੇ ਆਉਂਦੇ ਆ, ਜਿਉਂ ਬਲੱਡ ਦੇ ਵਿੱਚ। ਇਹ ਸਾਡੇ ਪੜਦਾਦਾ ਜੀ ਹੁੰਦੇ ਸੀ ਜੀ, ਆਪਣਾ ਸਰਦਾਰ ਮੂਲਾ ਸਿੰਘ। ਉਹਨਾਂ ਭਲਵਾਨੀ ਕਰਨੀ ਚਾਲੂ ਕਿੱਦਾਂ ਕੀਤੀ ਉਹ ਵੀ ਤੁਹਾਨੂੰ ਦੱਸਦਾ। ਇੱਕ ਦਬੁਰਜੀ ਦਾ ਭਲਵਾਨ ਸੀ। ਦਬੁਰਜੀ ਅੰਮ੍ਰਿਤਸਰ ਦੇ? ਹਾਂਜੀ, ਅੰਮ੍ਰਿਤਸਰ ਦਬੁਰਜੀ ਹੈ ਜੀ, ਇੱਥੇ ਨਾਲ ਹੀ ਸਾਡੇ ਗੋਲਡਨ ਗੇਟ ਜਿੱਥੇ ਬਣਿਆ, ਇਹਦੇ ਨਾਲ ਅਗਲੇ ਬੰਨੇ ਦਬੁਰਜੀ ਚਾਲੂ ਹੁੰਦੀ ਹੈ। ਇਹ ਦਬੁਰਜੀ ਦਾ ਬੜਾ ਨਿੱਗਰ ਭਲਵਾਨ ਸੀ ਜੀ। ਉਹ ਉਹਨਾਂ ਬੜਾ ਪੀਪੇ, ਪਤਾ ਨਹੀਂ ਕਿੰਨੇ ਪੀਪੇ ਘਿਓ ਦੇ ਖਵਾ ਕੇ ਤੇ ਉਹਨਾਂ ਜਿਹੜਾ ਵਾ ਉਹ ਭਲਵਾਨ ਨੂੰ ਪਾਲਿਆ। ਤੇ ਪਿੱਛੇ ਹੁੰਦਾ ਸੀ ਵੀ ਉਹ ਰੁਮਾਲੀ, ਲਾਲ ਰੁਮਾਲੀ ਖੜੀ ਕਰਕੇ ਚੱਲਦੇ ਹੁੰਦੇ ਸੀ ਤੇ ਇਲਾਕੇ ਦੇ ਵਿੱਚ ਘਮਾਉਂਦੇ ਹੁੰਦੇ ਕਿ ਕਿਸੇ 'ਚ ਜ਼ਰੂਰਤ ਹੈਗੀ ਆ ਤੇ ਇਹਨੇ ਭਲਵਾਨ ਨੂੰ ਡੱਕ ਕੇ ਵਿਖਾਓ ਕਿ ਅਸੀਂ ਪਾਲਿਆ ਭਲਵਾਨ, ਸਾਡਾ ਭਲਵਾਨ ਕੋਈ ਡੱਕ ਕੇ ਵਿਖਾਓ, ਜਿਹਨੂੰ ਆਪਾਂ ਝੰਡੀ ਵੀ ਕਹਿ ਸਕਦੇ। ਝੰਡੀ ਦਿੰਦੇ ਸੀ। ਉਹ ਇੱਥੇ ਗੋਲਡਨ ਗੇਟ ਕੋਲ ਦਾਦਾ ਜੀ, ਉਹ ਪੜਦਾਦਾ ਜੀ ਸਾਡੇ ਡੰਗਰ ਚਾਰਨ ਡੇ ਸੀ। ਤੇ ਉਹ ਜਦੋਂ ਆਏ ਤੇ ਝੰਡੀ ਦਿੰਦੇ ਸਾਰੀ ਦਬੁਰਜੀ ਮਗਰ, ਤੇ ਉਹਨਾਂ ਆ ਕੇ ਤੇ ਦਾਦਾ ਜੀ ਨੇ ਹੱਥ ਦੇ ਦਿੱਤਾ, ਪੜਦਾਦਾ ਜੀ ਨੇ ਹੱਥ ਦੇ ਦਿੱਤਾ ਮੂਲਾ ਸਿੰਘ ਜੀ ਨੇ ਵੀ ਰੁਕ ਜਾਓ, ਕਿੱਧਰ ਚੱਲੇ ਜਾਓ, ਇਹਦੀ ਬਾਹਰ ਦੀ ਹੋ ਜਾਓ, ਮੇਰੇ ਇਲਾਕੇ ਵੱਲ ਨਾ ਆਓ, ਇਹਨੂੰ ਵੱਲੇ ਵੱਲ ਨੂੰ ਚੱਲ ਜਾਓ, ਇਹਨੂੰ ਨਾ ਆਓ। ਅੱਛਾ। ਉਹਨਾਂ ਕਿਹਾ ਉਹ ਤੇਰੇ 'ਚ ਇੰਨੀ ਜ਼ਰੂਰਤ ਹੈ। ਇਹ ਕਾਰਾ ਜਿਹਾ ਸਰੀਰ ਹੁੰਦਾ ਹੈ ਸਾਡੇ ਪੜਦਾਦਾ ਜੀ ਦਾ, ਨਿੱਗਰ ਬਹੁਤ ਹੀ ਜਵਾਨ ਬੜੇ 7 ਫੁੱਟ ਤੋਂ ਤਾਂ ਹੀ ਹੋਣੇ ਜਵਾਨ। ਤੇ ਕਹਿੰਦੇ ਵੀ ਤੇਰੀ ਇੰਨੀ ਜ਼ਰੂਰਤ ਕਿੱਥੋਂ, ਤੂੰ ਜਾ ਮੂਲਾ ਹੈ ਕਿਉਂ ਆਪਣਾ ਨਿਆਣੇ ਭੁੱਖੇ ਮਾਰਨੇ। ਕਹਿੰਦਾ ਇੱਕ ਬੱਚਾ ਕੋਈ ਨਹੀਂ ਭੁੱਖਾ ਵੀ ਮਰ ਜਾਊਗਾ ਤੇ
ਸਾਨੂੰ ਕੋਈ ਪਰਵਾਹ ਨਹੀਂ ਤੇ ਤੁਸੀਂ ਐ ਕਰੋ ਵੀ ਐਂਦੀ ਲੰਘ ਜਾਓ ਤੇ ਤੁਸੀਂ ਨਾ ਜਬੈਸ ਨਾ ਕਰੋ, ਮੇਰੇ ਇਲਾਕੇ ਥਾਣੀ ਨਾ ਲੰਘੋ। ਤੇ ਮੱਝਾਂ ਚਾਰਨ ਡੇ ਸੀ ਉੱਥੇ। ਅੱਛਾ, ਮੱਝਾਂ ਚਾਰਨ ਡੇ ਸੀ। ਹਾਂਜੀ। ਉਹ ਕਹਿੰਦੇ ਵੀ ਤੂੰ ਇੰਨੀ ਹਿੰਮਤ ਹੈਗੀ ਆ ਨਾ ਤੇ ਇਹਨੂੰ ਡੱਕ ਕੇ ਵਿਖਾ ਲਾ, ਜੇ ਤੇਰੇ ਜੇ ਜ਼ੁਰਤ ਆ ਤੇ ਇਹਦੀ ਝੰਡੀ ਫੜ ਲਾ। ਉਹਨੇ ਝੰਡੀ ਫੜੀ ਤੇ ਸੁੱਟਤੀ ਥੱਲੇ। ਕਹਿੰਦਾ ਵੀ ਆ ਜਾ ਫਿਰ, ਜੇ ਨਹੀਂ ਤੁਸੀਂ ਮੰਨਣਾ। ਕਹਿੰਦੇ ਭਲਵਾਨ ਤੇ ਇਹਦੀ ਲੰਘਣਾ ਤੇ ਲੰਘਣਾ ਤੇਰੀ ਇੱਕ ਦੇ ਉੱਤੋਂ ਦੀ। ਕਹਿੰਦਾ ਇਹ ਤਾਂ ਹੁਣ ਮਹਾਰਾਜ ਜਾਣਦਾ, ਇੱਕ ਦੀ ਮੇਰੇ ਦੀ ਲੰਘਣਾ ਜਾਂ ਮੈਂ ਉਹਦੀ ਦੀ ਲੰਘਣਾ। ਉਹ ਤਾਂ ਹੁਣ ਉਹਨਾਂ ਦਿਨਾਂ ਦੇ ਵਿੱਚ 1000 ਰੁਪਇਆ ਤਾਂ 2 ਪੀਪੇ ਦੇਸੀ ਘਿਓ ਦੇ ਹੁੰਦੇ। 1000 ਉਹਨਾਂ ਦਿਨਾਂ 'ਚ ਮਤਲਬ ਸਨ ਅੰਗਰੇਜ਼ਾਂ ਦੇ ਕਰੀਬ, ਅੰਗਰੇਜ਼ਾਂ ਦੇ ਸਮੇਂ। ਹਾਂ। ਉਹ ਜਦੋਂ ਕੰਮ ਚਾਲੂ ਕੀਤਾ ਉਹਨੇ ਚਾਦਰ ਜੀ ਬਜ਼ੁਰਗਾਂ ਸਾਡੇ ਨੇ ਬੱਧੀ ਸੀ, ਬਥੂਈ ਪਹਿਲਾਂ ਹੀ ਪਾਈ ਸੀ ਤੇ ਉਹਨਾਂ ਉਹ ਲਵੇਟ ਕੇ ਚਾਦਰ ਦੋ ਆਪਣਾ ਬਣਾ ਲਿਆ ਕਬਰ ਕਾਸਾ ਜਿਹਾ। ਤੇ ਉਹ ਜਦੋਂ ਭਲਵਾਨ ਆਇਆ ਭੱਜ ਕੇ ਲੱਗਾ ਪੈਣ ਤੇ ਉੱਤੋਂ ਪਤਾ ਨਹੀਂ ਕਿਹੜੇ ਹਿਸਾਬ ਨਾਲ ਸਾਡੇ ਦਾਦਾ ਜੀ ਦੱਸਦੇ ਹੁੰਦੇ ਆ, ਧੋਬੀ ਪਟਨਾ ਕਹਿੰਦੇ ਕੋਈ, ਉਹ ਧੋਬੀ ਪਟਨਾ, ਧੋਬੀ ਪਟਕਾ। ਇੱਕਦਮ ਹੀ ਜਦੋਂ ਗਾਂਹ ਹੋ ਕੇ ਪੈਣ ਲੱਗਾ, ਇੱਕਦਮ ਹੀ ਥੱਲੇ ਚੱਡਾਂ 'ਚ ਦੇ ਕੇ ਹੱਥ ਤੇ ਧੋਣ ਨੂੰ ਪਾ ਕੇ ਤੇ ਧੋਬੀ ਪਟਨਾ ਕੋਨੇ ਮਾਰਿਆ, ਵੱਜਾ ਸੜਕ 'ਚ, ਉੱਠਿਆ ਹੀ ਨਹੀਂ ਗਿਆ। ਭਲਵਾਨ ਕੋ ਦੋਹਰੇ ਉੱਤੇ ਪੈਰ ਰੱਖਦਾ ਨੇ। ਕਮਾਲ ਕਰ। ਭਾਰਾ ਜ਼ਿਆਦਾ ਸੀ, ਜਦੋਂ ਆਪਣੇ ਭਾਰ ਨੇ ਵੱਜਾ ਉੱਤੇ ਥੱਲੇ ਆ ਗਏ। ਆਹ ਚੀਜ਼ ਲੱਕ ਕੋਨੇ ਪਤਾ ਨਹੀਂ ਲੱਗਿਆ ਕੀ ਹੈ, ਲੱਗਿਆ ਉਹਦੇ ਕੋਲ ਉੱਠੇ ਹੀ ਨਹੀਂ ਗਿਆ, ਹਿੱਕ ਤੇ ਪੈਰ ਰੱਖਦਾ। ਤੇ ਇੱਕ ਤੇ ਜਦੋਂ ਉਹ ਹੁੰਦਾ ਸੀ ਵੀ ਮੋਢੇ ਲਵਾਉਣ ਹੁੰਦਾ ਸੀ ਭਲਵਾਨ ਦੇ, ਮੋਢੇ ਦਾ ਪਹਿਲਾਂ ਲੱਗ ਗਏ, ਜਦੋਂ ਸਿੱਧਾ ਵੱਜਾ ਆ ਕੇ ਸਰੀਰ ਭਾਰਾ ਸੀ। ਸਰੀਰ ਕਹਿਰਾ ਤੁਹਾਡੇ ਦਾਦਾ ਜੀ ਦਾ। ਹਾਂਜੀ ਹਾਂਜੀ। ਪਰ ਜਿਹੜੀ ਜ਼ੁਰਤ ਸੀ, ਤਾਕਤ ਬਹੁਤ, ਜਜ਼ਬਾ ਸੀ, ਤਾਕਤ ਬਹੁਤ ਸੀ। ਮਤਲਬ ਉਹੀ ਸੰਸਕਾਰ ਤੁਹਾਡੇ ਪਰਿਵਾਰ ਦੇ ਵਿੱਚ। ਹਾਂਜੀ ਜੀ। ਵੇਲਣਾ ਤਾਂ ਹੱਥੀ ਗੇਟ ਦੇ ਗੁਰਦੇ ਰਹਿੰਦੇ ਸੀ ਉਹ ਤਾਂ। ਤੇ ਉਹ ਜਦੋਂ ਮਾਰਿਆ ਤਾਂ ਉਹ ਖਤਮ ਹੋ ਗਿਆ। ਫਿਰ ਉਹਨਾਂ ਦਿਨਾਂ ਦੇ ਵਿੱਚ ਢੋਲ ਵਜਾ ਕੇ ਤੇ ਬਜ਼ੁਰਗ ਨੂੰ ਇੱਥੇ ਘਰ ਛੱਡ ਗਏ ਤੇ 1000 ਰੁਪਈਆ ਤੇ 2 ਪੀਪੇ ਘਿਓ ਦੇ ਕੇ ਗਏ। ਉਹ ਕੀ ਕੀਤਾ ਬਾਅਦ ਚ ਅੰਗਰੇਜ਼ਾਂ ਨੂੰ ਪਤਾ ਲੱਗਾ ਵੀ ਇਹ ਐਡਾ ਤਗੜਾ ਭਲਵਾਨ ਅੰਮ੍ਰਿਤਸਰ ਦੇ ਵਿੱਚ, ਉਹ ਪਤਾ ਕਰੋ ਕਿਹੜਾ ਵਾ ਜਿਹਨੇ ਇਹ ਕੰਮ ਕੀਤਾ, ਵੀ ਐਡਾ ਪਾਲਿਆ ਹੋਇਆ ਕਾਰੇ ਜੇ ਬੰਦੇ ਨੇ ਢਾਹ ਲਿਆ, ਉਹਨੂੰ ਲਿਆਓ। ਉਹ ਅੰਗਰੇਜ਼ ਲੈ ਗਏ ਬਜ਼ੁਰਗਾਂ ਨੂੰ ਉੱਥੇ ਆਪਣੀ ਫੌਜ ਦੇ ਵਿੱਚ। ਅੱਛਾ। ਫੌਜ ਦੇ ਵਿੱਚ ਜਿਹਨੂੰ ਫੜਨਾ ਉਹਨੂੰ ਢਾਲਣਾ, ਜਿਹਨੂੰ ਫੜਨਾ ਉਹਨੂੰ ਢਾਲਣਾ। ਉਹ ਹੌਲਦਾਰ ਹੀ ਸਾਡੇ ਪਿੰਡ ਦਾ, ਉਹ ਕਹਿੰਦਾ ਜੀ ਅਫਸਰੋ ਇੱਕ ਕੰਮ ਕਰੋ, ਇਹਨੂੰ ਮਾੜੀ ਜੀ ਨਾ ਛੁੱਟੀ ਦਿਓ ਸਾਡੇ ਬਜ਼ੁਰਗਾਂ ਨੂੰ, ਇਹਨੂੰ ਜਵਾਨ ਨੂੰ, ਇਹਨਾਂ ਜਵਾਨ ਨੂੰ ਛੁੱਟੀ ਦਿਓ ਤੇ ਘਰੋਂ ਮੱਝਾਂ ਮੁੱਝਾਂ ਲਵੇਰਾ ਬੜਾ ਵਾ ਤੇ ਘਿਓ ਘਿਆ ਲਿਆ ਆਵੇ ਆਪਣਾ। ਇਹ ਇੱਥੇ ਘਿਓ ਲੈਣ ਆਇਆ ਤਾਂ ਤੁਹਾਨੂੰ ਪਤਾ ਮਾੜੀ ਬਹਿਣੀ 'ਚ ਬਹਿ ਬੂ ਗਿਆ। ਮਾੜੀ ਬਹਿਣੀ 'ਚ ਬਹਿ ਗਿਆ ਤੇ ਇੱਥੇ ਉਹ ਆਏ ਲੈਣ ਤੇ ਨੇ ਅੰਗਰੇਜ਼ 2 ਦਿਨ ਕੁੱਟ ਕੇ ਭਜਾਤੇ ਵੀ ਮੈਂ ਨਹੀਂ ਜਾਣਾ। ਉਹ ਕਰਦਿਆਂ ਕਤਰਦਿਆਂ ਇੱਥੇ ਕਤਲ ਹੋ ਗਿਆ। ਕਤਲ ਹੋ ਗਿਆ ਤੇ ਇੱਥੋਂ ਨਾ ਚੁੱਕਿਆ ਅੰਗਰੇਜ਼ਾਂ ਨੇ ਤੇ ਕਾਲੇ ਪਾਣੀ ਸੁੱਟਤਾ। ਅੱਛਾ, ਕਾਲੇ ਪਾਣੀ ਲੈ ਗਏ ਤੁਹਾਡੇ? ਕਾਲੇ ਪਾਣੀ ਲੈ ਗਏ ਬਜ਼ੁਰਗਾਂ ਨੂੰ, ਕਾਲੇ ਪਾਣੀ ਲੈ ਗਏ ਤੇ ਉੱਥੇ ਨਾ 2 ਅੰਗਰੇਜ਼ ਹੀ, ਉਹ ਦੂਜੇ ਮੁਸਲਮਾਨ ਹੀ, ਉਹ ਕਿਸੇ ਨੂੰ ਪੱਗ ਨਹੀਂ ਸਿਰ ਤੇ ਰੱਖਣ ਦਿੰਦੇ, ਪੱਗ ਨਹੀਂ ਰੱਖਣ ਦਿੰਦੇ। ਤੇ ਇਹ ਜਦੋਂ ਗਏ ਅੰਦਰ ਤੇ ਉਹ ਜੇਲਰ ਨੇ ਕਿਹਾ ਵੀ ਪੱਗ ਆਪਣੀ ਲਾ ਦੇ। ਕਹਿੰਦਾ ਕਿਉਂ, ਇੱਥੇ ਕੋਈ ਨਵਾਂ ਸੂਲ ਆ? ਕਹਿੰਦਾ ਨਹੀਂ, ਅੰਦਰ ਤੇਰੀ ਲੈ ਜਾਣੀ ਆ ਤੇ ਕੰਮ ਜ਼ਿਆਦਾ ਤੇਰਾ ਵੱਢ ਫੱਟ ਤੁਹਾਡੀ ਹੋ ਜਾਣੀ ਆ। ਅੰਦਰੋਂ ਮੁਸਲਮਾਨ ਪੱਗ ਨਹੀਂ ਕਿਸੇ ਨੂੰ ਰੱਖਣ ਦਿੰਦੇ। ਕਹਿੰਦਾ ਮੂਲਾਂ ਉਹਦੀ ਪੱਗ ਲਾਉਣ ਵਾਲੇ ਦੇ ਘੱਟ ਤੋਂ ਘੱਟ 10 ਕਿਲੋ ਦਾ ਜਿਗਰਾ ਚਾਹੀਦਾ, ਮੇਰੀ ਪੱਗ ਨੂੰ ਜਿਹਨੇ ਹੱਥ ਪਾਉਣਾ। ਤੇ ਕਹਿੰਦਾ ਵੀ ਤੂੰ ਆਖੇ ਲੱਗ, ਕਹਿੰਦਾ ਆਖੇ ਔਖੇ ਲੱਗਣੇ ਜਾਣਦੇ ਮੈਨੂੰ, ਕਹਿੰਦਾ ਪੱਗ ਮੇਰੀ ਨੂੰ ਕਿਹੜਾ ਹੱਥ ਪਾ ਸਕਦਾ। ਅੰਦਰ ਗਿਆ, ਸ਼ਾਮਾਂ ਦਾ ਟਾਈਮ ਹੀ 5 ਵਜੇ ਦਾ, ਲੰਗਰ ਵਰਤਾਉਣ ਡੇ ਸੀ, ਦਾਲ ਵਰਤਾਉਣ ਡੇ ਸੀ। ਤਾਂ ਉਹ ਆ ਗਏ, ਕਹਿੰਦੇ ਉਹ ਤੈਨੂੰ ਸਾਡੇ ਰਿਕਾਰਡ ਦਾ ਜੇਲਰ ਨੇ ਨਹੀਂ ਦੱਸਿਆ। ਉਹ ਮੁਸਲਮਾਨ ਆ ਕੇ ਦੋਵੇਂ। ਕਹਿੰਦਾ ਵੀ ਮੈਨੂੰ ਦੱਸਿਆ ਤਾਂ ਹੈਗਾ ਸੀ, ਪਰ ਮੈਂ ਵੀ ਵੇਖਣਾ ਵੀ ਇਹ ਜਵਾਨਾਂ ਦੇ ਦਰਸ਼ਨ ਹੀ ਕਰ ਲਈਏ ਵੀ ਕਿਹੜੇ ਜਵਾਨ ਹੈ ਜਿਹੜੇ ਪੱਗ ਹੀ ਨਹੀਂ ਰੱਖਣ ਦਿੰਦੇ ਸਿਰ ਤੇ। ਸਾਡੇ ਗੁਰਾਂ ਦੀ ਰੱਖੀ ਹੋਈ ਪੱਗ ਜਿਹੜਾ ਸਾਡੇ ਲਾਉਣ ਵਾਲੇ, ਉਹ ਦਰਸ਼ਨ ਤੇ ਕਰ ਲਾਂ ਮੈਂ। ਕਹਿੰਦਾ ਵੀ ਲਾਏਗਾ ਜਾਂ ਦੂਜੀ ਤਰ੍ਹਾਂ ਲਾਵਾਂਗੇ? ਕਹਿੰਦਾ ਤੂੰ ਦੂਜੀ ਤਰ੍ਹਾਂ ਹੀ ਲਾ ਲਾ। ਜਦੋਂ ਆਏ ਤਾਂ ਕਲ ਪੈਣ ਲੱਗੇ, ਉਹ ਖੁਰਪਾ ਸੀ ਦਾਲ ਵਾਲਾ, ਮਾਰਿਆ ਇੱਥੋਂ ਪਾੜ ਕੇ ਰੱਖਦਾ, ਉੱਥੇ ਇੱਕ ਮੁੱਕ ਗਿਆ। ਦੂਜਾ ਪੈਣ ਲੱਗਾ, ਦੂਜੇ ਨੂੰ ਵੀ ਮਾਰਿਆ ਸਿਰ 'ਚ, ਦੋਵਾਂ ਦੇ 2 ਫੜ ਕਰਕੇ ਉੱਥੇ ਹੀ। ਬੜੀ ਹਿੰਮਤ ਸੀ, ਦੋਵੇਂ ਥਾਂ ਹੀ ਮਾਰਤੇ ਉੱਥੇ ਜੀ। ਬੜੀ ਦਲੇਰੀ ਸੀ, ਕਹਿਣ ਦਾ ਭਾਵ ਅਣਖ ਔਰ ਗੈਰਤ। ਅਣਖ ਗੈਰਤ। ਉੱਥੋਂ ਫਿਰ ਉਹ ਮਤਲਬ ਉਮਰਾਂ ਹੀ ਲੰਘੀਆਂ ਵਿੱਚ ਕਿ ਅੰਗਰੇਜ਼ਾਂ ਦੇ ਬੱਚਾ ਹੋਣ ਵਾਲਾ ਸੀ। ਉਹਨੇ ਸੁੱਖਿਆ ਸੀ ਕਿ ਜੇ ਮੇਰੇ ਬੱਚਾ ਹੋਵੇ ਤਾਂ ਮੈਂ ਸਭ ਤੋਂ ਪੁਰਾਣਾ ਕੈਦੀ ਛੱਡੂਗੀ। ਅੱਛਾ। ਉਹ ਸਭ ਤੋਂ ਪੁਰਾਣਾ ਕੈਦੀ ਨਹੀਂ ਜੇਲ੍ਹ 'ਚ ਕੋਈ, ਇਹੋ ਹੀ ਮੂਲਾ ਸਿੰਘ, 30 ਸਾਲ ਪੁਰਾਣਾ, 30 ਸਾਲ ਹੋ ਗਏ। ਇਹਨੂੰ ਫਿਰ ਉਹਨਾਂ ਕਿਹਾ ਵੀ ਮੂਲਾ ਹੈ ਜਾ। ਤੇ ਜਦੋਂ ਜਾਣ ਲੱਗੇ ਤੇ ਇੱਕ ਕਾਨੂੰਨ ਹੁੰਦਾ ਵਾ ਅੰਗਰੇਜ਼ਾਂ ਦਾ ਵੀ ਉਹ ਇੱਕ ਮੁੱਠੀ ਜਿਹੜੀ ਉਹ ਆਪਣੀ ਈਨ ਬਣਾਉਂਦੇ ਹੁੰਦੇ ਸੀ ਤੇ ਦਾਣਿਆਂ ਦੀ ਪਾਉਂਦੇ ਹੁੰਦੇ ਸੀ ਚੱਕੀ 'ਚ। ਕਹਿੰਦੇ ਵੀ ਇੱਕ ਮੁੱਠ ਚੱਕੀ 'ਚ ਪਾ ਜਾ ਤੇ ਜਾ। ਕਹਿੰਦਾ ਉਹ ਮੂਲਾ ਹੂੰ, ਕਹਿੰਦਾ ਵੀ ਉਹ ਤੁਹਾਡੀ ਈਨ ਮੰਨ ਕੇ ਜਾਵੇ ਓਏ।
ਛੱਡਣਾ ਛੱਡੋ, ਕਹਿੰਦਾ ਨਹੀਂ ਤਾਂ ਇੱਥੇ ਨਜ਼ਾਰੇ ਆ, ਮੈਨੂੰ ਕੋਈ ਚੱਕਰ ਨਹੀਂ। ਹੱਸਣ ਲੱਗ ਪਏ ਅੰਗਰੇਜ਼ ਨੂੰ ਹੱਸਣ ਲੱਗ ਪਏ, ਕਹਿੰਦੀ ਜਾਣ ਤੋਂ ਤੁਸੀਂ ਬਜ਼ੁਰਗਾਂ ਨੂੰ। ਕਹਿੰਦਾ ਝਾਡੀਆਂ ਚੱਕੀਆਂ ਪੀਵਾਂ ਇੱਥੇ ਮੈਂ। ਉਹਨਾਂ ਛੱਡਤਾ, ਆ ਗਿਆ ਇੱਥੇ, ਪਤਾ ਨਾ ਲੱਗੇ ਗੁਰਦੁਆਰੇ ਟਾਰੀ ਸਾਹਿਬ ਬੈਠੇ ਰਹੇ, ਇੱਥੋਂ ਲੋਕ ਆ ਗਏ, ਕਿਸੇ ਨੇ ਪਛਾਣਿਆ ਵੀ ਇਹ ਤਾਂ ਮੂਲਾ ਸੋਂ ਆ, ਬਜ਼ੁਰਗ ਆ। ਬਜ਼ੁਰਗ ਹੋ ਗਏ ਉਦੋਂ, ਜਵਾਨ ਨਹੀਂ ਟਾਈਮ ਗਏ ਤਾਂ ਬਜ਼ੁਰਗ ਹੋ ਗਏ। ਬਿਲਕੁਲ। ਉਹਨਾਂ ਫਿਰ ਉਹ ਕਿਹਾ ਵੀ ਉਹ ਇਹਨੇ ਦੱਸਿਆ ਵੀ ਮੈਂ ਫਲਾਣਾ ਉਹਨਾਂ ਕਿਹਾ ਵੀ ਉਹ ਤਾਂ ਇੱਥੇ ਪਿੰਡੋਂ ਚਲ ਗਏ ਆ ਤੇ ਉਹ ਤਾਂ ਬੈਂਕਾਂ 'ਤੇ ਰਹਿੰਦੇ ਬਾਹਰ। ਉਹ ਫਿਰ ਇੱਥੇ ਲੈ ਆਏ, ਇੱਥੋਂ ਫਿਰ ਆ ਕੇ ਤੇ ਫਿਰ ਬਾਅਦ 'ਚ ਚਲੋ ਉਹ ਬਾਅਦ ਦਾ ਜਿਹੜਾ ਵਾ ਉਹ ਇੱਥੇ ਘੋੜੀ 'ਤੇ ਗਏ ਤੇ ਐਕਸੀਡੈਂਟ ਹੋ ਗਿਆ। ਫਿਰ ਆ ਗਈ ਸਾਡੇ ਦਾਦਾ ਜੀ ਦੀ ਵਾਰੀ। ਦਾਦਾ ਜੀ ਵੀ ਜਦੋਂ ਮਾਹੌਲ ਆਇਆ ਇਹ ਤੇ ਪਾਕਿਸਤਾਨ ਦੀ ਜਦੋਂ ਲੜਾਈ ਚੱਲੀ ਤੇ ਉਦੋਂ ਇਹ ਜਿਹੜੇ ਇੱਕ ਕਾਣਾ ਛਪੀ ਹੁੰਦਾ ਸੀ ਇੱਥੇ ਸੁਲਤਾਨਵਿੰਡ ਦਾ, ਉਹਦੇ ਮਗਰ 40 ਬੰਦੇ ਹੁੰਦੇ ਸੀ। ਪਾਕਿਸਤਾਨ ਆਜ਼ਾਦ ਤੋਂ ਪਹਿਲਾਂ ਦੀ ਗੱਲ ਆ। ਅੱਛਾ। ਉਹ ਜਿਹਦੀ ਵੀ ਧੀ ਭੈਣ ਦੀ ਜੰਜ ਚੜ੍ਹਨ ਲੱਗਦੀ ਸੀ ਤਾਂ ਉਹਦੀ ਮਤਲਬ ਜਿਹੜੀ ਡੋਲੀ ਲੁੱਟ ਲੈਂਦਾ ਸੀ, ਗਹਿਣਾ ਗੁਣਾ ਲੁੱਟ ਲੈਂਦਾ ਸੀ। ਕਈਆਂ ਦੀ ਇੱਜ਼ਤ ਨੂੰ ਵੀ ਹੱਥ ਪਾ ਲੈਂਦਾ। ਸੁਲਤਾਨਵਿੰਡ ਦਾ ਸੀ? ਸੁਲਤਾਨਵਿੰਡ ਦਾ, ਮੁਸਲਮਾਨ ਹੀ। ਕਾਣਾ ਛਪੀ ਕਹਿੰਦੇ ਹੁੰਦੇ ਹਨ। ਕਾਣਾ ਛਪੀ, ਹਾਂ। ਉਹ ਇਹਨਾਂ ਜਦੋਂ ਇਹ ਪਹਿਲਾਂ ਤੇ ਇਹਨਾਂ ਦਬਕਾ ਮਾਰਨਾ ਵੀ ਨਾ ਕਰਿਆ ਕਰ ਪਿੰਡ 'ਚ ਇਹੋ ਜਿਹਾ ਕੰਮ, ਬਾਹਰ ਕਰ ਲਿਆ ਕਰ। ਤੇ ਉਹ ਭੇ ਖਾਂਦਾ ਸੀ ਸਾਡੇ ਵਾਡਿਆਂ ਵਡੇਰਿਆਂ ਤੋਂ, ਵਿੱਚ ਆਮ ਉੱਦਾਂ ਦਾ ਹੀ ਦਲੇਰੀ ਦਾ ਚੱਲਦਾ ਹੁੰਦਾ ਸੀ। ਉਹਨੇ ਨਾ ਇੱਕ ਦਿਨ ਸਾਡੇ ਸਰੂਕੇ 'ਚ ਕਿਸੇ ਦੀ ਧੀ ਭੈਣ ਨੂੰ ਹੱਥ ਪਾ ਲਿਆ ਤੇ ਉਹ ਆਏ, ਕਹਿੰਦੇ ਹੁਣ ਤਾਂ ਆਪਣੀ ਵੀ ਪੱਗ ਨੂੰ ਹੱਥ ਪੈ ਗਿਆ ਤੇ ਕਦੋਂ ਸ਼ਿੰਗਾਰਾ ਹਾਂ ਬੋਲੇਗਾ। ਇਹਨਾਂ ਫਿਰ ਨਾ ਉੱਥੋਂ ਜਦੋਂ ਅਜੇ ਪੈ ਮੂੰਹ ਹੱਥੀ ਧੋਣ ਡੇ ਸੀ ਤੇ 40 ਬੰਦੇ ਪਰਾਂ ਸੀ ਤੇ ਉਹਨਾਂ ਖਾਲ 'ਚ ਮੂੰਹ ਹੱਥ ਧੋਣ ਡਿਆ ਕਾਣਾ ਛਪੀ। ਇਹ 3 ਜਣੇ ਸੀ। ਇਹ 3 ਜਣੇ ਜਾ ਕੇ ਤੇ ਇਹਨੇ ਜਾਂਦੇ ਹੀ ਬਾਪੂ ਨੇ ਪਾਇਆ ਗੱਲ 'ਚ ਸਾਫਾ ਤੇ ਖਿੱਚ ਲਿਆ, ਕਹਿੰਦਾ ਓਏ ਆ ਜਾਓ, ਜਿੰਨੇ 40 ਦੇ 40 ਜਿੰਨੇ ਛਡਾਉਣਾ ਇਹਨੂੰ ਆ ਜਾਓ, ਛਡਾ ਲਓ, ਅੱਜ ਚੱਲਿਆ ਜੋ। ਉਹ ਪਰਾਂ ਉੱਥੋਂ ਹੀ ਪਰਾਂ ਨੂੰ ਹੋ ਗਏ, ਉਹ ਕਿੱਲਾ ਅੜਵੇਂ ਸੀ, ਉੱਥੋਂ ਪਰਾਂ ਨੂੰ ਹੋ ਗਏ, ਨਾ ਖਿੱਚ ਲਿਆਂਦਾ ਇੱਥੇ ਲਿਆ ਕੇ ਨਾ ਸੜਕੋਂ ਪਾਰ ਨਾਲ ਹੀ ਇੱਥੇ ਮਾਰ ਘੱਤਿਆ ਘੁੱਟ ਕੇ। ਡੂੰਘੀ ਛਪੜੀ ਸੀ ਉੱਥੇ, ਕਪਾਹ ਜੀ ਬੜੀ ਸੀ ਤੇ ਉੱਥੇ ਮਾਰ ਛੱਡਿਆ। ਉਦੋਂ ਫਿਰ ਗੀਤ ਚੱਲਦੇ ਹੁੰਦੇ ਸੀ ਸਾਡੇ ਬਜ਼ੁਰਗਾਂ ਦੇ। ਅੱਛਾ। ਡੂੰਘੀ ਛਪੜੀ ਕਪਾਹ ਦਾ ਉੱਲਾ, ਜਿੱਥੇ ਕਾਣਾ ਛਪੀ ਮਾਰਿਆ, ਤਾਰਿਆ ਤਾਰਾ ਹੀ ਇੱਕ ਨਾਲ ਤਾਰਾ ਸੋਂ ਤਾਰਿਆ, ਸ਼ਿੰਗਾਰਾ ਹੁੰਦੀ ਬਰਸੀ ਨੇ ਲੋਹੜਾ ਮਾਰਿਆ। ਉਦੋਂ ਗਾਣੇ ਚੱਲਦੇ ਹੁੰਦੇ, ਤਵਾ ਚੱਲਦੇ ਹੁੰਦੇ ਸੀ। ਤੇ ਫਿਰ ਬਾਅਦ ਦੇ ਵਿੱਚ ਜਦੋਂ 47 ਦਾ ਟਾਈਮ ਆਇਆ ਤੇ ਫਿਰ ਉਹ ਜਲਿਆਂਵਾਲੇ ਬਾਗ ਜਦੋਂ ਗਏ, ਉਦੋਂ ਪਹਿਲੋਂ ਉੱਥੇ ਫਿਰ ਅੰਗਰੇਜ਼ਾਂ ਨੇ ਜਦੋਂ ਅਟੈਕ ਕੀਤਾ ਉਦੋਂ ਵੀ ਗੋਲੀ ਵੱਜੀ ਬਜ਼ੁਰਗਾਂ ਦੇ ਇੱਥੇ ਇੱਕ ਜਲਿਆਂਵਾਲੇ ਬਾਗ ਦੇ ਵਿੱਚ। ਉਦੋਂ ਵੀ ਗੋਲੀ ਵੱਜੀ ਤੇ ਇੱਕ ਜਿਹੜਾ ਵਾ ਮੈਂਬਰ ਇਹਨਾਂ ਦਾ ਸ਼ਹੀਦ ਹੋ ਗਿਆ ਉੱਥੇ। ਤੇ ਇਹ ਫਿਰ ਕੰਧ ਟੱਪ ਕੇ ਭੱਜ ਆਏ। ਤੇ ਬਾਅਦ ਦੇ ਵਿੱਚ ਇੱਦਾਂ ਫਿਰ ਬਾਅਦ ਦੇ ਵਿੱਚ ਮਾਹੌਲ ਚਾਲੂ ਹੋ ਗਿਆ। ਸਾਡਾ ਉਹ ਭਰਾ ਜਿਹੜਾ ਵੱਡਾ ਵਾ ਤਾਏ ਦਾ ਲੜਕਾ ਹਰਮਿੰਦਰ ਸਿੰਘ, ਪੰਥ ਕਮੇਟੀ ਮੈਂਬਰ ਸੀ ਪੰਜਵੜ ਦੀ। ਅੱਛਾ, ਤੁਹਾਡਾ ਤਾਇਆ ਜੀ ਦਾ ਲੜਕਾ? ਹਾਂਜੀ, ਹਰਮਿੰਦਰ ਸਿੰਘ। ਪੰਥ ਕਮੇਟੀ ਮੈਂਬਰ। ਹਾਂ, ਇਹ ਖਾਲਸਾ ਕਾਲਜ ਪੜ੍ਹਦਾ ਹੁੰਦਾ ਸੀ ਤੇ ਕਵਲਜੀਤ ਹਰਜਾਬ ਦਾ ਭਰਾ ਹੁੰਦਾ ਸੀ। ਹਰਜਾਬ ਜਿਹੜਾ ਸੁਲਤਾਨਵਿੰਡ ਦਾ ਜਿਹੜਾ ਮੈਂਬਰ ਹੈ ਵਕਤ ਸ਼੍ਰੋਮਣੀ ਕਮੇਟੀ, ਇਹਦਾ ਭਰਾ ਹੁੰਦਾ ਸੀ ਕਵਲਜੀਤ ਸਿੰਘ। ਕਮਲਜੀਤ ਸਿੰਘ ਸ਼ਹੀਦ? ਹਾਂ, ਸ਼ਹੀਦ ਕਮਲਜੀਤ। ਉਹਦੇ ਨਾਲ ਰਲ ਕੇ ਫਿਰ ਜਿਹੜਾ ਵਾ ਵੀ ਉਹ ਖਾਲਸਾ ਕਾਲਜ ਤੋਂ ਹੀ ਉਹ ਪੜ੍ਹਾਈ ਇਕੱਠੇ ਕਰਦੇ ਸੀ, ਉੱਥੋਂ ਰਲ ਕੇ ਤੇ ਉਹ ਇਹ ਮਾਹੌਲ ਵਾਲੇ ਚੱਲ ਪਏ। ਫਿਰ ਉਹਨਾਂ ਫਿਰ ਆਇਆ ਵੀ ਉਹ ਥੋੜ੍ਹਾ ਸਾਡੀ ਲਾਗ ਡਾੜ ਖਜ਼ਾਨੇ ਵਾਲੀਆਂ ਨਾਲ ਚੱਲਦੀ, ਖਜ਼ਾਨੇ ਵਾਲੀਏ ਕਹਿੰਦੇ ਇਹਨਾਂ ਨੂੰ, ਹਰਜਾਪੁਰਾਂ ਨੂੰ। ਇਹਨਾਂ ਦੇ ਦਾਦੇ ਪੜਦਾਦੇ ਦੀ ਥੋੜ੍ਹੀ ਸਾਡੇ ਨਾਲ ਚੱਲਦੀ, ਸਾਡੇ ਦਾਦਿਆਂ ਪੜਦਾਦਿਆਂ ਨਾਲ। ਉਹਨੇ ਆ ਕੇ ਫਿਰ ਉਹਨੇ ਕਵਲਜੀਤ ਨੇ ਫਿਰ ਪਿਛਲਾ ਸਮਾਨ ਸਾਰਾ ਖਤਮ ਕਰਦਾ। ਉਹਨੇ ਕਿਹਾ ਵੀ ਜਿਹੜਾ ਪਿਛਲਾ ਵੇਰ ਉਹ ਛੱਡੀਏ, ਆਪਾਂ ਕੌਮ ਕਰਕੇ ਇਕੱਠੇ ਚੱਲੀਏ ਹੁਣ। ਉਹ ਫਿਰ ਆ ਕੇ ਹਰਮਿੰਦਰ ਸਿੰਘ ਨੂੰ ਜਦੋਂ ਖੜਿਆ ਤੇ ਫਿਰ ਉਹ ਇੱਥੇ ਆਉਣ ਲੱਗ ਪਏ। ਫਿਰ ਉਹ ਪਿਤਾ ਜੀ ਨੂੰ ਨਾਲ ਉਹਨਾਂ ਕਿਹਾ ਵੀ ਚਾਚਾ ਜੀ ਤੁਸੀਂ ਨਾਲ ਸਾਡੇ ਸੰਯੋਗ ਦਿਓ। ਤੁਹਾਡੇ ਪਿਤਾ ਸਰਦਾਰ ਪਿਆਰਾ ਸਿੰਘ ਜੀ? ਸਰਦਾਰ ਪਿਆਰਾ ਸਿੰਘ। ਹਾਂ, ਸਰਦਾਰ ਪਿਆਰਾ ਸਿੰਘ, ਸ਼ਹੀਦ ਬਾਬਾ ਪਿਆਰਾ ਸਿੰਘ ਜੀ। ਮਤਲਬ ਤੁਹਾਡੇ ਪਿਤਾ ਜੀ ਨੂੰ ਜੋ ਮੈਂ ਸੁਣਿਆ ਵੀ ਖਾਲਿਸਤਾਨ ਕਮਾਂਡੋ ਫੋਰਸ ਦੀ ਮਾਂ ਕਿਹਾ ਜਾਂਦਾ? ਬਿਲਕੁਲ। ਇਹ ਪੰਜਵੜ ਹੋਣੀ ਸਾਰੇ ਨਾ ਇੱਥੇ ਮਤਲਬ ਸਾਰਾ ਕੋਈ ਵੀ ਕਰਤਾ ਧਰਤਾ ਇਹਨੂੰ ਬਣਾਇਆ ਸੀ। ਪਰ ਪੰਜਵੜ ਤੋਂ ਭਾਵ ਪੰਜਵੜ ਕੋਈ ਗਰੁੱਪ? ਨਹੀਂ, ਇਹ ਖਾਲਿਸਤਾਨ ਕਮਾਂਡੋ ਫੋਰਸ ਦੇ ਪਰਮਜੀਤ ਸਿੰਘ ਆ ਜਿਹੜਾ ਪੰਜਵੜ ਦਾ। ਪਰਮਜੀਤ ਸਿੰਘ ਪੰਜਵੜ? ਹਾਂਜੀ। KCF ਦੇ। ਤੇ ਉਹਨਾਂ ਫਿਰ ਇਹਨਾਂ ਨੂੰ ਕਿਹਾ, ਮਾਂ ਕਹਿੰਦੇ ਹੁੰਦੇ ਸੀ ਕਮਾਂਡੋ ਫੋਰਸ ਦੀ ਮਾਂ ਵਜੋਂ ਕੋਈ ਵੀ ਮਤਲਬ ਕੋਈ ਫੈਸਲਾ ਹੋਣਾ ਜਾਂ ਫੋਰਸਾਂ ਦਾ ਜਾਂ ਕੋਈ ਵੀ ਗੱਲਬਾਤ ਹੋਣੀ ਤੇ ਜਾਂ ਕੋਈ ਵੀ ਗੱਲਬਾਤ ਕਰਨੀ ਤੇ ਇੱਥੇ ਕਰਨੀ। ਤੁਹਾਡੇ ਪਿਤਾ ਜੀ ਦੇ ਨਾਲ ਕਰਦਾ? ਹਾਂਜੀ। ਇਸ ਕਰਕੇ ਉਹਨਾਂ ਨੂੰ ਮਾਂ ਕਿਹਾ ਜਾਂਦਾ। ਉਹਨਾਂ ਦੀ ਸਲਾਹ ਲਈ ਜਾਂਦੀ ਸੀ ਤੇ ਸਿਆਣੇ ਹੀ ਤੇ ਹਰ ਗੱਲ 'ਚ ਜਿਹੜਾ ਵਾ ਉਹ ਉਹਨਾਂ ਦਾ ਪੱਖ ਪਹਿਲਾਂ ਲਿਆ ਜਾਂਦਾ ਸੀ ਤੇ ਫਿਰ ਗੱਲ ਕੀਤੀ ਜਾਂਦੀ ਸੀ।
ਉਹ ਫਿਰ ਕੀ ਹੋਇਆ ਜੀ, ਉਹ ਮਾਹੌਲ ਵਿਗੜ ਗਿਆ। ਮਾਹੌਲ ਵਿਗੜ ਕੇ ਫਿਰ ਪਿਤਾ ਜੀ ਜਦੋਂ ਇਹਨੂੰ ਚੱਲ ਪਏ, ਉਹ ਫਿਰ ਗਰਮ ਹੁੰਦਾ ਹੁੰਦਾ ਸਭ ਤੋਂ ਪਹਿਲਾਂ ਸਾਡੇ ਇੱਥੇ ਕਿਤੇ ਹਥਿਆਰ ਪਏ ਸੀ ਸਾਡੇ, ਕਿਤੇ ਬਾਹਰੋਂ ਆਏ ਹੋਣਗੇ, ਕਿਤੇ ਮੁੰਡਿਆਂ ਰੱਖੇ ਹੋਣਗੇ। ਉਹ ਇੱਥੋਂ ਕੇ ਮੁੰਡੇ ਨੇ ਖੜੇ ਹਥਿਆਰ, ਤੇ ਉਹ ਮੁੰਡਾ ਕਿਤੇ ਫੜਿਆ ਗਿਆ, ਤੇ ਉਹ ਇੱਥੋਂ ਸਾਡੇ AK-47 ਤੇ ਕੁਝ ਹਥਿਆਰ ਫੜੇ ਗਏ ਸਾਡੇ ਘਰੋਂ। ਤੁਹਾਡੇ ਘਰ ਚੋਂ? ਘਰੋਂ ਅਸੀਂ ਨਿੱਕੇ ਨਿੱਕੇ ਹਾਂ, ਸਾਡੇ ਸਾਹਮਣੇ ਪਿਤਾ ਜੀ ਨੂੰ ਫਿਰ ਟੰਗ ਲਿਆ ਨਾ, ਦੋਵਾਂ ਜਣਿਆਂ ਬਾਂਸ ਇੱਧਰੋਂ, ਦੋਵਾਂ ਜਣੇ ਇੱਧਰੋਂ ਫੜ ਲਿਆ, ਬਾਹਾਂ ਪਿੱਛੇ ਬੰਨ੍ਹ ਕੇ ਤੇ ਤਾਂ ਟੰਗਦਾ ਉੱਚਾ, ਤਾਂ ਹਿਰਦੇ ਡਾਂਗ ਦੇ ਡਾਂਗ ਪਸਲ ਗਏ, ਜੇ ਕੋਈ ਪਤਾ ਨਹੀਂ ਵੀ ਬਾਗੀ 10 ਹਥਿਆਰ ਕਿੱਥੇ ਆ। ਤੁਹਾਡੇ ਸਾਹਮਣੇ? ਸਾਨੂੰ ਲੈਣ ਲਾ ਕੇ ਭਾਲਿਆ, 5 ਨਿਆਣੇ ਸੀ ਨਾਲ, ਭੈਣੀ ਸਾਡੀ 6ਵੀਂ, ਮਾਤਾ ਸੀ, ਬਜ਼ੁਰਗੀ, ਸਾਰਿਆਂ ਨੂੰ ਲੈਣ ਲਾ ਕੇ ਭਾਲਿਆ ਵੀ ਬਹਿ ਜਾਓ। ਰੱਜ ਕੇ ਕੁੱਟਿਆ, ਬੇਹੋਸ਼ ਹੋ ਗਏ, ਤੇ ਫਿਰ ਸੁੱਟ ਕੇ ਖੜਿਆ ਪਿਤਾ ਜੀ ਨੂੰ। ਜਦੋਂ ਸੁੱਟ ਕੇ ਖੜਿਆ, ਵੱਡੇ ਭਰਾ ਨੇ ਅੱਖੀ ਵੇਖਿਆ ਸਾਰਾ ਕੁਝ। ਉਹ ਵੱਡਾ ਸੀ ਥੋੜਾ, ਅਸੀਂ ਛੋਟੇ ਹਾਂ ਬਿਲਕੁਲ, ਅਸੀਂ ਵੀ ਵੇਖਿਆ। ਤੁਹਾਡੇ ਵੱਡੇ ਭਰਾ ਦਾ ਨਾਮ? ਸੁਖਰਾਜ ਸਿੰਘ ਬੱਬੂ। ਸੁਖਰਾਜ ਸਿੰਘ, ਹਾਂਜੀ। ਉਹ ਜੀ ਜਦੋਂ ਆਹ ਕੰਮ ਚੱਲਿਆ, ਤੇ ਉਹ ਫਿਰ ਜਦੋਂ ਪਿਤਾ ਨੂੰ ਲੈ ਗਏ, ਬੜਾ ਕੁੱਟਿਆ, ਬੇਹੋਸ਼ ਕਰੀ ਗਏ, ਬੜਾ ਕੁਝ, ਮਤਲਬ ਕੋਈ ਗੱਲ ਨਹੀਂ ਕਰਨ ਵਾਲੀ ਵੀ ਇੰਨੀ ਮਾਰ ਪਈ। ਤੇ ਬਾਅਦ ਦੇ ਵਿੱਚ ਆਪੇ ਵਕੀਲ ਲੜਦੇ, ਸਾਨੂੰ ਤਾਂ ਪਤਾ ਨਹੀਂ ਹੁੰਦਾ, ਸਾਰੇ ਅਨਪੜ੍ਹ ਜਿਹੇ ਬੰਦੇ ਹਾਂ ਅਸੀਂ ਸਾਰੇ। ਆਪੇ ਵਕੀਲ, ਕੌਮ ਦੇ ਵਕੀਲ ਲੜਦੇ ਹੁੰਦੇ ਸੀ, ਤੇ ਉਹ ਛੁਡਾ ਲੈਂਦੇ ਹੁੰਦੇ ਸੀ। ਉਹ ਪਿਤਾ ਜੀ ਨੂੰ ਆਪੇ ਹੀ ਕਰਾ ਕੇ, ਤੇ ਉਹਨਾਂ ਸਾਲ ਬਾਅਦ ਛੁਡਾ ਲਿਆ, 1.5 ਸਾਲ ਬਾਅਦ ਆਪੇ ਹੀ ਆ ਗਏ ਘਰ। ਮਤਲਬ ਉਸ ਵਕਤ ਪੰਜਾਬ ਪੁਲਿਸ ਨੇ ਬੜਾ ਤਸ਼ੱਦਦ ਪੂਰਾ ਅੱਜ ਗਏ ਜੀ, ਚੱਡੇ ਚੁੱਡੇ ਪਾੜ ਤੇ ਉੱਤੋਂ ਦੀ ਆ ਲੂਣ ਘੋਟਣੇ, ਗੋਡੇ ਸਭ ਬਰਾਬਰ ਕਰਦੇ, ਬਾਹਾਂ ਬੂਹਾਂ, ਕੋਈ ਗੱਲ ਨਹੀਂ। ਪਹਿਲੀ ਕੁੱਟ ਤਾਂ ਇੱਦਾਂ ਦੀ ਪਈ, ਦੂਜੀ ਕੁੱਟ ਤੁਹਾਨੂੰ ਫਿਰ ਮੈਂ ਦੱਸਦਾ। ਫਿਰ ਕੀ ਹੋਇਆ, ਪਿਤਾ ਜੀ ਜਦੋਂ ਵਾਪਸ ਆਏ, ਤੇ ਇੱਥੇ ਰਸੋਈ ਹੁੰਦੀ, ਰਸੋਈ ਦੇ ਉੱਤੇ ਸੁੱਤੇ, ਤੇ ਇੱਧਰੋਂ ਸਾਰੇ ਘਰ ਘੇਰ ਕੇ, ਤੇ ਦੂਜੇ ਦਿਨ ਫਿਰ ਲਈ ਆਉਣ। ਨਿੱਕੇ ਨਿੱਕੇ ਮੁੰਡੇ, ਸਾਰੇ ਹੌਲੇ ਹੌਲੇ ਮੁੰਡੇ ਲੈ ਕੇ ਆ ਗਏ। ਅੱਛਾ। ਕਹਿੰਦੇ ਵੀ ਇਹਨਾਂ ਨੂੰ ਕਿੱਧਰ, ਪਿਤਾ ਜੀ ਇੱਥੇ ਉਤਰੇ ਰਸੋਈ ਚੋਂ, SP ਨੂੰ ਕਹਿੰਦੇ ਵੀ ਇਹਨਾਂ ਨੂੰ ਕਿੱਧਰ ਲਈ ਆਉਂਦੇ ਹੋ? ਕਹਿੰਦੇ ਇਹਨਾਂ ਦੇ ਬੂਹਿਆਂ ਅੱਗੋਂ ਗੋਲੀਆਂ ਲੱਭੀਆਂ। ਅੱਛਾ। ਕਹਿੰਦਾ ਉਹ ਤੁਸੀਂ ਮੋਰ ਖੁਦ ਦੱਸਿਆ ਨਹੀਂ ਆ ਵੀ ਉਹ ਗੋਲੀਆਂ ਰਾਤੀ ਮੈਂ ਆਇਆ, ਵੀ ਕੋਈ ਕੁਝ ਬੋਲੂ, ਕੋਈ ਕੁਝ ਬੋਲੂ, ਤੇ ਮੈਂ ਕਿਉਂ ਨਾ ਆਪਣੇ ਸਿਰ ਹੀ ਲੈ ਲਾਂ। ਉਹ ਫਿਰ ਕੰਮ ਆਪਣੇ ਸਿਰ ਲੈ ਲਿਆ, ਉਹਨਾਂ ਕੁੱਟਦੇ ਹੀ ਫਿਰ ਲੈ ਗਏ। ਫਿਰ ਤਾਂ ਕੋਈ ਧੱਜੀਆਂ ਹੀ ਡਾਤੀਆਂ, ਫਿਰ ਤਾਂ ਨਹੁੰ ਖਿੱਚਦੇ, ਉਹਨਾਂ ਪੱਟ ਪਾੜ ਤੇ ਪਾੜ ਕੇ ਵਿੱਚ ਲੂਣ ਭਰਤਾ, ਨਹੁੰ ਖਿੱਚ, ਕੋਈ ਗੱਲ ਹੀ ਨਹੀਂ ਕਰਨ ਵਾਲੀ। ਇੰਨੀ ਤਸ਼ੱਦਦ ਜਿਹੜਾ ਕੀਤਾ, ਇੰਨਾ ਤਸ਼ੱਦਦ ਢਾਇਆ ਤੁਹਾਡੇ ਪਿਤਾ ਜੀ? ਬਹੁਤ ਜ਼ਿਆਦਾ ਜੀ ਕੀਤਾ। ਤੇ ਬਾਅਦ ਦੇ ਵਿੱਚ ਛੋਟਾ ਜਿਹੜਾ ਵਾ, ਵੱਡਾ ਹੀ ਸਭ ਤੋਂ, ਸੁਖਰਾਜ ਸਿੰਘ ਬੱਬੂ, ਉਹ ਭਗੌੜਾ ਹੋ ਗਿਆ ਵੀ ਡਰਦਾ ਹੀ ਵੀ ਇਹ ਤੇ ਜੇ ਹਿਸਾਬ ਨਾਲ ਕੁੱਟਦੇ ਆ ਤੇ ਕੰਮ ਖਰਾਬ ਹੋ ਜੂ। ਉਹਨੂੰ ਭਗੌੜੇ ਹੋਣ ਤੋਂ ਪਹਿਲਾਂ ਇੱਕ ਵਾਰ ਚੁੱਕ ਲਿਆ, ਤੇ ਚੁੱਕ ਕੇ ਉਹਦਾ ਵੀ ਚੱਡੇ ਚੁੱਡੇ ਪਾੜਤੇ ਨਾ ਪੁਲਿਸ ਵਾਲਿਆਂ। ਹੌਲਾ ਜਿਹਾ ਹੈਗਾ 18 ਸਾਲ 17 ਸਾਲ ਦਾ, ਉਹਦੇ ਵੀ ਚੱਡੇ ਚੁੱਡੇ ਪਾੜੇ, ਤੇ ਉਹ ਫਿਰ ਭੱਜ ਉੱਠਿਆ ਵੀ ਨਹੀਂ ਇੱਦਾਂ ਨਹੀਂ ਕੰਮ ਬਣਨਾ। ਫਿਰ ਪਿਤਾ ਜੀ ਨੂੰ ਜਦੋਂ ਬਾਅਦ ਦੇ ਵਿੱਚ ਫਿਰ ਛੱਡਿਆ, ਇਹ ਪਿਤਾ ਜੀ ਇੱਕ ਗੱਲੋਂ ਵਹਿਰੂ ਸੀ ਵੀ ਜਦੋਂ ਵੀ ਕੁੱਟ ਕੇ ਛੱਡਦੇ ਜਾਂ ਕੋਈ ਕਰਦੇ, ਤੇ ਰਹਿੰਦਾ ਘਰ ਹੀ, ਜਾਂਦਾ ਨਹੀਂ। ਅੱਛਾ। ਰਹਿੰਦਾ ਘਰ ਹੀ, ਬਾਹਰ ਨਹੀਂ, ਤੇ ਸੰਪਰਕ ਸਾਰਿਆਂ ਨਾਲ ਰੱਖਦਾ ਸੀ, ਸੰਪਰਕ ਸਾਰਿਆਂ ਨਾਲ ਹੀ ਰੱਖਦਾ ਸੀ। ਤਸ਼ੱਦਦ ਸਹਿ ਕੇ ਵੀ। ਹਾਂ। ਉਹ ਨਾ ਕੀ ਹੋਇਆ ਜੀ, ਉਹ ਭਗੌੜਾ ਹੋ ਗਿਆ। ਦੂਜਾ ਭਰਾ ਸਾਡਾ ਜਦੋਂ ਥੋੜਾ ਜਿਹਾ, ਫਿਰ ਤੀਜੀ ਕੁੱਟ ਜਦੋਂ ਪਈ, ਪਿਤਾ ਜੀ ਨੂੰ ਫੇਰ ਲੈ ਗਏ ਚੁੱਕ ਕੇ, ਪਤਾ ਨਹੀਂ ਕੀ ਗੱਲ ਹੋਈ, ਚੁੱਕ ਕੇ ਲੈ ਗਏ। ਫਿਰ ਬਹੁਤ ਜ਼ਿਆਦਾ ਕੁੱਟਿਆ, ਤਾਂ ਫਿਰ ਪਿਤਾ ਜੀ ਨੂੰ ਬਾਪੂ ਜੀ ਨੇ ਕਿਹਾ ਵੀ ਜਦੋਂ 92 92 93 ਦੇ ਵਿੱਚ ਮਾਹੌਲ ਜ਼ਿਆਦਾ ਮੁਕਾਬਲੇ ਬਣਾਉਣ ਲੱਗ ਪਏ, ਤੇ ਬਾਪੂ ਜੀ ਨੇ ਕਿਹਾ ਵੀ ਤੁਸੀਂ ਬਾਹਰ ਚਲ ਜਾਓ ਮਾੜਾ ਜਿਹਾ। ਭੈਣ ਹੀ ਸਾਡੀ, ਭੂਆ ਹੀ ਸਾਡੀ ਯੂਪੀ। ਅੱਛਾ। ਯੂਪੀ ਘੱਲਤਾ, ਯੂਪੀ ਘੱਲਤਾ, ਤਾਂ ਯੂਪੀ ਇਹ ਉੱਥੇ ਜਾ ਕੇ ਭੈਣ ਕੋਲ ਰਹਿਣ ਲੱਗ ਪਏ, ਤੇ ਇੱਥੇ ਫਿਰ ਸਾਨੂੰ ਖਿੱਚ ਧੂ ਲੱਗ ਪਈ ਨਿਆਣਿਆਂ ਨੂੰ, ਹੁਣ ਵੀ ਕਿੱਥੇ ਗਿਆ। ਫਿਰ ਸਾਨੂੰ ਚੁੱਕ ਕੇ ਥਾਣਿਆਂ ਦੇ ਵਿੱਚ, ਕਦੀ ਅਸੀਂ ਭੱਜ ਜਾਣਾ ਜਦੋਂ ਪੁਲਿਸ ਪੈਣੀ, ਕਦੀ ਪਰਾਲੀਆਂ ਦੇ ਵਿੱਚ, ਕਦੀ ਕਿਸੇ ਤਰੀਕੇ ਨੇ ਨਾਲ ਪਾ ਲੈਣਾ ਸਾਨੂੰ, ਕਦੀ ਉਹਨਾਂ ਟਾਈਮ ਨਾਲ ਬੂਹੇ ਮਾਰ ਲੈਣੇ, ਕਦੀ ਬੂਹਾ ਖੁੱਲ੍ਹਾ ਹੋਣਾ ਤਾਂ ਅਸੀਂ ਕਿਸੇ ਦੇ ਘਰ ਜਾ ਕੇ ਸੌਂ ਜਾਣਾ। ਸਰੀਕੇ ਦੇ ਵਿੱਚ ਵੀ ਸਾਡੇ ਬੜੇ ਯੋਧੇ ਜਿਹੜੇ 2-3 ਪਰਿਵਾਰ ਦੇ ਵਿੱਚ ਸ਼ਹੀਦ ਸੀ। ਤੁਹਾਡੇ ਪਰਿਵਾਰ ਚੋਂ? ਹਾਂਜੀ, ਸਾਰੇ ਸਰੀਕੇ ਦੇ ਵਿੱਚੋਂ। ਸਾਡੇ ਪਰਿਵਾਰ ਦੇ 7 ਜੀ ਸ਼ਹੀਦ ਆ, ਸਾਰੇ ਦੇ ਮਤਲਬ ਸਰੀਕੇ ਭਾਈਚਾਰੇ ਦੇ। ਸਰੀਕੇ ਦੇ ਭਾਈਚਾਰੇ ਦੇ ਤੁਹਾਡੇ ਪਰਿਵਾਰ ਦੇ 7 ਜੀ ਸ਼ਹੀਦ ਆ ਜੀ। ਤੇ ਇੱਕ ਆਪਣਾ ਦਵਿੰਦਰ ਸਿੰਘ ਪੱਪੂ, ਚਾਚਾ ਕਹਿੰਦੇ ਸੀ ਉਹਨੂੰ, ਇੱਕ ਗੁਲਜ਼ਾਰ ਸਿੰਘ, ਇੱਕ ਹਰਵਿੰਦਰ ਸਿੰਘ, ਇੱਕ ਕਿਰਪਾਲ ਸਿੰਘ, ਇੱਕ ਆਪਣਾ ਸੁਖਰਾਜ ਸਿੰਘ ਬੱਬੂ, ਇੱਕ ਆਪਣਾ
ਹਰਮਿੰਦਰ ਸਿੰਘ ਤੇ ਇੱਕ ਸ਼ਹੀਦ ਬਾਬਾ ਪਿਆਰਾ ਸਿੰਘ। ਇਹ ਸਾਰੇ ਖਾਲਿਸਤਾਨ ਕਮਾਂਡੋ ਹਾਂ, ਫੋਰਸ ਇੱਕੋ ਹੀ ਕਮਾਂਡੋ ਫੋਰਸ ਦੇ ਹੀ ਜੀ ਪੰਜ ਸਾਰੇ। ਮਿੰਟ ਗਰੁੱਪ ਦੇ। ਹਾਂ ਬਿਲਕੁਲ 5 ਮਿੰਟ ਗਰੁੱਪ ਦੇ। ਇਹ ਜੀ ਇਹਨਾਂ ਨੂੰ ਜਦੋਂ ਅਸੀਂ ਇੱਦਾਂ ਜਾਣਾ ਕਦੀ ਕਿਤੇ ਕਦੀ ਚੁੱਕ ਕੇ ਲੈ ਜਾਣਾ, ਸਾਨੂੰ ਕੋਟੀ ਜਾਣਾ ਉੱਥੇ ਰਾਤ ਨੂੰ ਰੋਜ਼ ਸਾਡੇ ਨਾਲ ਇਹਨਾਂ ਨਾਲ ਅਸੀਂ ਪਿੱਛੋਂ ਮਤਲਬ ਰੋਜ਼ ਕੁੱਟਦੇ ਹੁੰਦੇ, ਪਟੇ ਮਾਰਦੇ ਤੇ ਇਹਨਾਂ ਨਾਲ ਉੱਠੇ ਹੁੰਦੇ ਹਾਂ ਤੇ ਸਾਡੇ ਕਸੇਰੇ ਜਿਹੜੇ ਨਾਲ ਚੰਬੜ ਜਾਂਦੇ ਹੁੰਦੇ ਖੂਨ ਨਾਲ। ਅੱਛਾ। ਇਹ ਜਿਹੜੇ ਮੋਟੇ ਜਿਹੜੇ ਸਾਡੇ ਫਿਮਣੀਆਂ ਆਈਆਂ ਹੁੰਦੀਆਂ ਸੀ ਮਗਰ ਗਲ ਗਏ ਹਾਂ ਮਗਰੋਂ ਕਿ ਜਿਹੜਾ ਰੋਜ਼ ਕੁੱਟਣਾ, ਜਦੋਂ ਬੜਾ ਬੁਰਾ ਹਾਲ ਕਰ ਦੇਣਾ ਸਾਡਾ। ਮੈਂ ਇਹ ਵੀ ਸੁਣਿਆ ਵੀ ਜਦੋਂ ਤੁਸੀਂ ਤੁਹਾਡੇ ਮਗਰ ਪੁਲਿਸ ਪੈਂਦੀ ਸੀ ਤਾਂ ਤੁਸੀਂ ਪਰਾਲੀਆਂ ਦੇ ਵਿੱਚ ਵੀ ਸ਼ਾਇਦ ਲੋਕ। ਬਿਲਕੁਲ ਜੀ ਬਿਲਕੁਲ। ਅਸੀਂ ਨਾ ਪੁਲਿਸ ਤੇ ਡਰ ਤਾਂ ਪੁਲਿਸ ਦਾ ਰਹਿੰਦਾ 24 ਘੰਟੇ ਵੀ ਉਹਨਾਂ ਚੁੱਕ ਕੇ ਲੈ ਜਾਂਦਾ। ਅਸੀਂ ਛੋਟੇ ਛੋਟੇ ਹੁੰਦੇ ਹਾਂ, ਕੋਈ 12 ਸਾਲ ਦਾ, ਕੋਈ 10 ਸਾਲ ਦਾ, ਕੋਈ 14 ਸਾਲ ਦਾ। ਉਹ ਫਿਰ ਜਦੋਂ ਰਾਤ ਸਿਆਲ ਦੇ ਵਿੱਚ ਜਦੋਂ ਵੇਖਣਾ ਵੀ ਸਾਰਿਆਂ ਨੇ ਬੂਹੇ ਮਾਰ ਲਏ, ਨਾ ਕੋਈ ਲੱਭਣੀ ਸਾਨੂੰ ਮਤਲਬ ਠਹਿਰਨ ਵਾਸਤੇ ਜਗ੍ਹਾ, ਤਾਂ ਉਹ ਫਿਰ ਜਿੱਦਾਂ ਕੁੱਤੇ ਨਹੀਂ ਘੋਰਨੇ ਪੁੱਟਦੇ ਪਰਾਲੀਆਂ ਦੇ ਵਿੱਚ, ਉਹ ਅਸੀਂ ਉਹ ਖਿੱਚ ਪਰਾਲੀਆਂ ਦੇ ਘੋਰਨਾ ਪੁੱਟ ਕੇ ਤੇ ਅਗਲੇ ਬੰਨੇ ਪਰਾਲੀ ਲਾ ਲੈਣੀ ਤੇ ਉਹਦੇ ਵਿੱਚ ਰਾਤ ਜਿਹੜੀ ਅਸੀਂ ਗੁਜ਼ਾਰਨੀ, ਉੱਦਾਂ ਗੁਜ਼ਾਰਨੀ। ਜਾਂ ਕੋਈ ਖਾਲ ਦੇ ਵਿੱਚ ਕੋਈ ਮਾੜੀ ਮੋਟੀ ਚੀਜ਼ ਛੁੱਟ ਕੇ ਤੇ ਅੱਧੀ ਪਰਾਲੀ ਉੱਤੇ ਲੈ ਲੈਣੀ ਤੇ ਅੱਧੀ ਥੱਲੇ ਵਿਛਾ ਲੈਣੀ ਤੇ ਇੱਦਾਂ ਹੀ ਰਾਤ ਕੱਟਣੀ, ਮਤਲਬ ਜਦੋਂ ਕੋਰਾ ਪੈਂਦਾ ਹੁੰਦਾ ਸੀ। ਤੇ ਬਾਕੀ ਗੁਰੂ ਸਾਹਿਬ ਦੀ ਇੰਨੀ ਕਿਰਪਾ ਵੀ ਮਣੀ ਵਾਲੇ ਏਡੇ ਤਗੜੇ ਸੀ ਸਾਡੇ ਪਰਿਵਾਰ ਦੇ ਕਿ ਪਰਵਾਹ ਨਹੀਂ ਇਹੋ ਜਿਹੀ ਚੀਜ਼ ਦੀ, ਭੋਰਾ ਜਿਹਾ ਕਦੀ ਮਨ 'ਚ ਨਹੀਂ ਆਇਆ ਵੀ ਇਹ ਬਣ ਕੀ ਡਿਆ ਸਾਡੇ ਨਾਲ। ਇਹ ਗੁਰੂ ਸਾਹਿਬ ਦੀ ਕਿਰਪਾ ਹੈ, ਸਤਿਗੁਰ ਦੀ ਪੂਰੀ। ਉਹ ਕਣੀ ਉਹ ਸੰਸਕਾਰ ਪਰਿਵਾਰ ਦੇ ਵਿੱਚ। ਬਿਲਕੁਲ ਜੀ ਬਿਲਕੁਲ। ਮਤਲਬ ਯੋਧਿਆਂ ਦਾ ਪਰਿਵਾਰ ਕਹਿ ਲਓ। ਉਹ ਕਿਰਪਾ ਹੈ ਜੀ ਪੂਰੀ ਸਤਿਗੁਰ ਦੀ। ਤੇ ਉਹਦੇ ਵਿੱਚ ਕੀ ਹੋਇਆ ਕਿ ਬਾਅਦ ਦੇ ਵਿੱਚ ਪਿਤਾ ਜੀ ਨੂੰ ਜਦੋਂ ਮਾਹੌਲ ਜ਼ਿਆਦਾ ਖਰਾਬ ਹੋਇਆ, ਇੱਥੋਂ ਕੋਈ ਬੰਦਾ ਮਿਲਣ ਗਿਆ, ਕੋਈ ਬੈਂਕ ਦੇ ਵਿੱਚ ਹੀ ਜੁਆਇੰਟ ਉਹਨਾਂ ਨੂੰ, ਬੈਂਕ ਦੇ ਵਿੱਚ ਡਾਇਰੈਕਟਰ ਵੀ ਰਹੇ ਆ ਤੁਹਾਡੇ ਪਿਤਾ ਜੀ? ਹਾਂਜੀ। ਅੱਛਾ। ਇਹ ਡਾਇਰੈਕਟਰ ਵੀ ਰਹੇ ਆ। ਕਿਹੜੇ ਬੈਂਕ 'ਚ? ਕੋਆਪਰੇਟਿਵ ਬੈਂਕ ਜਿਹੜੀ ਹੁੰਦੀ ਆ ਆਪਣੀ ਸੁਸਾਇਟੀਆਂ ਵਾਲੀ, ਉਹ 'ਚ ਡਾਇਰੈਕਟਰ ਰਹੇ ਆ। ਉਹ ਫਿਰ ਉੱਥੇ ਕੋਈ ਬੰਦਾ ਵਾਕਫ ਸੀ ਤੇ ਉਹ ਜਾ ਕੇ ਉੱਥੋਂ ਪਿਤਾ ਜੀ ਨੂੰ ਪਹਿਲਾਂ ਮਿਲਣ ਗਿਆ ਤੇ ਬਾਅਦ 'ਚ ਜਦੋਂ ਤਸੱਦਦ ਹੋਇਆ ਤਾਂ ਉੱਥੋਂ ਚੁਕਾ ਲਿਆ। ਉਹ ਫਿਰ ਪਿਤਾ ਜੀ ਨੂੰ ਇੱਥੇ ਲਿਆਏ ਤੇ ਇਹਨੂੰ ਪੁੱਛਦੇ ਪਿਤਾ ਜੀ ਨੂੰ ਵੀ ਤੂੰ ਦੱਸ ਵੀ ਬੰਦੇ ਕਿੱਥੇ ਆ, ਪੰਜਵੜ ਕਿੱਥੇ ਆ, ਹਰਮਿੰਦਰ ਕਿੱਥੇ ਆ, ਸਾਰੇ ਬੰਦੇ ਦੱਸ। ਤੇ ਪਰਮਜੀਤ ਗਿੱਲ ਤੇ ਆਲਮ ਹੁੰਦਾ ਸੀ ਤਾਂ ਇਜ਼ਹਾਰ ਆਲਮ, ਹਾਂ ਇਜ਼ਹਾਰ ਆਲਮ ਐਸਐਸਪੀ ਰਹੇ ਐਸਐਸਪੀ, ਹਾਂ। ਤੇ ਇੱਕ ਢਿੱਲੋਂ ਸੀ ਬਲਜੀਤ ਸਿੰਘ ਢਿੱਲੋਂ, ਪਤਾ ਨਹੀਂ ਕਿ ਉਹ ਵੀ ਇੱਥੋਂ ਦਾ ਐਸਪੀ। ਉਹ ਫਿਰ ਕਰਕੇ ਜਦੋਂ ਲਿਆਂਦਾ ਇੱਥੇ ਤੇ ਬੀਅਰ ਮਾਡਲ ਸਕੂਲ ਲਿਆਏ, ਬਾਗਾ ਗੇਟ ਲਿਆਏ ਚੁੱਕ ਕੇ। ਉਹ ਜਦੋਂ ਇੱਥੇ ਹੋਏ ਤਾਂ ਨਾਲ ਵੱਡੇ ਭਰਾ ਨੂੰ ਵੀ, ਇੱਕ ਜਿਹੜਾ ਵੱਡੇ ਤੋਂ ਛੋਟਾ ਸੀ ਉਹਨੂੰ ਵੀ ਚੁੱਕ ਲਿਆਏ। ਵੱਡੇ ਤੋਂ ਛੋਟਾ ਭਰਾ ਉੱਥੇ ਰਹਿੰਦਾ ਹੁੰਦਾ ਸੀ ਨਾਲ, ਉਹਨੂੰ ਵੀ ਲਿਆਏ ਇੱਥੇ। ਤੇ ਜਦੋਂ ਉੱਥੇ ਲੱਗੇ ਤਸੱਦਦ ਕਰਨਾ ਤੇ ਕਹਿੰਦੇ ਵੀ ਤੁਸੀਂ ਦੱਸੋ ਵੀ ਬੰਦੇ ਕਿੱਥੇ ਤੇ ਹਥਿਆਰ ਕਿੱਥੇ। ਕਹਿੰਦੇ ਵੀ ਤੁਸੀਂ ਇੱਦਾਂ ਕਰੋ ਵੀ ਮੈਨੂੰ ਪਾਣੀ ਦਾ ਘੁੱਟ ਪਿਆਓ, ਪਾਣੀ ਪਿਆਓ। ਤੇ ਇਹ ਬੜੀ ਲੱਗੀ ਹੈ। ਕਹਿੰਦਾ ਵੀ ਪਾਣੀ ਪਿਆਓ ਬਈ। ਕਹਿੰਦਾ ਮੈਂ ਦੱਸਦਾ ਪਾਣੀ ਪਿਆਓ। ਐਸਐਸਪੀ ਇਜ਼ਹਾਰ ਆਲਮ ਨੂੰ ਕਹਿੰਦਾ ਵੀ ਜਦੋਂ ਭੱਜ ਗਿਆ ਉਹ ਗੱਡ ਕੇ ਪਿਆ, ਉਹਨੂੰ ਕਹਿੰਦਾ ਤੇਰੇ ਕੋਲ ਨਹੀਂ ਪੀਣਾ, ਤੂੰ ਪਿਆ। ਕਹਿੰਦਾ ਤੇਰਾ ਦਿਮਾਗ ਖਰਾਬ ਤਾਂ ਨਹੀਂ, ਮੈਂ ਤੈਨੂੰ ਪਾਣੀ ਪਿਆਵਾਂ ਓਏ। ਤੇ ਤੁਹਾਨੂੰ ਪਤਾ ਉਦੋਂ ਪਾਵਰ 'ਚ ਬੰਦਾ ਅੱਜ ਕੱਲ ਨਹੀਂ ਕੋਈ ਮਾਣਦੇ। ਬਿਲਕੁਲ। ਉਦੋਂ ਤਾਂ ਸਾਰੀਆਂ ਪਾਵਰਾਂ ਦਿੱਤੀਆਂ, ਜਿਹਨੂੰ ਮਰਜ਼ੀ ਗੋਲੀ ਮਾਰ ਕੇ ਮਾਰ ਲਓ, ਦਲੀਲ ਨਾ ਕੋਈ ਅਪੀਲ, ਕੋਈ ਨਹੀਂ ਸੁਣਵਾਈ। ਹਾਂ। ਉਹਨੇ ਕਿਹਾ ਚੱਲ ਤੂੰ ਮੈਨੂੰ ਪਿਆ ਜੇ ਪੁੱਛਣਾ ਹੀ। ਉਹਨੇ ਫੜ ਕੇ ਗਲਾਸ ਤਾਂ ਡੈਡੀ ਨੂੰ ਫੜਾਤਾ, ਡੈਡੀ ਪੀਤਾ ਪਾਣੀ, ਪੀ ਕੇ ਤੇ ਕਹਿੰਦਾ ਵੀ ਪੁੱਛ ਕੀ ਜਾਨਾ। ਕਹਿੰਦਾ ਵੀ ਹਥਿਆਰ ਦੱਸਦੇ ਤਾਂ ਪੰਜਵੜ ਦੱਸਦੇ ਤੇ ਹਰਮਿੰਦਰ ਸਿੰਘ ਦੱਸਦੇ ਕਿੱਥੇ ਆ। ਕਹਿੰਦਾ ਉਹ ਮੈਨੂੰ ਸਾਰਿਆਂ ਦਾ ਪਤਾ ਹੀ। ਅੱਛਾ। ਇਹ ਕਿਹਾ ਹਥਿਆਰਾਂ ਦਾ ਵੀ ਮੈਨੂੰ ਪਤਾ ਹੀ, ਕਿੱਥੇ ਕਿੰਨੇ ਪਏ ਆ। ਤੇ ਕਹਿੰਦਾ ਦੱਸ ਫਿਰ। ਕਹਿੰਦਾ ਨਹੀਂ, ਕਹਿੰਦਾ ਉਹ ਤੈਨੂੰ ਨਹੀਂ ਪਤਾ ਵੀ ਮੇਰੇ ਕੋਲ ਹੈਗੇ ਜਾਂ ਨਹੀਂ, ਲੋਕਾਂ ਦਾ ਬੋਲਿਆ ਹੀ ਦੱਸੀ ਜਾਂਦਾ ਤੂੰ। ਅੱਛਾ ਅੱਛਾ। ਮੈਂ ਤੈਨੂੰ ਦੱਸਤਾ ਨਾ ਹੈਗੇ ਆ। ਕਹਿੰਦਾ ਤੂੰ ਸਿਰਫ ਇੰਨਾ ਪਤਾ ਨਾ ਤੈਨੂੰ ਵੀ ਤੂੰ ਮੈਨੂੰ ਪਾਣੀ ਪਿਆਇਆ, ਇਹ ਗੱਲ ਤਾਂ ਤੈਨੂੰ ਪਤਾ ਨਾ, ਤੂੰ ਇੰਨੀ ਗੱਲ ਪੁੱਛ ਲੈ ਮੈਨੂੰ ਕਿ ਮੈਂ ਤੇਰੇ ਕੋਲ ਪਾਣੀ ਪੀਤਾ। ਕਹਿੰਦਾ ਮੈਂ ਗੁਰੂ ਦਾ ਸਿੱਖ ਨਹੀਂ ਜੇ, ਕਹਿੰਦਾ ਵੀ ਤੈਨੂੰ ਸਾਰੇ ਹਥਿਆਰ ਦੇ ਸਾਰੇ ਬੰਦੇ ਨਾਲ ਪੜਾਵਾਂ। ਮਤਲਬ ਇੰਨਾ ਚੈਲੰਜ ਕਰ ਦਿੱਤਾ ਉਸ। ਹਾਂ। ਲੋ ਜੀ ਉਹਨਾਂ ਦਾ ਫਿਰ ਕੋਈ ਤੁਹਾਨੂੰ ਮੈਂ ਕੀ ਦੱਸਾਂ ਵੀ ਐਂ ਦੀ ਨਿਗਾਹ ਤੇ ਸਰਗੇ। ਅੱਛਾ। ਗਰਮ ਕਰਕੇ ਪੱਟ ਪਾੜ ਕੇ ਪ੍ਰਿਸਾਂ ਲਾ ਕੇ ਸਭ ਕੁਝ ਕਰਕੇ ਚੀਰ ਕੇ ਉਹਨਾਂ ਤੇ ਫਿਰ ਹੱਡੀ ਕੁਚਲਾ ਕੋਈ ਹੱਡੀ ਨਹੀਂ ਛੱਡੀ ਆ। ਸਾਰੀਆਂ ਹੱਡੀਆਂ ਜਿਹੜੀਆਂ ਲੂਣ ਘੁੱਟ ਨੇ ਫੇਰ ਕੇ ਖਤਮ ਕਰਦਾ, ਚੂਰ ਕਰਦਾ ਸਮਾਨ। ਬਾਥਰੂਮ ਵਾਲੇ ਹੀ ਜਗ੍ਹਾ 'ਚ ਲਾ ਕਰੰਟ, ਤੇ ਮਤਲਬ ਦਿਮਾਗ ਨੂੰ ਲਾ ਕਰੰਟ, ਕੋਈ ਚੀਜ਼ ਛੱਡੀ ਨਹੀਂ ਉਹਨਾਂ ਵੀ ਜਿੱਥੇ ਕਰੰਟ ਨਹੀਂ ਲਾਇਆ। ਇੰਨਾ ਜ਼ੁਲਮ, ਅਤਿਆਚਾਰ ਆਪਾਂ
ਅਰਦਾਸ ਦੇ ਵਿੱਚ ਰੋਜ਼ਾਨਾ ਸਾਹਿਬ ਦੇ ਅੱਗੇ ਬੇਨਤੀ ਕਰਦੇ ਹਾਂ, ਗੁਰੂ ਪਾਤਸ਼ਾਹ ਜੀ ਦੇ ਅੱਗੇ, ਅਕਾਲ ਪੁਰਖ ਦੇ ਸਨਮੁਖ ਹੋ ਕੇ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਵਾਏ, ਪੁੱਠੀਆਂ ਖੱਲਾਂ ਉਤਰਵਾਈਆਂ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਉਹੀ ਇਤਿਹਾਸ ਮੁੜ ਸਿੰਘਾਂ ਨੇ ਦੁਹਰਾਇਆ। ਹਾਂ, ਇਹ ਵੇਖੋ ਜੀ, ਸੁਣਿਆ ਵੀ ਉਹ ਜਿਵੇਂ ਚਰਖੜੀਆਂ ਤੇ ਚੜੇ ਤੁੰਬਾ ਕਰ ਦਿੱਤੇ, ਭਾਈ ਸ਼ਾਹਬਾਜ਼ ਸਿੰਘ, ਭਾਈ ਸੁਬੇਗ ਸਿੰਘ ਪਿਓ ਪੁੱਤਰ, ਤੇ ਤੁਹਾਡੇ ਪਿਤਾ ਜੀ ਦੇ ਵੀ ਸਰੀਏ ਖੋਏ ਗਏ, ਸਰੀਏ ਨਗਾ ਤੇ ਵੇਚਦੀਆਂ ਦੀ ਲੱਤਾਂ ਦੇ। ਫਿਰ ਵੇਖੋ ਜੀ, ਕਈ ਮੂਰਖ ਅੱਜ ਸਵਾਲ ਕਰਦੇ ਵੀ ਕਿੰਨੇ ਵੇਖਿਆ ਸੀ ਉਦੋਂ ਵੀ ਮਣੀ ਸਿੰਘ ਹੋਣੀ ਏਦਾਂ ਹੋਏ ਤੇ ਤਾਰੂ ਸਿੰਘ ਹੋਣੀ ਏਦਾਂ ਹੋਏ। ਕਈ ਮੂਰਖ ਸਾਡੇ ਕਥਾਵਾਚਕ ਮੂਰਖ ਕਰਦੇ ਆ, ਉਹ ਮੂਰਖੋ ਉਹ ਨਹੀਂ ਵੇਖਿਆ, ਤੇ ਇਹ ਤਾਂ ਇਤਿਹਾਸ ਵੇਖਿਆ ਜੋ ਨਾ ਹੁਣ ਮੌਕੇ ਵਾਲਾ, ਤੁਸੀਂ ਉਹ ਨਹੀਂ ਵੇਖਿਆ ਤੇ ਇਹ ਤਾਂ ਵੇਖਿਆ ਜੋ ਨਾ ਕੀ ਦੇਖ ਦੇ ਵਿੱਚ ਨਹੀਂ ਦੇਬੂ ਬਾਲਿਆ ਗਿਆ, ਜਿਹੜਾ ਦੇਬੂ ਆ ਆਪਣਾ ਜਲੰਧਰ ਦਾ, ਕਰਤਾਰਪੁਰ ਦਾ, ਨਹੀਂ ਬਾਲਿਆ ਨੂੰ ਦੇਖ ਦੇ ਵਿੱਚ ਖਾੜਕੂ ਸਿੰਘ ਜੀਂਦੇ ਨੂੰ ਨਹੀਂ ਪਾਣੇ ਕਿ ਕੀ ਗੱਲ ਦੋਵਾਂ ਜੀਪਾਂ ਦੇ ਮਗਰ ਪਾ ਕੇ ਦੁੱਬਲੀ ਦਾ ਸਿੰਘ ਜਿਹੜਾ ਨਹੀਂ ਦੋ ਫਾੜ ਕੀਤਾ ਗਿਆ, ਦੁੱਬਲੀ ਦਾ ਖਾੜਕੂ ਸਿੰਘ ਉਹ ਦੁੱਬਲੀ ਕੀਤਾ ਗਿਆ ਸੀ। ਵੇਖੋ ਕਿਹੜੀ ਚੀਜ਼ ਹੈ ਇਹ ਜਿਹੜਾ ਵਾ ਇਹ ਬੰਦ ਕੱਟਣ ਨੂੰ ਘੱਟ ਹੈ, ਜਿਹੜਾ ਸਰਗੀਆਂ ਲਗਾ ਕੇ ਨਹੁੰ ਖਿੱਚ ਕੇ ਤੇ ਉੱਤੇ ਲੂਣ ਮਿਰਚਾਂ ਭਰ ਕੇ, ਪੱਟਾਂ 'ਚ ਲੂਣ ਮਿਰਚਾਂ ਭਰ ਕੇ, ਕਰੰਟ ਲਾ ਕੇ, ਸਭ ਕੁਝ ਜੋ ਵੀ ਮਤਲਬ ਉਹਨਾਂ ਕੋਲ ਹੋਇਆ। ਤੇ ਜਦੋਂ ਕਹਿੰਦੇ ਵੀ ਬੇਹੋਸ਼ ਹੁੰਦਾ ਸੀ ਕਹਿੰਦੇ ਵੀ ਦੋ ਬੰਦੇ ਕੁੱਟਣ ਵਾਲੇ ਹੁੰਦੇ ਸੀ ਤੇ ਦੋ ਹਟ ਜਾਂਦੇ ਸੀ ਤੇ ਦੋ ਲੱਗ ਪੈਂਦੇ ਸੀ, ਦੋ ਫੇਰ ਹਟ ਜਾਂਦੇ, ਮੁੜਕੀ ਹੋ ਗਏ ਕੁੱਟਦੇ, ਥੱਕ ਜਾਂਦੇ ਸੀ, ਫੇਰ ਦੂਜੇ ਲੱਗ ਪੈਂਦੇ ਸੀ। ਤੇ ਜਦੋਂ ਹੋਸ਼ ਆਉਂਦੀ ਸੀ ਤਾਂ ਨੂੰ ਅੱਖ ਪੁੱਟ ਕੇ ਤੇ ਉਹਦੇ ਆਲਮ ਨੂੰ ਵੇਖ ਕੇ ਹੱਸਦਾ ਹੁੰਦਾ ਸੀ ਵੀ ਤੂੰ ਮੈਨੂੰ ਪੁੱਛ ਲਿਆ, ਉਹਨੂੰ ਸਗੋਂ ਕਰੇਤ ਆਉਂਦੀ ਸੀ। ਉਹ ਫਿਰ ਆਲਮ ਨੇ ਵੀ ਬਹੁਤ ਸ਼ਾਇਦ ਜ਼ੁਲਮ ਕੀਤਾ ਤੁਹਾਡੇ ਇੱਥੇ ਅੰਮ੍ਰਿਤਸਰ ਦੇ ਵਿੱਚ, ਐਸਐਸਪੀ ਰਿਹਾ ਉਹ। ਹਾਂਜੀ ਉਹ ਜੀ ਜਦੋਂ ਧੱਜੀਆਂ ਡਾਤੀਆਂ ਫੜ ਕੇ ਤੇ ਖੀਰ ਤੇ ਪਿਤਾ ਜੀ ਦਾ ਜਿਹੜਾ ਨਾ ਮੁਕਾਬਲਾ, ਜਦੋਂ ਹੱਡੀ ਕੋਈ ਨਹੀਂ ਰਹੀ, ਇਕੱਲੀ ਧੋਣ ਦਾ ਮਣਕਾ ਵੀ ਤੋੜਦਾ, ਤਾਂ ਮਾੜੀ ਜੀ ਆਖੀ ਚੁੱਕਣ ਜੋਗੀ ਰਹੀ। ਤੇ ਫਿਰ ਖਾਸੇ ਖੜ ਕੇ ਇੱਕ ਡਾਇਰੈਕਟਰ ਸੀ ਤੇ ਕਹੇ ਤੇ ਉੱਥੇ ਫਿਰ ਕਹਿੰਦੇ ਵੀ ਜਦੋਂ ਮੁਕਾਬਲਾ ਵੀ ਰਾਤ ਬਣਾਉਣ ਲੱਗੇ ਨਾ ਤੇ ਅੱਖ ਪੁੱਟ ਕੇ ਤਾਂ ਵੇਖ ਕੇ ਤੇ ਫਿਰ ਹੱਸਿਆ ਮਾੜਾ ਜਿਹਾ ਉਹਦੇ ਵੱਲ ਨੂੰ, ਹਜ਼ਾਰ ਆਲਮਲ ਨੂੰ। ਇੰਨਾ ਜ਼ੁਲਮ ਸਹਾਰਨ ਤੋਂ ਬਾਅਦ ਵੀ ਫਿਰ ਹੱਸਿਆ ਵੀ ਤੂੰ ਮੈਨੂੰ ਪੁੱਛ ਲਿਆ। ਇਹ ਹੈ ਸਿੰਘ ਦੀ ਪਰਿਭਾਸ਼ਾ। ਇਹਨਾਂ ਨੂੰ ਕਹਿੰਦੇ ਨੇ ਸ਼ਹੀਦ, ਮਤਲਬ ਸਾਰਾ ਸਰੀਰ ਬਿਲਕੁਲ ਜਿਹੜਾ ਸੀ ਉਹ ਲਹੂ ਲੁਹਾਨ, ਔਰ ਲੱਤਾਂ ਦੇ ਵਿੱਚ ਦੀ, ਜਿਵੇਂ ਉਹਨਾਂ ਦੇ ਸਪੁੱਤਰ ਨੇ ਭਾਈ ਦਿਲਬਾਗ ਸਿੰਘ, ਉਹਨਾਂ ਨੇ ਦੱਸਿਆ ਵੀ ਸਰੀਏ ਲੰਘਾ ਦਿੱਤੇ ਔਰ ਪੱਟ ਚੀਰ ਕੇ ਵਿੱਚ ਨੂਣ ਪਾ ਦਿੱਤਾ, ਜਿਹੜਾ ਮਣਕਾ ਸੀ ਧੌਣ ਦਾ ਉਹ ਵੀ ਤੋੜ ਦਿੱਤਾ ਗਿਆ, ਮਤਲਬ ਲਹੂ ਲੁਹਾਨ ਸਰੀਰ। ਪਰ ਜਦੋਂ ਝੂਠਾ ਮੁਕਾਬਲਾ ਕਰਨ ਲੱਗੇ, ਫੇਕ ਐਨਕਾਊਂਟਰ ਜਿਨ੍ਹਾਂ ਨੂੰ ਕਿਹਾ ਜਾਂਦਾ, ਇੱਕ ਨਹੀਂ ਹਜ਼ਾਰਾਂ ਹੀ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ ਪੰਜਾਬ ਪੁਲਿਸ ਵੱਲੋਂ, ਉਸ ਵਕਤ ਦੀ ਜ਼ਾਲਮ ਸਰਕਾਰ ਵੱਲੋਂ। ਔਰ ਉਸ ਵਕਤ ਦਾ ਜਿਹੜਾ ਜ਼ਾਲਮ ਸੀ ਪੰਜਾਬ ਦੇ ਵਿੱਚ, ਪੰਜਾਬ ਪੁਲਿਸ ਦਾ ਮੁਖੀ DGP, ਜਿਹਨੂੰ ਸਰਬਜੀਤ ਸਿੰਘ ਘੁਮਾਣ ਨੇ ਬੁੱਚੜ ਦਾ ਵੀ ਦਰਜਾ ਦਿੱਤਾ ਹੈ, KPS ਗਿੱਲ ਜਿਹਨੂੰ ਬੁੱਚੜ ਕਿਹਾ ਜਾਂਦਾ ਹੈ ਕੌਮ ਦੇ ਅੰਦਰ। ਮਤਲਬ ਐਡਾ ਜ਼ੁਲਮ, ਇਤਨਾ ਵੱਡਾ ਤਸ਼ੱਦਦ ਤੁਹਾਡੇ ਪਿਤਾ ਜੀ ਨੇ ਸਹਾਰਿਆ। ਹਾਂਜੀ, ਇਹ ਸਾਡੀ ਜ਼ਮੀਨ ਵੀ ਵਗਣ ਨਹੀਂ ਦਿੱਤੀ ਇਹਨਾਂ ਉਹਨਾਂ ਚਿਰ, ਜੋ ਮਤਲਬ 86 ਦੇ ਬਾਅਦ ਦੇ ਵਿੱਚ ਸਾਡੀ ਜ਼ਮੀਨ ਨਹੀਂ ਵਗਣ ਦਿੱਤੀ ਇਹਨਾਂ। ਅਸੀਂ ਜ਼ਮੀਨ ਸਾਡੀ ਬਜ਼ੁਰਗਾਂ ਇੱਥੇ ਕਾਨੂੰਨੀ ਕੱਟ ਗਏ ਤੇ ਘੱਟ ਤੋਂ ਘੱਟ ਸਾਡੀ 60-70 ਕਿੱਲੇ ਜ਼ਮੀਨ ਹੀ। ਆਰਥਿਕ ਪੱਖੋਂ ਵੀ ਮਤਲਬ ਤੁਹਾਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਅਸੀਂ ਜਾਣਾ, ਮੈਂ ਜਾਣਾ ਛੋਟਾ ਨਾ, ਟਰੈਕਟਰ ਪਾਉਣ ਜਾਣਾ, ਟਰੈਕਟਰ ਸਮੇਤ ਹੀ ਉੱਥੋਂ ਪੁਲਿਸ ਨੇ ਚੁੱਕ ਲਿਆਉਣਾ, ਬੀਅਰ ਮਾਡਲ ਖੜ ਕੇ ਮੇਰੇ ਵੀ ਚੱਡੇ ਚੁੱਡੇ ਪਾੜੇ ਇਹਨਾਂ। ਅੱਛਾ, ਤੁਹਾਡੇ ਤੇ ਵੀ ਤਸ਼ੱਦਦ? ਹਾਂ, ਮੇਰੇ ਵੀ ਚੱਡੇ ਪਾੜੇ, ਬੜਾ ਤਸ਼ੱਦਦ ਕੀਤਾ ਗਿਆ। ਚਲੋ ਜੋ ਉਦੋਂ ਸਮਾਂ ਸੀ। ਤੇ ਬਾਅਦ ਦੇ ਵਿੱਚ ਪਿਤਾ ਜੀ ਜਦੋਂ ਵੇਖਿਆ ਤਾਂ ਉਹਨੂੰ ਫਿਰ ਗੁੱਸਾ ਬੜਾ ਆਇਆ, ਉਹਨੂੰ ਅੱਗ ਲੱਗ ਗਈ ਵੀ ਮੈਂ ਤਾਂ ਇੰਨਾ ਕੁਝ ਕਰਤਾ, ਇਹਦੀ ਹੱਡੀ ਦਾ ਕੋਈ ਕਤਰਾ ਨਹੀਂ ਰਹਿਣ ਤਾ, ਤੁਮ ਖਦੇੜਦੇ ਤੇ ਮੈਂ ਕੋਈ ਚੀਜ਼ ਤਾਂ ਸਿਰ ਚੁੱਕਣ ਜੋਗਾ ਨਹੀਂ, ਇਹਨੂੰ ਛੱਡਿਆ ਤੇ ਅੱਖ ਚੁੱਕ ਕੇ ਫਿਰ ਹੱਸਦਾ ਮੇਰੇ ਵੱਲ ਮੁਸ਼ਕਰਾਇਆ। ਕ੍ਰੋਧ ਜਾ ਕੇ ਸਿਰ 'ਚ ਗੋਲੀ ਮਾਰਤੀ, 2 ਗੋਲੀਆਂ ਕਹਿੰਦੇ ਮਾਰੀਆਂ। ਉਹ ਸਾਨੂੰ ਕਿੱਥੋਂ ਪਤਾ ਲੱਗਣਾ ਹੈ? ਹੁਣ ਕਈ ਕਹਿਣਗੇ ਵੀ ਇਹਨਾਂ ਨੂੰ ਕਿੱਥੋਂ ਪਤਾ ਲੱਗਣਾ। ਹਾਂ, ਬਿਲਕੁਲ ਇਹ ਇੱਕ ਵੱਡਾ ਸਵਾਲ ਕੁਛ ਤਰਕਵਾਦੀ ਜਿਹੜੇ ਲੋਕ ਨੇ ਉਹ ਕਰਦੇ ਆ ਕਿ ਸਾਡੇ ਨਾਲ ਸਰੀਕੇ ਦੇ ਵਿੱਚ ਕੋਈ ਹੌਲਦਾਰ ਹੀ ਲੱਗੇ, ਰਿਸ਼ਤੇਦਾਰੀ ਕਾਹਦੀ ਕਾ। ਉਸ ਬੰਦੇ ਉਦੋਂ ਨਹੀਂ ਦੱਸਿਆ, ਫਿਰ ਜਦੋਂ ਮਾਹੌਲ ਠੰਡਾ ਹੋ ਗਿਆ, ਬਿਲਕੁਲ ਜਦੋਂ ਇਹ ਮਾਹੌਲ ਖਤਮ ਹੋ ਗਿਆ, ਵੀ ਜਦੋਂ
ਉਦੋਂ ਆ ਕੇ ਉਹਨੇ ਦੱਸਿਆ ਵੀ ਸ਼ਹੀਦ ਬਾਬਾ ਪਿਆਰਾ ਸਿੰਘ ਦੀ ਮੈਂ ਆਹ ਜਿਹੜੀ ਆਪਣੇ ਅੱਖੀਂ ਦੇਖੀ। ਅੱਖੀ ਦੇਖੇ ਹੋਏ ਹਾਲ ਜਿਹੜੇ ਆ ਮੈਂ ਆਹ ਵੇਖੇ ਆ। ਇਹ ਕੋਈ ਸੁਣੀ ਸੁਣਾਈ ਗੱਲ ਨਹੀਂ, ਹਾਂਜੀ ਕਹੀ ਹੋਈ ਬਾਤ ਨਹੀਂ, ਅੱਖੀਂ ਡਿੱਠਾ ਹਾਲ। ਇੱਕ ਪੰਜਾਬ ਪੁਲਿਸ ਦਾ ਮੁਲਾਜ਼ਮ ਭਾਈ ਦਿਲਬਾਗ ਸਿੰਘ ਉਹਨਾਂ ਨੂੰ ਆ ਕੇ ਫਿਰ ਦੱਸਦਾ ਹੈ ਕਿ ਤੁਹਾਡੇ ਪਿਤਾ ਜੀ ਨੂੰ ਕਿਵੇਂ ਸ਼ਹੀਦ ਕੀਤਾ, ਔਰ ਜਦੋਂ ਉਹਨਾਂ ਨੂੰ ਸ਼ਹੀਦ ਕੀਤਾ ਉਹਨਾਂ ਦੇ ਸਿਰ 'ਚ ਗੋਲੀ ਮਾਰੀ ਗਈ। ਇੰਨਾ ਤਸ਼ੱਦਦ ਕਰਨ ਦੇ ਬਾਅਦ ਤਾਂ ਉਹ ਕਹਿੰਦਾ ਮੈਂ ਉੱਥੇ ਹਾਜ਼ਰ ਸੀ, ਉਹ ਅੱਖੀਂ ਡਿੱਠਾ ਹਾਲ ਉਹਨੇ ਗਵਾਹੀ ਭਰੀ ਫਿਰ ਆ ਕੇ। ਫਿਰ ਜਦੋਂ ਉਹਨੇ ਸਾਰਾ ਹਾਲ ਤੁਹਾਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਹੋਇਆ। ਅਸੀਂ ਤਾਂ ਬਿਲਕੁਲ ਛੋਟੇ ਹਾਂ ਜੀ, ਸਾਨੂੰ ਤਾਂ ਇਹਨਾਂ ਚੀਜ਼ਾਂ ਦੀ ਸਮਝ ਹੀ ਕੋਈ ਨਹੀਂ। ਉਹ ਪਿਤਾ ਜੀ ਫਿਰ ਬਾਅਦ ਦੇ ਵਿੱਚ ਸਾਡੇ ਕੋਲ ਲਿਖਣ ਆਏ, ਇਤਿਹਾਸ ਲਿਖਣ ਆਏ ਕੋਈ ਪੱਤਰਕਾਰ, ਤੇ ਉਹਦੇ ਵਿੱਚ ਉਹਨਾਂ ਕਿਹਾ ਵੀ ਤੁਹਾਨੂੰ ਮਾਤਾ ਜੀ ਨੂੰ ਪੁੱਛਿਆ ਕਿ ਤੁਸੀਂ ਰੋਂਦੇ ਕਿਉਂ ਨਹੀਂ, ਤੁਹਾਡਾ ਪਤੀ ਸ਼ਹੀਦ ਹੋ ਗਿਆ, ਤੁਸੀਂ ਕਿਉਂ ਨਹੀਂ ਰੋਂਦੇ? ਤੁਹਾਡਾ ਕੁਰਬਾਨੀ ਦਿੱਤੀ ਗਈ ਆ, ਕੁਰਬਾਨੀ ਦੇ ਦਿੱਤੀ ਆ ਤੁਹਾਡੇ ਪਤੀ ਨੇ, ਤੇ ਤੁਹਾਡੀ ਅੱਖਾਂ 'ਚ ਅੱਥਰੂ ਨਹੀਂ ਵੇਖਿਆ, ਮਾਤਾ ਰੋਏ ਨਹੀਂ? ਤੁਹਾਡੇ ਮਾਤਾ ਜੀ ਰੋਏ ਨਹੀਂ। ਮਾਤਾ ਜੀ ਨੇ ਅੱਗੋਂ ਜਵਾਬ ਦਿੱਤਾ ਕਿ ਮੈਂ ਚਾਹੁੰਦੀ ਹਾਂ ਕਿ ਕੌਮ ਵਾਸਤੇ ਮੇਰੇ ਦੂਜੇ ਬੱਚੇ ਵੀ ਸ਼ਹੀਦ ਹੋ ਜਾਣ, ਤੇ ਸਾਡੇ ਵਾਸਤੇ ਕੁਰਬਾਨੀਆਂ ਖੁਸ਼ੀ ਦੀ ਗੱਲ ਆ। ਵਾਹ। ਸਾਡੀ ਕਿਤਾਬ ਛਪੀ ਆ, ਉਹ ਤੁਹਾਨੂੰ ਦਰਸ਼ਨ ਕਰਾਵਾਂਗੇ ਬਾਅਦ 'ਚ। ਉਹਦੇ ਵਿੱਚ ਲਿਖਿਆ ਕੁਰਬਾਨੀਆਂ ਜਿਨ੍ਹਾਂ ਵਾਸਤੇ ਖੁਸ਼ੀ ਦੀ ਗੱਲ, ਕੁਰਬਾਨੀਆਂ ਜਿਨ੍ਹਾਂ ਵਾਸਤੇ ਖੁਸ਼ੀ ਦੀ ਗੱਲ। ਇਹ ਚੀਜ਼ ਵੀ ਲਿਖੀ ਗਈ ਉਦੋਂ ਕਿਤਾਬ ਦੇ ਵਿੱਚ। ਕਿਤਾਬ ਪਈ ਹੈ ਸਾਡੇ ਕੋਲ, ਮੈਂ ਤੁਹਾਨੂੰ ਦਰਸ਼ਨ ਕਰਵਾ ਦਾਂਗਾ, ਤੁਸੀਂ ਲੈ ਜਾਣਾ ਫੋਟੋ ਲਾ ਕੇ। ਤੇ ਉਹ ਬੜਾ ਉਸ ਚੀਜ਼ ਨੂੰ ਉਹਨੇ ਮਹਿਸੂਸ ਕੀਤਾ ਪੱਤਰਕਾਰ ਨੇ ਕਿ ਇਹ ਕਿਹੋ ਜਿਹਾ ਹਿਰਦਾ ਵਾ। ਫਿਰ ਕਿਸੇ ਨੂੰ ਨਹੀਂ ਤੇ ਜਨਾਨੀਆਂ ਰੋਂਦੀਆਂ ਜਦੋਂ ਪੁਲਿਸ ਆਉਣੀ ਤੇ ਕੋਈ ਗੱਲਬਾਤ ਨਹੀਂ। ਸਾਡੀਆਂ ਮਾਤਾ, ਸਾਡੇ ਹਰਮਿੰਦਰ ਦੇ ਪਰਿਵਾਰ ਸਾਰੇ ਜਨਾਨੀਆਂ ਤੱਕ, ਉਹਦੀ ਸਿੰਘਣੀ ਤੱਕ ਚੁੱਕ ਕੇ ਲੈ ਜਾਣਾ ਅੰਦਰ। ਸੁਖਰਾਜ ਸਿੰਘ ਬੱਬੂ ਦੀ ਸਿੰਘਣੀ ਨੂੰ ਲੈ ਜਾਣਾ। 3-3 4-4 ਮਹੀਨੇ ਛੋਟੇ ਛੋਟੇ ਬੱਚੇ ਹੋਣੇ, ਉਹਨਾਂ ਨੂੰ ਉੱਥੇ ਹੀ ਦੁੱਧ ਪਿਆਉਣਾ, ਉੱਥੇ ਹੀ ਜੇ ਮਿਲ ਜਾਣੀ ਰੋਟੀ ਮਾੜੀ ਮੋਟੀ ਖਵਾ ਦੇਣੀ, ਨਹੀਂ ਤੇ ਉੱਦਾਂ ਹੀ ਭੁੱਖੇ ਤੇ ਆਏ ਪਾਣੀ ਪੂਣੀ ਪਿਆ ਛੱਡਣਾ। ਜਦੋਂ ਜੀ ਕਰਨਾ ਉਦੋਂ ਕੁੱਟਣ ਲੱਗ ਪੈਣਾ, ਜੋ ਜੀ ਕਰਨਾ ਉਦੋਂ, ਮਤਲਬ ਜੋ ਸਮਾਂ ਸੀ ਉਦੋਂ ਵੀ ਕੋਈ ਗੱਲ ਨਹੀਂ ਕਰਨ ਵਾਲੀ ਵੀ ਦੱਸ ਨਹੀਂ ਸਕਦੇ। ਬੜਾ ਉਹ ਜਿਹੜਾ ਦੌਰ ਸੀ, ਮਤਲਬ ਹਰ ਪਰਿਵਾਰ ਦੀ ਆਪਣੀ ਕਹਾਣੀ ਉਸ ਦੌਰ ਦੀ ਹੈ। ਬਿਲਕੁਲ ਬਿਲਕੁਲ। ਜਿਨ੍ਹਾਂ ਵਿੱਚੋਂ ਇੱਕ ਇਹ ਵੀ ਪਰਿਵਾਰ ਹੈ, ਤੁਹਾਡਾ ਵੀ ਪਰਿਵਾਰ ਹੈ। ਸਾਡੇ ਬੜੇ ਯੋਧੇ ਹੋਏ ਆ ਜੀ। ਆਪਣਾ ਦਵਿੰਦਰ ਸਿੰਘ ਪੱਪੂ, ਸੁਖਰਾਜ ਸਿੰਘ, ਆਪਣਾ ਗੁਲਜ਼ਾਰ ਸਿੰਘ, ਸਾਡਾ ਹਰਮਿੰਦਰ ਸਿੰਘ ਪੰਥ ਕਮੇਟੀ ਮੈਂਬਰ, ਸਾਡੇ ਮਤਲਬ ਨਡਾਰ ਬੰਦੇ, ਨਡਾਰ ਬੇਖੌਫ ਬੰਦੇ, ਜਿਹਨਾਂ ਨੂੰ ਪਰਵਾਹ ਹੀ ਕੋਈ ਨਹੀਂ ਮਗਰੋਂ ਕੀ ਹੋਊ ਤਾਂ ਅੱਗੋਂ ਕੀ ਹੋਊ। ਇਸ ਚੀਜ਼ ਦਾ ਭੋ ਡਰ ਨਹੀਂ ਹੈਗਾ ਉਹਨਾਂ ਨੂੰ, ਡਰ ਨਹੀਂ ਭੋਰਾ ਜਿੰਨਾ। ਮਤਲਬ ਤੁਹਾਡੇ ਜਿਹੜਾ ਖੂਨ ਹੈ, ਤੁਹਾਡਾ ਜਿਹੜਾ ਖਾਨਦਾਨ ਹੈ, ਉਸ ਦੇ ਰਗ ਦੇ ਵਿੱਚ ਹੀ ਇਹ ਦਲੇਰੀ, ਨਿਤੜਕ ਹੋਣਾ ਔਰ ਕੁਰਬਾਨੀ ਦਾ ਜਜ਼ਬਾ ਭਰਿਆ ਹੋਇਆ ਤੁਹਾਡੇ ਇਸ ਖੂਨ। ਫਿਰ ਵੇਖੋ ਜੀ, ਸਾਡੀ ਸਭ ਤੋਂ ਵੱਡੀ ਗੱਲ ਕਿ ਜਦੋਂ ਫਰੀडम ਫਾਈਟਰ ਦਾ ਅਬਦੁਲ ਕਲਾਮ ਆਇਆ, ਬਜ਼ੁਰਗਾਂ ਨੂੰ ਉਹਨਾਂ ਸਨਮਾਨਿਤ ਕੀਤਾ। ਅਬਦੁਲ ਕਲਾਮ ਨੇ, ਰਾਸ਼ਟਰਪਤੀ ਨੇ ਭਾਰਤ ਦਾ ਜਿਹੜਾ ਸੀ, ਇੱਥੇ ਸੱਦਿਆ। ਉਦੋਂ ਬਦਲਦਾ ਸੀ ਮੌਕੇ ਦੀ ਸਰਕਾਰ, ਤੇ ਬਜ਼ੁਰਗਾਂ ਨੂੰ ਕਿਹਾ ਗਿਆ ਵੀ ਤੂੰ ਦੱਸ ਕੀ ਲਏਗਾ, ਕੋਈ ਪੈਟਰੋਲ ਪੰਪ ਜਾਂ ਕੋਈ ਗੈਸ ਏਜੰਸੀ ਜੋ ਕੀ ਚਾਹੁੰਦਾ, ਕਿਹੜੇ ਬੱਚੇ ਨੌਕਰੀ ਦੇਣ ਜਨਾ। ਬਜ਼ੁਰਗਾਂ ਕਿਹਾ ਵੀ ਅਸੀਂ ਕੁਰਬਾਨੀਆਂ ਦੇ ਮੁੱਲ ਨਹੀਂ ਵੱਟਦੇ। ਓਹੋ ਵਾਹ ਵਾਹ, ਬਹੁਤ ਅੱਛਾ। ਸਭ ਤੋਂ ਵੱਡੀ ਵੈਲਡਿੰਗ ਤੁਹਾਨੂੰ ਦੱਸਾਂ ਕਿ ਬਜ਼ੁਰਗਾਂ ਕਿਹਾ ਅਸੀਂ ਕੁਰਬਾਨੀਆਂ ਦੇ ਮੁੱਲ ਨਹੀਂ ਵੱਟਦੇ। ਮਿੱਤਰਾ, ਇਹ ਚੀਜ਼ਾਂ ਤੁਸੀਂ ਬਾਦਲ ਸਾਹਿਬ ਆਪਣੇ ਕੋਲ ਰੱਖੋ। ਅਸੀਂ ਜਿਹੜੀ ਕੁਰਬਾਨੀ ਦੇਤੀ, ਅਸੀਂ ਪਿੱਛਾ ਭੌਂਕੇ ਨਹੀਂ ਕਦੀ ਵੇਖਿਆ। ਕੁਰਬਾਨੀਆਂ ਦੇ ਅਸੀਂ ਮੁੱਲ ਨਹੀਂ ਵੱਟਦੇ। ਕਿੱਡੀ ਵੱਡੀ ਗੱਲ ਕਹੀ। ਵੇਖੋ ਤੇ ਅੱਜ ਕੱਲ ਵੇਖੋ, ਆਮ ਚੰਗੇ ਭਲੇ ਪਰਿਵਾਰ ਹੁੰਦੇ ਤੋਂ ਹੱਥ ਐਂ ਕਰਕੇ ਖਲੋਤੇ ਹੁੰਦੇ ਵੀ ਸਾਨੂੰ ਕੁਝ ਨਾ ਕੁਝ ਬਾਹਰੋਂ ਆ ਜਾਏ ਜਾਂ ਅੰਦਰੋਂ ਆ ਜਾਏ, ਅਸੀਂ ਵੀਡੀਓ ਪਾਈ ਜਾਂ ਤਰਲੇ ਲਈ ਜਾਣਗੇ ਫੋਨ ਤੇ ਨਿਕੰਮਿਆਂ ਨੂੰ, ਸ਼ਹੀਦਾਂ ਦੇ ਮੁੱਲ ਵੱਟਣ ਲੱਗ ਪਏ। ਨਹੀਂ, ਅੱਜ ਵੀ ਸਾਨੂੰ ਬੜੇ ਫੋਨ ਆਉਂਦੇ ਆ, ਮੈਨੂੰ ਵੀ ਬੜੇ ਆਉਂਦੇ ਆ ਵੀ ਕੋਈ ਜਥੇ ਵਾਸਤੇ ਤੁਹਾਡੀ ਮਦਦ ਜਾਂ ਤੁਹਾਨੂੰ ਕੋਈ ਮਦਦ ਚਾਹੀਦੀ ਹੋਵੇ। ਤੇ ਮੈਂ ਅੱਜ ਵੀ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਅਸੀਂ ਜਥਾ ਸਿਰਲਤ ਖਾਲਸਾ 2015 ਦੇ ਵਿੱਚ ਅਸੀਂ ਵੀ ਬਣਾਇਆ। ਅਸੀਂ ਸ਼ਹੀਦਾਂ ਦੇ ਨਾਂ ਦੇ ਕੋਈ ਪੈਸਾ ਨਹੀਂ ਲਿਆ, ਆਪਣੇ ਪਿਤਾ ਜੀ, ਭਰਾ ਦੇ ਜਾਂ ਚਾਚੇ ਤਾਇਆਂ ਦੇ ਕਦੀ ਇਹੋ ਜਿਹਾ ਕੰਮ ਨਹੀਂ ਕੀਤਾ। ਨਾ ਕਦੀ ਅਸੀਂ ਲਿਆ ਕੇ ਹੀ ਕਦੀ ਕਿਸੇ ਨੂੰ ਕਿਹਾ ਵੀ ਆ ਅੱਧੇ ਤੂੰ ਰੱਖ ਲੈ ਤੇ ਅੱਧੇ ਮੈਂ ਦਿੰਦਾ, ਕਿ ਸ਼ਹੀਦ ਦੀ ਮਦਦ ਕਰਨ ਵਾਸਤੇ। ਇੱਕ ਬੜਾ ਵਧੀਆ ਇੱਥੇ ਸਿੰਘ ਆ, ਗੱਲ ਵੇਖੋ ਜਿਨ੍ਹਾਂ ਦੇ ਅੰਦਰ ਉਹ ਜਜ਼ਬੇ ਆ। ਮਾਤਾ ਜੀ ਉਹਨਾਂ ਦੀ ਉਹ ਸਿੰਘ ਦੀ ਮਾਤਾ, ਮੇਰੇ ਦਾਸ ਦੇ ਨਾਮ ਵਿਸਰ ਗਿਆ ਸਿੰਘ ਦਾ, ਸਾਡੇ ਨਾਲ ਹੀ ਕਮਾਂਡੋ ਫੋਰਸ 'ਚ ਵੀ, ਉਹੀ ਤੁਹਾਨੂੰ ਦਰਸ਼ਨ ਕਰਾਵਾਂਗਾ, ਮਿਲਾਵਾਂਗਾ। ਉਹ ਸਿੰਘ ਦੇ ਮਾਤਾ ਬਿਮਾਰ ਪਈ ਤੇ ਬਜ਼ੁਰਗ ਦਾ ਗਿੱਟਾ ਟੁੱਟਾ ਤੇ ਬੁਰੇ ਹਾਲ ਕਰਦੇ, ਤੇ ਕੋਈ ਹਾਲ ਨਹੀਂ, ਪੱਖਾ ਉੱਤੇ ਮਾੜਾ ਮਾੜਾ ਚੱਲੇ, ਉਹ ਵੀ
ਸਿਲ ਟੁੱਟਾ ਤੇ ਮੈਂ ਬਜ਼ੁਰਗਾਂ ਕੋਲ ਗਿਆ, ਮੈਂ ਕਿਹਾ ਬਜ਼ੁਰਗੋ ਜੇ ਤੁਹਾਡਾ ਹੁਕਮ ਹੋਵੇ ਤਾਂ ਮੈਂ ਕੁਝ ਤੁਹਾਡੀ ਮਦਦ ਕਰਦਾ। ਹੱਸਣ ਲੱਗ ਪਏ ਦੋਵੇਂ ਹੱਸਣ ਲੱਗ ਪਏ, ਕਹਿੰਦੇ ਉਹ ਤੂੰ ਸਾਨੂੰ ਸਾਡੇ ਪੁੱਤ ਦੀ ਕੁਰਬਾਨੀ ਦਾ ਮੁੱਲ ਦੇਣਾ ਚਾਹੁੰਦਾ। ਮਤਲਬ ਅਣਖ ਗੈਰਤ ਅਜੇ ਕਈ ਪਰਿਵਾਰਾਂ ਦੇ ਵਿੱਚ ਅੱਜ ਹੈਗੀ ਆ। ਕਈ ਪਰਿਵਾਰ ਦਾ ਥਾਂ ਇਹੋ ਜਿਹਾ ਕੰਮ ਕਰਦੇ ਫਿਰਦੇ ਕਿ ਉਹਨਾਂ ਸ਼ਹੀਦਾਂ ਦੀ ਨਾਂ ਨੂੰ ਮਿੱਟੀ 'ਚ ਮਿਲਾ ਕੇ ਰੱਖਤਾ ਉਹਨਾਂ। ਬਿਲਕੁਲ ਐਸਾ ਹੋ ਰਿਹਾ, ਮਿੱਟੀ 'ਚ ਮਿਲਾਤਾ। ਪਰ ਕੁਝ ਪਰਿਵਾਰ ਇਹੋ ਜਿਹੇ ਵੀ ਹੈਗੇ ਆ ਜਿਹੜੇ ਅੱਜ ਵੀ ਉਹ ਜਜ਼ਬਾ ਦੇ ਅਣਖ ਰੱਖਦੇ ਆ, ਕੁਰਬਾਨੀ ਵਾਸਤੇ ਅੱਜ ਵੀ ਤਿਆਰ ਆ। ਉਹ ਸੂਰਮੇ ਅੱਜ ਵੀ ਹੈਗੇ। ਕਿੰਨੀ ਵੱਡੀ ਗੱਲ। ਹਾਂ, ਤੁਸੀਂ ਮਦਦ ਦੇ ਲਈ ਮਤਲਬ ਉਹਨਾਂ ਨੂੰ ਕਿਹਾ ਵੀ ਔਰ ਜ਼ਰੂਰਤ ਵੀ ਸੀ। ਹਾਂ, ਜ਼ਰੂਰਤ ਵੀ ਬਹੁਤ ਜ਼ਿਆਦਾ, ਲੋੜ ਵੀ ਸੀ, ਹੈ ਨਾ। ਹਾਂ, ਫਿਰ ਮੈਂ ਉਹਦੇ ਲੜਕੇ ਨੂੰ ਮਿਲਿਆ। ਲੜਕਾ ਵੀ ਸਾਡੇ ਨਾਲ ਹੀ ਪੜ੍ਹਦਾ ਪੁੜਦਾ ਰਿਹਾ ਤੇ ਉਹਨੇ ਵੀ ਹੱਸਿਆ, ਕਹਿੰਦਾ ਵੀ ਇਹ ਕੰਮ ਨਹੀਂ ਬਣਨਾ। ਦਿਲਬਾਗ ਸਿੰਘ ਜੀ ਤੁਸੀਂ ਆਹ ਕਿਹੜੀ ਗੱਲ ਕਰਤੀ? ਅਸੀਂ ਭੁੱਖੇ ਸੌ ਲਾਂਗੇ, ਨੰਗੇ ਰਹਿ ਲਾਂਗੇ, ਪਰ ਉਹ ਯੋਧੇ ਦੀ ਕੁਰਬਾਨੀ ਨੂੰ ਦਾਗ ਨਹੀਂ ਲਾਉਣਾ। ਇਹਨੂੰ ਕਹਿੰਦੇ ਨੇ ਸ਼ਹੀਦਾਂ ਦਾ ਪਰਿਵਾਰ, ਇਹਨੂੰ ਕਹਿੰਦੇ ਨੇ ਸਿੱਖੀ, ਇਹਨੂੰ ਕਹਿੰਦੇ ਨੇ ਸਿੰਘ। ਇਹ ਪਰਿਭਾਸ਼ਾ ਹੈ ਸ਼ਹੀਦ ਦੀ, ਸਿੰਘ ਦੀ, ਸਿੱਖ ਦੀ, ਕਿ ਉਹ ਕਿਸੇ ਅੱਗੇ ਹੱਥ ਨਹੀਂ ਫੈਲਾਉਂਦਾ। ਹੁਣ ਵੇਖੋ ਸਾਡੇ ਪਰਿਵਾਰ ਦੇ 7 ਜੀ ਸ਼ਹੀਦ ਆ। 7 ਦੇ 7 ਹੀ ਟੌਰ ਨਾਲ ਰੋਟੀ ਆਪਦੀ ਘਰ ਦੀ ਖਾਂਦੇ, ਜਿੱਦਾਂ ਦੀ ਮਿਲਦੀ ਸੁੱਕੀ ਮਿੱਸੀ ਜੋ ਵੀ ਮਿਲਦਾ। ਕੋਈ ਬਾਂਹ ਖੜੀ ਕਰਕੇ ਨਹੀਂ ਕਹਿ ਸਕਦਾ ਵੀ ਮੈਂ ਫਲਾਣੇ ਬੰਦੇ ਨੂੰ ਮੈਂ ਇੰਨੇ ਲੱਖ ਭੇਜਿਆ। ਬਹੁਤ ਵੱਡੀ ਗੱਲ ਹੈ, ਬਹੁਤ। ਔਰ ਤੁਹਾਡਾ ਜਿਹੜਾ ਪਰਿਵਾਰ ਆ, ਸ਼ਹੀਦਾਂ ਦਾ ਪਰਿਵਾਰ, ਉਹ ਚੋਟੀ ਦੇ ਸ਼ਹੀਦ, ਮਤਲਬ ਚੋਟੀ ਦੇ ਸਿੰਘ ਹੋਏ, ਜਥੇਬੰਦੀਆਂ ਦੇ ਵਿੱਚ ਪੰਥਕ ਕਮੇਟੀ ਮੈਂਬਰ ਵੀ। ਪਰ ਉਸ ਦੇ ਬਾਵਜੂਦ ਵੀ 1 ਰੁਪਈਆ ਵੀ ਇਹ ਕਹਿੰਦੇ ਅੱਜ ਤੱਕ ਸਾਨੂੰ ਕੋਈ ਸਾਬਤ ਕਰ ਦੇਵੇ, ਅਗਰ ਕਿਸੇ ਤੋਂ ਅਸੀਂ ਲਿਆ ਹੋਵੇ ਜਾਂ ਕਿਸੇ ਨੇ ਸਾਨੂੰ ਦਿੱਤਾ ਹੋਵੇ। ਮਤਲਬ ਕਿੱਡਾ ਮਾਣ ਹੈ ਗੁਰੂ ਸਾਹਿਬ ਤੇ ਮਾਣ ਹੈ ਸਾਨੂੰ, ਉਹਦੇ ਸਿਦਕ ਸੰਤੋਖ ਤੇ ਮਾਣ ਹੈ। ਆਪਣੀ ਸਾਡੀ ਔਕਾਤ ਕਿੱਥੇ ਨਹੀਂ। ਫਿਰ ਵੇਖੋ ਜੀ ਅਸੀਂ ਜਥਾ ਬਣਾ ਲਿਆ, ਇੱਥੋਂ ਬਰਗਾੜੀ ਕਾਂਡ ਹੋਇਆ ਤੇ ਇੱਥੇ ਬਾਈਪਾਸ ਜਿਹੜਾ ਧਰਨਾ ਲਾਇਆ ਸੀ ਨਾ ਉਹ ਅਸੀਂ ਲਾਇਆ ਜੀ। ਅੱਛਾ, ਉਹ ਤੁਸੀਂ ਲਾਇਆ? ਹਾਂਜੀ, ਅਸੀਂ ਉੱਥੋਂ ਤੁਰੇ ਜੀ। ਅਸੀਂ ਬਿਲਕੁਲ ਨਹੀਂ ਇਹ ਬੰਨੇ ਚੱਲ ਕੇ ਹੀ ਨਹੀਂ ਖੁਸ਼। ਉਹ ਕਿਸੇ ਸਿੰਘ ਨੇ ਮਹਿਣਾ ਮਾਰਿਆ ਸਾਨੂੰ ਵੀ ਉਹ ਮਰ ਗਏ ਜੇ ਤੁਸੀਂ ਉਦੋਂ ਤਾਂ ਕੁਰਬਾਨੀਆਂ ਦੇਣ ਲਈ ਸਭ ਤੋਂ ਅੱਗੇ ਸੁਲਤਾਨ ਬਣੇ, ਜਦੋਂ ਅੱਜ ਕੀ ਹੋ ਗਿਆ? ਤੁਹਾਡੀ ਅਣਖ ਮਰ ਗਈ। ਗੁਰੂ ਸਾਹਿਬ ਦਾ ਏਡਾ ਤਕੜਾ ਕੰਮ ਹੋ ਗਿਆ ਤੇ ਤੁਸੀਂ ਉੱਠੇ ਹੀ ਕੋਈ ਨਹੀਂ ਅੰਮ੍ਰਿਤਸਰ 'ਚ। ਇਹ ਮੋਰਚਾ ਫਿਰ ਅਸੀਂ ਸਿੰਘ ਲੈ ਕੇ ਤੇ ਫਿਰ ਅਸੀਂ ਤੁਰੇ ਤੇ ਮੈਂ ਜਾ ਕੇ ਇੱਥੇ ਮੋਰਚਾ ਲਵਾਤਾ। ਆਗੂ ਇੱਥੇ ਪਹਿਲੋਂ ਮੈਂ ਤੇ ਇੱਥੇ ਅਸੀਂ ਉਹਨਾਂ ਚਿਰ ਮੋਰਚਾ, ਸਾਡਾ ਮੋਰਚਾ ਦਾਗੀ ਨਹੀਂ ਹੋਇਆ, ਨਾ ਹੀ ਕੋਈ ਰੁਪਈਆ ਲਿਆ। ਅਸੀਂ ਸਿੱਧੇ ਸਾਧੇ ਬੰਦੇ, ਪੱਠੇ ਵੜ ਜੇ ਬੰਦੇ ਆ ਅੱਜ ਵੀ। ਨਾ ਸਾਨੂੰ ਕੋਈ ਪੜ੍ਹਾਈ ਪੜ੍ਹਨ ਤਾਂ ਉਦੋਂ ਮਾਹੌਲ ਦੇ ਵਿੱਚ ਅਨਪੜ੍ਹ ਜੇ ਬੰਦੇ ਅਸੀਂ। ਉਹ ਗੁਰੂ ਸਾਹਿਬ ਸੇਵਾ ਲੈਣੀ ਸੀ, ਕਿਰਪਾ ਕਰਨੀ ਸੀ ਮੇਰੇ ਸਤਿਗੁਰ ਨੇ, ਉਹਨੇ ਉਠਾਇਆ ਸਾਨੂੰ ਤੇ ਨਾਲ ਕਾਫਲੇ ਚੱਲ ਪਏ ਸਾਡੇ ਤੇ। ਉੱਥੇ ਵੱਡ ਰੁੱਖ ਜਿਹੜੇ ਆ ਸੁੱਟਤੇ ਉੱਥੇ ਸਿੰਘਾਂ ਨੇ। ਕੋਈ 1 ਮਿੰਟ ਪਾਣੀ ਜਿਹੜੇ ਆ ਉੱਥੇ ਬੋਤਲਾਂ ਵਾਲੇ ਵਰਤਾਏ ਗਏ, ਜਿੰਨਾ ਚਿਰ ਉੱਥੇ 10-12 ਦਿਨ ਧਰਨਾ ਰਿਹਾ। ਹਰ ਚੀਜ਼ ਦਾ ਆਪੇ ਉੱਥੇ ਪਹੁੰਚ ਗਈ। ਕੋਈ ਚੀਜ਼ ਦਾ ਸਾਨੂੰ ਪਤਾ ਹੀ ਨਹੀਂ, ਇਹ ਚੀਜ਼ ਦਾ ਤਾਂ ਪਤਾ ਹੀ ਨਹੀਂ ਸਾਨੂੰ ਵੀ ਮਤਲਬ ਜਥੇਬੰਦੀ ਕੀ ਹੁੰਦੀ ਆ, ਇਹ ਧਰਨੇ ਕੀ ਹੁੰਦੇ, ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਸੀ। ਉਹ ਜਦੋਂ ਲਾਇਆ ਉੱਥੇ, ਉਹ ਗੁਰੂ ਸਾਹਿਬ ਦੀ ਕਿਰਪਾ, ਉਦੋਂ ਬੜਾ ਸੰਪੂਰਨ ਜਿਹੜਾ ਮਤਲਬ ਉਹ ਸਾਡਾ ਜਿਹੜਾ ਮੋਰਚਾ ਸਾਰੇ ਕੋਈ ਨਾ ਕੋਈ ਦਾਗੀ ਹੋ ਗਏ, ਪਰ ਨਹੀਂ ਸਾਡਾ ਮੋਰਚਾ ਦਾਗੀ ਨਹੀਂ ਹੋਇਆ। ਸਾਰੇ ਤੋਂ ਬਾਅਦ 'ਚ ਅਸੀਂ ਚੁੱਕਿਆ ਇੱਥੇ ਖੰਡ ਪਰ ਰਖਾ ਕੇ ਅਰਦਾਸ ਉਹਨਾਂ ਸਿੰਘਾਂ ਦੀ ਕਰਾ ਕੇ ਜਿਹੜੇ ਬਰਗਾੜੀ ਸ਼ਹੀਦ ਹੋਏ, ਫਿਰ ਅਸੀਂ ਚੁੱਕਿਆ। ਬਾਅਦ ਦੇ ਵਿੱਚ ਭਾਈ ਜਸਵੰਤ ਸਿੰਘ ਮੰਜੀ ਸਾਹਿਬ ਵਾਲੇ ਸਾਡੇ ਨਾਲ ਬੜਾ ਸੰਯੋਗ ਦਿੱਤਾ। ਭਾਈ ਜਸਵੰਤ ਸਿੰਘ ਜਿਹੜੇ ਕਥਾਵਾਚਕ ਨੇ ਮੰਜੀ ਸਾਹਿਬ, ਉਹ ਸਾਡੇ ਬਜ਼ੁਰਗਾਂ ਨਾਲ ਪੁਰਾਣੀ ਸਾਂਝ ਸੀ, ਉਹਨਾਂ ਦੀ ਬੜਾ ਪਿਆਰ ਕਰਦੇ ਸੀ। ਉਹਨਾਂ ਮੇਰਾ ਬੜਾ ਸਾਥ ਦਿੱਤਾ। ਤੇ ਫਿਰ ਉਹਨਾਂ ਕਿਹਾ ਵੀ ਦਿਲਬਾਗ ਸਿੰਘ ਬਹਿਣਾ ਨਹੀਂ, ਆਪਾਂ ਚੱਲੀਏ ਅੱਗੇ। ਮਹਾਂ ਬਾਬਾ ਜੀ ਮੈਂ ਚਿੱਟਾ ਅਨਪੜ੍ਹ, ਮੈਂ ਕੀ ਲੋਕਾਂ ਨੂੰ, ਮੈਂ ਇੰਨੀ ਔਕਾਤ ਮੇਰੀ ਹੈਗੀ ਆ, ਮੈਂ ਤਾਂ ਘਰ ਦਾ ਮੈਂਬਰ ਨਹੀਂ ਸਮਝਾ ਸਕਦਾ। ਤੁਸੀਂ ਬਾਹਰ ਕਹਿੰਦੇ ਜੋ ਜਾ ਕੇ ਪ੍ਰੋਗਰਾਮ ਕਰੋ ਤੇ ਪਿੰਡਾਂ ਦੇ ਵਿੱਚ ਤੁਸੀਂ ਸੰਗਤ ਨੂੰ ਸਮਝਾਓ। ਮਾਂ ਨਹੀਂ, ਪਰ ਗੁਰਬਾਣੀ ਕਹਿੰਦੀ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ, ਜੋ ਪ੍ਰਾਣੀ ਗੋਬਿੰਦ ਤੇ ਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਗੁਰਮਤ ਵਿੱਚ ਪੜ੍ਹੇ ਲਿਖੇ ਜਾਂ ਅਨਪੜ੍ਹ ਦੀ ਬਾਤ ਨਹੀਂ ਹੈ, ਤੇ ਜਜ਼ਬਾ ਹੋਣਾ ਚਾਹੀਦਾ, ਜਿਵੇਂ ਤੁਹਾਡੇ ਅੰਦਰ ਜਜ਼ਬਾ ਹੈ। ਨਹੀਂ, ਉਹ ਗੁਰੂ ਸਾਹਿਬ ਦੇ ਹੱਥ ਵਾਸਿਆ ਜੀ। ਸਾਨੂੰ ਤਾਂ ਪਤਾ ਨਹੀਂ ਕੀ ਆ ਸਾਡੇ ਕੋਲ ਕੀ ਨਹੀਂ। ਉਹ ਚਾਹੇ ਤਖਤ ਤੇ ਬਾਦੇ, ਉਹ ਚਾਹੇ ਸਵੇਰੇ ਹੀ ਲਾ ਦੇ, ਉਹਦੀ ਰਜਾ ਦਾ ਨਹੀਂ ਪਤਾ। ਉਹ ਕੱਖੋਂ ਹੋਲਿਆਂ ਤਖਤਾਂ ਤੇ ਬੈਠਿਆਂ ਨੂੰ ਕਰ ਦਿੰਦਾ, ਤੇ ਜਿਹੜੇ ਪੈਰਾਂ 'ਚ ਪੈ ਜਾਂਦੇ ਕੀੜੀਆਂ ਹੁੰਦੀਆਂ ਉਹਨਾਂ ਨੂੰ ਤਖਤਾਂ ਤੇ ਪਾ ਦਿੰਦਾ। ਸਵੇਰ ਚੜੇ ਦਿਨ ਚੜੇ ਨੂੰ ਖਾਰੀ ਤੇ ਰਾਜ ਕਰਾਵੇ ਰਾਜਾ ਤੇ ਉਹਦੀ ਰਜਾ ਤੋਂ ਡਰਦੇ ਆ। ਪਤਾ ਨਹੀਂ ਉਹਨੇ ਕਿੱਥੋਂ ਕਿਹਨੂੰ ਚੁੱਕ ਦੇਣਾ ਤੇ ਕਿੱਥੋਂ ਕਿਹਨੂੰ ਛੁੱਟ ਦੇਣਾ। ਕੋਈ ਮਾਣ ਹੰਕਾਰ ਨਹੀਂ।
ਇੰਨੀ ਔਕਾਤ ਵੀ ਨਹੀਂ ਸਾਡੀ। ਉਹ ਭਾਈ ਸਾਹਿਬ ਨੇ ਕਿਹਾ ਵੀ ਤੁਸੀਂ ਸਮਾਗਮ ਕਰਿਆ ਕਰੋ, ਤੁਹਾਨੂੰ ਮੈਂ ਤੋਰ ਦਾ ਕਵੀਸ਼ਰ ਦੇ ਦਿੰਦਾ, ਤੁਹਾਨੂੰ ਕਥਾਵਾਚਕ ਦੇ ਦਿੰਦਾ, ਚਲੋ ਤੁਸੀਂ। ਮਹਾ ਭਾਈ ਸਾਹਿਬ ਮੈਨੂੰ ਕਿਸੇ ਨੇ ਪਿੰਡ 'ਚ ਸਵਾਲ ਕਰ ਲਿਆ ਕੋਈ ਗੁਰਬਾਣੀ ਦਾ, ਮੈਨੂੰ ਪਹਿਲੀ ਪੌੜੀ ਦਾ ਹੀ ਪੁੱਛ ਲਿਆ, ਮੈਨੂੰ ਤਾਂ ਉਹ ਨਹੀਂ ਆਉਂਦੀ। ਉਹਦੀ ਮੈਂ ਪਹਿਲੇ ਹੀ ਕਿਉਂ ਕਰਦੇ ਕਿਸੇ ਨੇ ਪੁੱਛ ਲਿਆ, ਮਾਂ ਮੇਰੀ ਤਾਂ ਇੰਨੀ ਔਕਾਤ ਨਹੀਂ ਕਿ ਮੈਂ ਉਹ ਕਿਸੇ ਨੂੰ ਸਮਝਾ ਪਾਵਾਂ। ਹੱਸਣ ਲੱਗ ਪਏ, ਕਹਿੰਦੇ ਤੇਰੀਆਂ ਇਹੋ ਗੱਲਾਂ ਮੈਨੂੰ ਚੰਗੀਆਂ ਲੱਗਦੀਆਂ। ਇਹ ਬੜਪਣ ਹੈ ਤੁਹਾਡਾ। ਕਹਿੰਦਾ ਵੀ ਤੇਰੀਆਂ ਇਹ ਮੈਨੂੰ ਕੀ ਹੁਣ ਪਤਾ ਕੀ ਚੀਜ਼। ਮੈਂ ਅਸੀਂ ਪੱਠੇ ਵੜ 'ਚ ਬੰਦੇ, ਬਾਬਾ ਜੀ ਛੱਡੋ ਖੇੜਾ ਸਾਡਾ, ਸਾਨੂੰ ਪੱਠੇ ਪੁੱਠੇ ਪਾਉਣ ਦਿਓ। ਇਹ ਬਾਣੇ ਪਾ ਕੇ ਜਾਂ ਇਹ ਪ੍ਰਚਾਰ ਕਰਨੇ ਸਾਡੇ ਵਾਸਤੇ ਨਹੀਂ ਗੱਲ। ਅਸੀਂ ਤਾਂ ਉਹਨਾਂ ਦੇ ਪੈਰ ਪੁਰ ਧੋਣ ਵਾਲੇ ਆ ਜਿਹੜੇ ਬਾਣਾ ਪਾ ਕੇ ਚੱਲਦੇ ਆ। ਸਾਡੀ ਇੰਨੀ ਔਕਾਤ ਕਿੱਥੇ। ਮਤਲਬ ਐਡੀ ਵੱਡੀ ਮੂਵਮੈਂਟ ਖਾੜਕੂ ਲਹਿਰ, ਐਡਾ ਸੰਘਰਸ਼ ਹੋਇਆ, ਇੰਨੀਆਂ ਕੁਰਬਾਨੀਆਂ ਹੋਈਆਂ, ਇੰਨੀਆਂ ਸ਼ਹਾਦਤਾਂ ਹੋਈਆਂ। ਤੁਹਾਡਾ ਹੀ ਪਰਿਵਾਰ ਗਵਾਹੀ ਦਿੰਦਾ ਵੀ 7 ਪਰਿਵਾਰ ਦੇ ਜੀ ਜਿਹੜੇ ਨੇ ਸ਼ਹੀਦ ਨੇ। ਫਿਰ ਕਾਰਨ ਕੀ ਸੀ ਇਹ ਜਿਹੜੀ ਖਾੜਕੂ ਲਹਿਰ ਚੱਲੀ, ਇਹਨੂੰ ਢਾਹ ਕਿਵੇਂ ਲੱਗੀ? ਸਿੱਖ ਨੂੰ ਨਾ ਮਾਰੇ, ਸਿੱਖ ਕੌਮ ਕਦੀ ਨਾ ਰੇ। ਸਿੱਖ ਨੂੰ ਨਾ ਮਾਰੇ, ਸਿੱਖ ਕੌਮ ਕਦੀ ਨਾ ਰੇ। ਉਦੋਂ ਵੀ ਸਾਡੇ ਆਪਣੇ ਹੀ ਮਾਰਿਆ। ਰਫਲਾਂ ਦੇ ਵਿੱਚੋਂ ਕੱਢ ਲੈਣੇ, ਪਿੰਨਾਂ ਕੱਢ ਲੈਣੀਆਂ ਸੋਤਿਆਂ ਦੇ। ਤੁਸੀਂ ਭਾਈ ਜੁਗਰਾਜ ਸਿੰਘ ਤੂਫਾਨ ਉਹਨਾਂ ਦੀ ਗੱਲ ਕਰ ਰਹੇ ਹੋ? ਰੋਟੀਆਂ ਦੇ ਵਿੱਚ ਨਹੀਂ, ਬੜਿਆਂ ਨਾਲ ਇਹ ਕਰੇ ਹੋਏ, ਇੱਕ ਨਾਲ ਨਹੀਂ ਹੋਏ, ਭਾਈ ਜੁਗਰਾਜ ਸਿੰਘ ਨਾਲ ਨਹੀਂ ਹੋਏ। ਅੱਛਾ, ਬੜਿਆਂ ਨਾਲ ਹੋਰ ਹੋਏ ਜਿਹੜੇ ਅੱਜ ਪਰਦੇ ਦੇ ਵਿੱਚ ਆ। ਤੁਸੀਂ ਜਾ ਕੇ ਇੰਟਰਵਿਊ ਏਦਾਂ ਕਰੋਗੇ ਤੇ ਤੁਹਾਨੂੰ ਨੌਲੇਜਾਂ ਵੱਧਦੀਆਂ ਜਾਣੀਆਂ ਵੀ ਨਹੀਂ ਫਲਾਣਾ ਸਿੰਘ ਵੀ ਯਾਰ ਇਹ ਗੱਲ ਹੋਈ ਸੀ ਉਹਦੇ ਨਾਲ, ਦੂਜੇ ਨਾਲ ਵੀ ਹਾਂ ਇਹੋ ਹੀ ਹੋਈ, ਪੈਨ ਕੱਢੀ ਗਈ, ਉਹਦੇ ਯਾਰ ਦੋਸਤ ਨੇ ਕੱਢ ਲਈ। ਅੱਛਾ, ਹੋਰਾਂ ਦੇ ਨਾਲ ਵੀ ਬੜਿਆਂ ਨਾਲ ਹੋਇਆ ਜੀ, ਇੱਕ ਨਾਲ ਨਹੀਂ ਹੋਇਆ ਜੀ। ਬੜੀਆਂ ਖਬਰਾਂ ਉਦੋਂ ਸਾਨੂੰ ਮਿਲਦੀਆਂ ਹੁੰਦੀਆਂ ਸੀ। ਤੁਸੀਂ ਕਹਿੰਦੇ ਸੀ ਵੀ ਰੋਟੀਆਂ ਦੇ ਵਿੱਚ, ਮਤਲਬ ਰੋਟੀਆਂ ਦੇ ਵਿੱਚ ਵੀ ਨੀਂਦ ਵਾਲੀਆਂ ਗੋਲੀਆਂ ਪਾ ਕੇ ਰਾਤ ਫੜਾ ਦੇਣਾ ਕਈਆਂ ਨੇ, ਮੁਖਬਰੀ ਕਰ ਦੇਣੀ। ਮਤਲਬ ਜਿਹੜਾ ਕਹਿੰਦੇ ਨੇ ਜੇ ਹੁਣ ਮਾਰਨ ਵਾਲੇ ਹੈਗੇ ਉਹ ਵੀ ਸਿੱਖ ਹੀ। ਸਿੱਖ ਨੂੰ ਨਾ ਮਾਰੇ, ਸਿੱਖ ਕੌਮ ਕਦੀ ਨਾ ਹਾਰੇ। ਦੂਜੀ ਕੌਮ ਦੀ ਯੁਰਤ ਕੀ ਆ ਸਾਡੇ ਅੱਗੇ ਕੋਈ ਖੜ ਜੇ। ਬਿਲਕੁਲ। ਸਾਨੂੰ ਜਦੋਂ ਮਾਰਦੇ ਉਹ ਕਹਿੰਦੇ ਨਹੀਂ ਹੁੰਦੇ, ਉਹ ਜਦੋਂ ਰਾਵਣ ਪਿਆ ਮਰਿਆ ਤੇ ਉਹ ਰਾਮ ਆ ਕੇ ਪੈਰਾਂ 'ਲ ਖਲੋ ਗਿਆ, ਕਹਿੰਦਾ ਵੀ ਤੁਸੀਂ ਐਡੇ ਤਗੜੇ ਵਿਦਵਾਨ ਹੋਦੇ, ਤੁਹਾਡਾ ਕੀ ਗੱਲ ਬਣ ਗਈ ਤੁਹਾਡੇ ਨਾਲ, ਤੁਸੀਂ ਤਾਂ ਮਾਰੇ ਨਹੀਂ ਸਕਦੇ। ਕਹਿੰਦਾ ਓਏ ਰਾਮ, ਜਦੋਂ ਮੈਂ ਯੁੱਧ ਲੜਿਆ ਨਾ ਮੇਰਾ ਭਰਾ ਮੇਰੇ ਨਾਲ ਨਹੀਂ, ਤੇਰਾ ਭਰਾ ਤੇਰੇ ਨਾਲ ਹੀ, ਬਸ ਇਹ ਖੇਡ। ਕਹਿੰਦਾ ਆਹੀ ਖੇਡ ਹੈ। ਜੰਗ ਕਿੱਥੋਂ ਅੱਜ ਕੀ ਹੋਣ ਡਿਆ, ਕਿਸਾਨ ਮੋਰਚੇ 'ਚ ਕੀ ਹੋਣ ਡਿਆ, ਆਪਣੇ ਹੀ ਆਪੇ ਲੱਤਾਂ ਖਿੱਚੀ ਜਾਂਦੇ ਆ, ਆਪਣੇ ਸਿਆਸਤ ਹੀ ਉੱਥੇ ਸਿਆਸਤਾਂ ਕਰੀ ਜਾਂਦੇ ਆ। ਮਤਲਬ ਸਾਨੂੰ ਆਪਣਿਆਂ ਨੇ ਹੀ ਮਾਰਿਆ, ਗੈਰਾਂ ਨੇ ਨਹੀਂ ਮਾਰਿਆ। ਹਾਂ, ਗੈਰਾਂ ਦੀ ਕੀ ਹਸਤੀ ਹੈ ਜੀ। ਸਾਡੀ ਅੱਖ ਨਾਲ ਅੱਖ ਵੇਖ ਲੈਣਾ। ਜਿਹੜੇ ਮੁਗਲ ਵੇਖੋ, ਜਿਹੜਾ ਮੋਟਾ ਡੇਲਾ ਮੁਗਲਾਂ ਦਾ ਬਾਬਾ ਦੀਪ ਸਿੰਘ ਜੀ ਨਾਲ ਸਾਂਝੇ ਵਾਰ ਹੋਏ ਤੇ ਸਿਰ ਲੱਥੇ ਉਦੋਂ। ਕੋਈ ਉਹ ਵੀ ਕਿਤੇ ਥੋੜੇ ਬਲੀ ਥੋੜਾ ਸੀ, ਸਭ ਤੋਂ ਬਲੀ ਸੀ ਮੁਸਲਮਾਨ ਵੀ, ਬੜੀ ਬੜੀ ਬੰਦਗੀ ਵਾਲੇ ਸੀ। ਕਿਤੇ ਨਿੱਕੀ ਜੀ ਗੱਲ ਥੋੜਾ ਵੀ ਐਡੀਆਂ ਲੜਾਕੀਆਂ ਕੌਮਾਂ ਨਾਲ ਲੜ ਜਾਣਾ। ਬਿਲਕੁਲ, ਇਹ ਕਿਤੇ ਛੋਟੀ ਜੀ ਗੱਲ ਨਹੀਂ ਸੀ। ਬਾਕੀ ਮਰੇ ਆਪਾਂ ਸਿਰਫ ਇਹੀ ਹੈ ਕਿ ਜਦੋਂ ਆਪਣੇ ਨੇ ਕੰਮ ਕਰਤਾ। ਅੱਜ ਵੀ ਭਰਾ ਮਾਰੂ ਜੰਗ ਚਾਲੂ ਆ। ਜੇ ਕੋਈ ਭਰਾ ਥੋੜਾ ਜਿਹਾ ਤਾਂ ਹੁੰਦਾ ਵਾ ਤੇ ਉਹਨੂੰ ਦਬਦਾ ਪੌੜੀ ਖਿੱਚ ਦੋ, ਉਹਨੂੰ ਮਾਰ ਦੋ, ਥਾਂ ਸੁੱਟ ਦੋ। ਜੇ ਥੋੜਾ ਜਿਹਾ ਕੋਈ ਕਿਸੇ ਦਾ ਨਾਂ ਹੁੰਦਾ ਤੇ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਨੀਵਾਂ ਵਿਖਾਈਏ ਜਾਂ ਕਿਸੇ ਤਰ੍ਹਾਂ ਸੁੱਟੀਏ। ਹੁਣ ਵੇਖੋ ਜਥੇ ਸਾਡੇ ਦੀ ਅਸੂਲ ਆ ਵੀ 1 ਰੁਪਈਆ ਨਹੀਂ ਅਸੀਂ ਕਦੀ ਲਿਆ। ਇੱਕ ਵਾਰੀ 50,000 ਰੁਪਈਆ ਬਤੋ ਬਦੀ ਸਿੰਘ ਨੇ, ਕੋਈ ਇੰਗਲੈਂਡ ਦਾ ਸਿੰਘ ਆ, ਉਹਨੇ ਜਦੋਂ ਮੇਰੀ ਇੰਟਰਵਿਊ ਸੁਣੀ ਤੇ ਉਹਨੇ ਨਾ 50,000 ਬਤੋ ਬਦੀ ਇੱਥੇ ਸੁੱਟ ਗਿਆ। ਉਹ ਮੈਂ ਅੱਜ ਸਾਂਭ ਕੇ ਰੱਖਿਆ, ਜਥੇ ਦੇ ਕੋਂਟ ਦੇ ਵਿੱਚ ਰੱਖਿਆ। ਇੱਕ ਰਮਨਦੀਪ ਰਾਹੀ ਹੀ, ਉਹਨੇ 47,000 ਰੁਪਈਆ ਉਹਨੂੰ ਕੋਈ ਦੇ ਕੇ ਗਿਆ ਸੀ ਤੇ ਉਹਨੇ ਦਿੱਤਾ ਸੀ। ਉੱਦਾਂ ਹੀ ਪੈਸੇ ਪਏ। ਮੈਂ ਭਲਕ ਤੋਂ ਕੋਈ ਮਹਿਣਾ ਮਾਰੇ ਤੈਨੂੰ ਕਹਿੰਦਾ ਭਰਾਵਾ ਆਪਣੇ ਪੈਸੇ ਚੁੱਕ ਕੇ ਲੈ ਜਾ, ਅਸੀਂ ਤੇਰੇ ਪੈਸੇ ਦੇ ਰੁਪਈਏ ਦੇ ਰਵਾਦਾਰ ਨਹੀਂ। ਸੁਣਿਆ ਤੁਸੀਂ ਕਿਰਦਾਰ, ਸਿੱਖ ਦਾ ਕਿਰਦਾਰ, ਸਿੰਘ ਦਾ ਕਿਰਦਾਰ, ਔਰ ਸ਼ਹੀਦ ਪਰਿਵਾਰ ਦੇ ਵਿੱਚੋਂ ਭਾਈ ਦਿਲਬਾਗ ਸਿੰਘ ਹੋਣੀ ਨੇ ਕੈਸਾ ਕਿਰਦਾਰ ਹੈ। ਕਹਿੰਦੇ ਉਹ 50,000 ਰੁਪਏ ਜਿਹੜਾ ਕਿਸੇ ਨੇ ਦਿੱਤਾ ਸੀ ਪਿਆ, ਅੱਜ ਵੀ ਪਿਆ, ਕਿ ਕੋਈ ਮਿਹਣਾ ਨਾ ਮਾਰੇ ਤੇ ਮੈਂ ਕਹੂੰਗਾ ਤੂੰ ਚੁੱਕ ਕੇ ਲੈ ਜਾ। ਇਹ ਹੁੰਦਾ ਕਿਰਦਾਰ ਸਿੱਖ ਦਾ, ਇਹ ਹੁੰਦਾ ਕਿਰਦਾਰ ਸਿੰਘ ਦਾ। ਬਹੁਤ ਸਾਡੇ ਵਿੱਚ ਸਾਨੂੰ ਆਪਣਿਆਂ ਨੇ ਹੀ ਮਾਰਿਆ, ਗੈਰਾਂ ਨੇ ਨਹੀਂ ਮਾਰਿਆ। ਕਾਰਨ ਇਹੀ ਹੋਏ ਬਰਗਾੜੀ ਮੋਰਚਾ ਕਿੱਡਾ ਵੱਡਾ ਮੋਰਚਾ ਲੱਗਾ, ਉਹ ਜਿਹੜਾ ਬਰਗਾੜੀ ਮੋਰਚਾ ਫੇਲ ਹੋਇਆ ਉਹ ਕਿਸੇ ਨਾਲ ਦੇ ਗਵਾਂਢੀ ਮੁਲਕ ਨੇ ਨਹੀਂ ਕੀਤਾ, ਉਹ ਵੀ ਸਾਡੇ ਆਪਣਿਆਂ ਨੇ ਹੀ ਕੀਤਾ। ਸਾਡੇ ਆਪਣਿਆਂ ਦੀ ਹੀ ਮਾਰ ਪਈ ਸਾਨੂੰ। ਬੇਅਦਬੀਆਂ ਹੁੰਦੀਆਂ, ਬੇਅਦਬੀਆਂ ਦਾ ਦੌਰ ਚੱਲਿਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਥਾਂ ਥਾਂ 'ਤੇ ਬੇਅਦਬੀ ਹੋਈ, ਬਹੁਤ ਥਾਵਾਂ 'ਤੇ ਹੋਈ। ਅੱਜ ਕੀ ਇਨਸਾਫ ਮਿਲਿਆ ਸਾਨੂੰ? ਗੱਲ 84 ਦੀ ਕਰੀਏ, ਸਾਕਾ ਨੀਲਾ ਤਾਰਾ ਵਰਤਿਆ, ਉਸ ਤੋਂ ਬਾਅਦ ਦਿੱਲੀ ਦੰਗੇ ਹੋਏ,
ਕੀ ਇਨਸਾਫ ਮਿਲਿਆ ਸਾਨੂੰ? ਕਾਰਨ ਕੀ ਹੈ? ਵਿੱਚ ਕੁੰਡੀ ਕੀ ਹੈ? ਕੁੰਡੀ ਇਹੀ ਹੈ ਕਿ ਸਾਨੂੰ ਆਪਣੇ ਹੀ ਮਾਰ ਰਹੇ ਨੇ, ਔਰ ਉਹ ਕਾਰਨ ਇਹੀ ਹੈ ਵੀ ਜਿਹੜੇ ਦੂਸਰੇ ਲੋਕ ਨੇ ਉਹ ਸਿਰ ਚੁੱਕ ਰਹੇ ਨੇ, ਕਿਉਂਕਿ ਸਾਡੇ ਵਿੱਚ ਆਪਸ ਵਿੱਚ ਏਕਤਾ ਨਹੀਂ ਰਹੀ। ਅਗਰ ਏਕਤਾ ਹੋ ਜਾਵੇ ਅੱਜ ਵੀ ਪੰਥ ਦੇ ਅੰਦਰ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਜਾਣ ਤਾਂ ਕਿਸੇ ਦੀ ਜ਼ਰੂਰਤ ਨਹੀਂ ਕਿ ਸਾਡੇ ਵੱਲ ਕੋਈ ਝਾਕ ਸਕੇ। ਉਦੋਂ ਵੀ ਇਸ ਤਰ੍ਹਾਂ ਹੁੰਦਾ ਸੀ ਜੀ, ਜਿਸ ਤਰ੍ਹਾਂ ਹੁਣ ਲੱਤਾਂ ਖਿੱਚਦੇ ਇੱਕ ਦੂਜੇ ਦੀਆਂ, ਉਦੋਂ ਵੀ ਜੇ ਕੋਈ ਨੇ ਕੁੱਟ ਖਾ ਕੇ ਆਉਣੀ ਤਾਂ ਉਹਨੇ ਕਹਿਣਾ ਤੂੰ ਫਲਾਣੇ ਨੂੰ ਫੜਾਤਾ, ਦੂਜੇ ਨੇ ਕਹਿਣਾ ਉਹ ਕੁੱਟ ਖਾ ਕੇ ਉਹਨੇ ਉਹਨੂੰ ਫੜਾਤਾ। ਝੂਠੇ ਅੰਜਾਮ ਇਦਾਂ ਆਪਣੇ ਪਰਿਵਾਰਕ ਲੱਗਦੇ ਰਹਿੰਦੇ ਹੁੰਦੇ ਸੀ। ਅਸੀਂ ਇੰਟਰਵਿਊ ਕਰਨ ਜਾਂਦੇ ਹਾਂ ਕਈ ਪਰਿਵਾਰਾਂ ਦੀਆਂ, ਤਾਂ ਕੁਝ ਪਰਿਵਾਰਾਂ ਦੇ ਨਾ ਤਾਂ ਫੋਨ ਆ ਜਾਂਦੇ ਨੇ, ਕਹਿੰਦੇ ਨੇ ਜੀ ਉਹ ਬਈ ਉਹ ਜਿਹਦੀ ਤੁਸੀਂ ਇੰਟਰਵਿਊ ਕੀਤੀ ਹੈ, ਜਿਹੜਾ ਸ਼ਹੀਦ ਤੁਸੀਂ ਕਿਹਾ, ਉਹ ਤਾਂ ਜੀ ਹੱਥ ਖੜੇ ਕਰਕੇ ਆ ਗਿਆ। ਤੇ ਮੈਂ ਫਿਰ ਇੱਕ ਸਵਾਲ ਕਰਦਾ ਉਹਨਾਂ ਨੂੰ, ਤੇ ਹੁਣ ਮੈਂ ਕੈਮਰੇ ਰਾਹੀਂ ਵੀ ਸਵਾਲ ਕਰ ਰਿਹਾ ਕਿ ਜਦੋਂ ਜਿਹੜਾ ਵੀ ਤੁਸੀਂ ਸਿੰਘ ਦੀ ਗੱਲ ਕਰਦੇ ਹੋ, ਅਗਰ ਉਹ ਹੱਥ ਖੜੇ ਕਰਕੇ ਆਇਆ, ਕਿ ਤੁਸੀਂ ਪੁਲਿਸ ਪਾਰਟੀ ਦੇ ਨਾਲ ਸੀ? ਕਿ ਤੁਹਾਡਾ ਕਿਰਦਾਰ ਉਹਨੂੰ ਫੜਾਉਣ ਦੇ ਵਿੱਚ ਸੀ? ਇਹਨਾਂ ਗੱਲਾਂ ਤੋਂ ਤਾਂ ਇਹੀ ਹੁੰਦਾ ਨਾ ਵੀ ਉਹ ਹੱਥ ਖੜੇ ਕਰਕੇ ਆ ਗਿਆ, ਉਹ ਸ਼ਹੀਦ ਨਹੀਂ ਹੋਇਆ। ਮਤਲਬ ਸ਼ਹੀਦ ਪਰਿਵਾਰ ਹੀ ਸਾਡੇ ਵਿੱਚੋਂ ਉਹ ਸ਼ਹੀਦਾਂ ਦੇ ਪਰਿਵਾਰ ਦੀ ਕਿਰਦਾਰਕੁਸ਼ੀ ਕਰ ਰਹੇ ਨੇ। ਇਹ ਇੱਕ ਬਹੁਤ ਵੱਡਾ ਦੁਖਾਂਤ ਹੈ, ਬਹੁਤ ਵੱਡੀ ਤਰਾਸਦੀ ਹੈ। ਅਖੀਰ ਵਿੱਚ ਕੀ ਕਹਿਣਾ ਚਾਹੂੰਗਾ? ਕੁਛ ਮੈਨੂੰ ਜੋ ਤੁਹਾਡੇ ਬਾਬਤ ਪਤਾ ਲੱਗਾ, ਇਸੇ ਤਰ੍ਹਾਂ ਚੈਨਲ ਦੇ ਰਾਹੀਂ ਇੰਟਰਵਿਊ ਕਰਨ ਮੈਂ ਗਿਆ ਕਿਸੇ ਪਰਿਵਾਰ ਦੇ ਕੋਲ, ਤਾਂ ਉਹ ਕਹਿੰਦੇ ਵੀ ਜ਼ਰੂਰਤ ਸੀ ਕਿਸੇ ਨੂੰ, ਕਿਸੇ ਮਾਤਾ ਨੂੰ ਕੁਛ ਰੁਪਈਆਂ ਦੀ, ਤਾਂ ਤੁਹਾਡੇ ਨਾਲ ਸ਼ਾਇਦ ਉਹਨਾਂ ਦਾ ਸੰਪਰਕ ਕੀਤਾ ਹੋਊ। 20,000 ਰੁਪਈਆ ਫਿਰ ਤੁਸੀਂ ਭਾਵੇਂ ਆਪਣੇ ਦਸਵੰਧ ਵਿੱਚੋਂ ਦਿੱਤਾ, ਜੋ ਤੁਹਾਡੀ ਕਿਰਤ ਕਮਾਈ ਹੈ ਤੁਸੀਂ ਉਹਦੇ ਵਿੱਚੋਂ ਦਿੱਤਾ, ਤੁਸੀਂ ਉਹਨੂੰ ਦੇ ਕੇ ਆਏ। ਬਿਲਕੁਲ। ਇਹ ਜੀ ਮੈਨੂੰ ਨਾ ਕਿਸੇ ਸਿੰਘ ਦਾ ਫੋਨ ਆਇਆ ਬਾਹਰੋਂ, ਕਹਿੰਦਾ ਵੀ ਮੈਂ ਨਾ ਸੇਵਾ ਕਰਨੀ ਚਾਹੁੰਦਾ। ਮੈਂ ਕਿਹਾ ਵੀ ਮੈਂ ਸੇਵਾ ਵਾਲੇ ਚੱਕਰ 'ਚ ਮੈਂ ਨਹੀਂ ਇਹ ਕੰਮ, ਸ਼ਹੀਦਾਂ ਦੇ ਪੈਸੇ ਵੱਲ ਮੈਂ ਨਹੀਂ ਆਉਂਦਾ, ਵੀ ਮੇਰੇ 'ਚ ਨਹੀਂ ਵੱਸਦੀ ਗੱਲ। ਹਾਂ, ਸ਼ਹੀਦਾਂ ਦੇ ਪੈਸੇ ਜੇ ਫਿਰ ਉਹਨਾਂ ਨੂੰ ਕਿਹਾ ਕਿ ਮੈਂ ਨਹੀਂ ਆਉਂਦਾ ਇਸ ਚੀਜ਼ 'ਚ, ਬਈ ਆਪਣੇ ਵੱਸ ਦੀ ਗੱਲ ਨਹੀਂ ਹੈ। ਤੇ ਉਹਨਾਂ ਕਿਹਾ ਨਹੀਂ ਭਾਈ ਸਾਹਿਬ, ਮੈਂ ਤੁਹਾਡੇ ਕੋਲ ਸੇਵਾ ਕਰਵਾਉਣੀ ਚਾਹੁੰਦਾ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਪੈਸੇ ਦੇਣੇ ਚਾਹੁੰਦਾ ਸਾਂ ਕਿ ਤੁਸੀਂ ਨਾ ਕਰਦੀ, ਤੇ ਮੇਰੇ ਮਨ ਦੇ ਵਿੱਚ ਪਿਆਰ ਹੈ ਕਿ ਸ਼ਰਧਾ ਵਾ ਕਿ ਤੁਹਾਡੇ ਰਾਹੀਂ ਮੈਂ ਕਿਸੇ ਨੂੰ ਪੈਸੇ, ਜਿਹੜਾ ਕੋਈ ਪਰਿਵਾਰ ਲੋੜਵੰਦ ਹੋਵੇ ਤਾਂ ਉਹ ਸ਼ਹੀਦ ਪਰਿਵਾਰ ਨੂੰ ਦੇਈਏ। ਮਾਣ ਹੁੰਦਾ, ਪਤਾ ਹੁੰਦਾ ਵੀ ਇਹ ਬੰਦਾ ਇਮਾਨਦਾਰ। ਹਾਂਜੀ ਹਾਂਜੀ। ਤੇ ਉਹ ਫਿਰ ਮੈਂ ਗਿਆ, ਇੱਕ ਉਹ ਜਿਹੜੀ ਮਾਤਾ ਜੀ ਦੱਸਿਆ ਤੁਸੀਂ, ਉਧਰ ਮਾਤਾ ਜੀ ਸਾਡੇ ਸਿੰਘਾਂ ਦੀ ਡਿਊਟੀ ਲਾਈ ਸੀ, ਕੁਝ ਸਿੰਘਾਂ ਨੂੰ ਮੈਂ ਆਪ ਉਧਰ ਦੇ ਕੇ ਆਇਆ ਆਪਣਾ ਕਾਲੀਏ ਸਕੱਤਰੇ ਪੈਸੇ, ਦੋਵਾਂ ਸਿੰਘਾਂ ਨੂੰ ਕਾਲੀ ਸਕੱਤਰੇ ਪੈਸੇ ਦਿੱਤੇ। ਕਾਲੀਆ ਸਕੱਤਰਾ ਦੀ ਹੀ ਮੈਂ ਗੱਲ ਕਰ ਰਿਹਾ। ਹਾਂਜੀ ਜੀ। ਉੱਥੇ ਭਾਈ ਪ੍ਰਤਾਪ ਸਿੰਘ, ਹਾਂਜੀ ਪ੍ਰਤਾਪ ਸਿੰਘ ਖਾਲਸਾ ਨੇ ਉੱਥੇ ਮੈਨੂੰ ਦੱਸਿਆ, ਤੇ ਉਹਨਾਂ ਨੇ ਲੋੜਵੰਦ ਜਿਹੜੇ ਸਿੰਘ ਜੀ, ਇੱਕ ਮਾਤਾ ਜੀ ਚਾਹ ਬਣਾਉਂਦੇ ਸੀ, ਤੇ ਉਹਨਾਂ ਦੇ ਜਿਹੜਾ ਵਾ ਰੇੜੀ ਰੋੜੀ ਲਾਉਂਦੇ ਸੀ, ਤੇ ਉਹਨਾਂ ਨੂੰ 20,000 ਦੀ ਮਦਦ ਉਹਨਾਂ ਨੂੰ ਕੀਤੀ। 50,000 ਰੁਪਈਆ ਕੱਢਿਆ ਸੀ ਸਿੰਘ ਨੇ। ਫਿਰ ਉਹਨਾਂ ਸਿੰਘਾਂ ਕੋਲ ਮੈਂ ਵੀਡੀਓ ਬਣਾਈ, ਤੇ ਫਿਰ ਮੈਂ ਉਹਨਾਂ ਨੂੰ WhatsApp ਤੇ ਪੂਰੀ ਅੱਜ ਵੀ ਮੇਰਾ ਸਿੰਘ ਇੰਗਲੈਂਡ ਵਾਲਾ ਬਹਿੰਦਾ ਹੋਣਾ, ਉਹ ਕਥਾ ਕੀਰਤਨ ਕਰਦਾ ਉੱਥੇ, ਆਪਣਾ ਦਸਵੰਧ ਕੱਢ ਕੇ ਉਹ ਕਹਿੰਦਾ, ਉਹ ਫਿਰ ਜਿਹੜਾ ਉਹਨੇ 50,000 ਰੁਪਈਆ ਮੇਰੇ ਵੀਰ ਨੇ ਕੱਢਿਆ, ਉਹ ਮੈਂ ਸਿੱਧੇ ਦੇ ਦਿੱਤਾ। ਤੇ ਇਹ ਕਰਕੇ ਇਹ ਜਿਹੜਾ ਮਾਇਆ ਨਾ, ਇਹ ਅੱਜ ਦੇ ਬੜੇ ਲੋਕ ਖੁਸ਼ ਹੋ ਕੇ, ਕਈ ਜਥੇਬੰਦੀਆਂ ਜਾਂ ਕੋਈ ਬਾਹਰ ਦਾ ਪੈਸਾ ਮੰਗਾ ਕੇ ਬੜੇ ਖੁਸ਼ ਹੋ ਕੇ ਖਾਂਦੇ, ਪਰ ਅਸੀਂ ਇਹ ਜਿਹੜਾ ਸੰਗਤ ਦਾ ਪੈਸਾ ਜਾਂ ਕੌਮ ਦਾ ਪੈਸਾ ਨਾ, ਅਸੀਂ ਇਹਨਾਂ ਦੇ ਰਿਜ਼ਲਟ ਵੀ ਵੇਖੇ ਉਦੋਂ ਮੌਤ ਦੇ ਵਿੱਚ। ਅੱਛਾ, ਮੈਂ ਤਾਂ ਦੱਸਦਾ, ਉਦੋਂ ਦੇ ਹੀ ਵਿੱਚ ਜ਼ਮਾਨਤ ਗਏ ਜਿਹੜੇ ਸਾਨੂੰ ਛਡਾਉਂਦੇ ਹੁੰਦੇ, ਉਹਨਾਂ ਕੀ ਕਹਿਣਾ ਵੀ ਇੰਨੇ ਪੈਸੇ ਮੰਗਦਾ ਜੋ SHO ਦੇ 20,000 ਰੁਪਇਆ ਦੇ ਦਿਓ, ਉਹ 'ਚੋਂ 10 ਆਪ ਰੱਖਦਾ ਤਾਂ 10 ਅੱਗੇ ਦੇ ਦਲਾਲੀ ਕਰਦੇ ਦਲਾਲ। ਉਹਨਾਂ ਦੇ ਬਾਬਾ ਜੀ ਅੱਜ ਬੱਚੇ ਸਮੇਕਾਂ ਤੇ ਲੱਗੇ ਜੀ। ਬੁਰੇ ਹਾਲ ਜੋ ਪਰਿਵਾਰਾਂ ਦੇ, ਉਹਨਾਂ ਪੁਲਿਸੀਆਂ ਦੇ ਵੀ ਬੁਰੇ ਹਾਲ, ਜਿਹਨਾਂ ਵੱਡੀਆਂ ਖਾਧੀਆਂ ਅੱਜ ਵੀ ਜਿਹੜੇ ਖਾਂਦੇ ਅੱਖੀ ਵੇਖੀਦਾ, ਉਹ ਬੁਰੇ ਹਾਲ ਜੋ ਉਹਨਾਂ ਦੇ, ਜਿਨ੍ਹਾਂ ਨੇ ਮਤਲਬ ਖਾੜਕੂ ਸਿੰਘਾਂ ਦੇ ਪਰਿਵਾਰਾਂ ਤੇ ਤਸ਼ੱਦਦ ਢਾਹੇ ਨੇ, ਉਹਨਾਂ ਪੁਲਿਸ ਅਫਸਰਾਂ ਦਾ ਵੀ ਅੱਜ ਬੁਰਾ ਹਾਲ ਹੈ। ਉਹਨਾਂ ਦਾ ਵੀ ਬੁਰਾ ਹਾਲ ਹੈ, ਜਿਹੜੇ ਅੱਜ ਵੀ ਖਾਂਦੇ ਉਹਨਾਂ ਨੂੰ ਵੀ ਵੇਖੀਦਾ ਵਾ, ਜਿਹੜੇ ਅੱਜ ਵੀ ਕਿਸੇ ਗਰੀਬ ਦਾ ਪੈਸਾ ਖਾਂਦੇ ਨਾ, ਕਿਸੇ ਦੀ ਜਗ੍ਹਾ ਤੇ ਕਬਜ਼ਾ ਹੋਇਆ ਜਾਂ ਕੋਤਰਾ ਜਾਂ ਕਿਸੇ ਦੇ ਨਜਾਇਜ਼ ਪਰਚਾ ਕਰਦੇ ਆ, ਉਹਨਾਂ ਦੇ ਵੀ ਪਰਿਵਾਰ ਮੈਂ ਅੱਜ ਵੇਖਣ ਡਿਆ ਕਿ ਬੁਰੇ ਹਾਲ ਹੈ। ਉਦੋਂ ਤਾਂ ਜਿਹੜੇ ਹੁਣੇ ਉਹ ਸ਼ਹੀਦਾਂ ਦੇ ਪੈਸੇ ਪਰਿਵਾਰਾਂ ਦੇ ਖਾਧੇ ਸੀ ਜਾਂ ਯੋਧਿਆਂ ਦੇ ਪੈਸੇ ਖਾਧੇ ਸੀ, ਉਹ ਤੇ ਹੈਗਾ ਹੀ ਹੈਗਾ ਵਾ। ਉਹ ਤਾਂ ਬੁਰੇ ਹਾਲ ਕਰਾਂ, ਮੱਖੀਆਂ ਬੈਂਡੀਆਂ ਮੱਲੀ ਜਿਹਨੇ ਸਾਡਾ ਬੁਰਾ ਹਾਲ ਕੀਤਾ। ਇਹ ਮੱਲੀ ਕੋਈ ਪੁਲਿਸ ਅਫਸਰ ਸੀ? SHO ਹੀ ਇੱਥੇ ਸਾਡੇ ਲੱਗਾ, SHO ਮੱਲੀ। ਇਹਦੀ ਬਾਬਤ ਵੀ ਸੁਣਿਆ ਵੀ ਬਹੁਤ ਜ਼ਾਲਮ, ਬੜਾ ਜ਼ਾਲਮ ਅਫਸਰ ਸੀ, ਤੇ ਬੜਾ ਬੁਰਾ ਹਾਲ ਇਹਨੇ, ਬਹੁਤਾ ਜ਼ਿਆਦਾ ਕੁੱਟਣਾ ਦਾ ਬੜਾ ਕੁਝ ਕਰਨਾ ਇਹਨੇ,
ਬਹੁਤ ਜ਼ਿਆਦਾ ਬੁਰਾ ਹਾਲ ਕਰਦਾ ਹੁੰਦਾ ਸੀ ਤੇ ਇਹ ਵੀ ਆ ਗਏ ਬੁਰੇ ਹਾਲ ਇਹਦੇ ਪਰਿਵਾਰ ਦੇ, ਧੀਆਂ ਜਿਹੜੀਆਂ ਉਹ ਕਿਸੇ ਬੰਨੇ ਪੁੱਤ ਕਿਸੇ ਬੰਨੇ ਬੁਰੇ ਹਾਲ ਹੈ, ਮਤਲਬ ਘਰ ਦੇ ਵਿੱਚ ਨਛੱਤਰ ਪੈਂਦੇ ਰਿਹਾ। ਪੰਥ ਦੇ ਅੰਦਰ ਐਡੀ ਵੱਡੀ ਜਿਹੜਾ ਇਹ ਸੰਘਰਸ਼ ਚੱਲਿਆ, ਮਤਲਬ ਉਸ ਵਕਤ ਇਹਨੂੰ ਢਾਹ ਲਾਉਣ ਵਾਲੇ ਜਿਨ੍ਹਾਂ ਨੂੰ ਆਪਾਂ ਗੱਦਾਰ ਕਹਿ ਲਈਏ, ਕੁਛ ਗੱਦਾਰੀ ਚਿਹਰੇ ਜਿਹੜੇ ਨੇ, ਉਹ ਗਦਾਰ ਇਸ ਤਰ੍ਹਾਂ ਹੀ ਹੁੰਦੇ ਸੀ ਜੀ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵਾ ਕਿ ਉਹ ਗਦਾਰ ਹੀ ਹੁੰਦੇ ਸੀ ਜਿਹੜੇ ਵਿੱਚ ਜਿੱਦਾਂ ਹੁਣ ਆਮ ਸਾਨੂੰ ਸਾਡੇ ਸਿੰਘ ਜਾਂਦੇ ਜਾਂ ਪਰਿਵਾਰ ਸਾਡਾ ਜਾਂਦਾ, ਕੋਈ ਜਿੱਦਾਂ ਸਾਡੇ ਸਿੰਘ ਜਾਂਦੇ ਵੇਖ ਲੈਣੇ ਤੇ ਉਹ ਕੁੜੀ ਜੀ ਫੋਨ ਆ ਗਏ, ਉਦੋਂ ਫੋਨ ਨਹੀਂ ਹੁੰਦੇ, ਭੱਜ ਗਿਆ ਕਿ ਥਾਣੇ ਦੱਸ ਦੇਣਾ ਵੀ ਆਹ ਫਲਾਣੇ ਘਰ ਦੇ ਫਲਾਣੇ ਬੈਗ ਤੇ ਬੈਠਾ ਉਹ ਫਲਾਣਾ ਸਿੰਘ, ਉਹਨੇ ਸ਼ਾਬਾਸ਼ ਦੇਣੀ, ਉਹਨੇ ਥੋੜੇ ਬਹੁਤੇ ਉਹਨੇ ਸਿੱਚੋਂ ਨੇ ਪੈਸੇ ਦੇ ਦੇਣੇ ਵੀ ਉਹਦੀ ਫੀਤੀ ਵਧਣੀ ਹੁੰਦੀ। ਉਹ ਇਹ ਚੀਜ਼ ਦੀਆਂ ਗਦਾਰੀਆਂ ਫਿਰ ਉਹਦੀ ਚੱਲਦੀ ਹੁੰਦੀ ਥਾਣੇ 'ਚ, ਜਦੋਂ ਕਿਉਂਕਿ ਉਹ ਮੁਖਬਰੀ ਕਰਦਾ ਹੁੰਦਾ ਸੀ, ਉਹਨੇ ਤੈਨੂੰ ਫੜਾ ਲੈਣਾ ਆਪੇ ਹੀ ਤੇ ਆਪੇ ਹੀ ਜਾ ਕੇ ਪ੍ਰਧਾਨ ਬਣ ਜਾਣਾ ਤੇ ਆਪੇ ਹੀ ਛਡਾ ਲੈਣਾ ਪੈਸੇ ਦੇ ਕੇ ਵੀ ਇੰਨੇ ਪੈਸੇ ਲੱਗਣੇ, ਪਰਿਵਾਰ ਨੂੰ ਕਹਿਣਾ ਵੀ ਮੈਂ ਚੱਲਦਾ ਛਡਾਉਣੇ ਆ, ਆਪੇ ਹੀ ਮੈਂ ਰੱਜੀ ਬੁੱਝੀ, ਆਪੇ ਹੀ ਮੇਰੇ ਬੱਚੇ ਜੀਣ, ਆਪੇ ਹੀ ਫੜਾ ਲੈਣਾ ਤੇ ਆਪੇ ਹੀ ਜਾ ਕੇ ਛਡਾ ਲੈਣਾ। ਦੋਨੋਂ ਪਾਸੇ ਦੋਵੇਂ ਬੰਨੇ ਹੀ ਤੇ ਅੱਧੇ ਪੈਸੇ ਉਧਰੋਂ ਸੱਜਣ ਨੂੰ ਦੇ ਦੇਣੇ, ਅੱਧੇ ਆਪ ਖਾ ਲੈਣੇ, ਜੇ ਮੁੰਡਾ ਕੋਈ ਦੇਖਣਾ ਤਾਂ ਉਹਨੂੰ ਫੜਾ ਲੈਣਾ। ਮਤਲਬ ਕਈ ਮਾਰੇ ਵੀ ਗਏ ਉਦੋਂ, ਜਿਨ੍ਹਾਂ ਦਾ ਪਤਾ ਲੱਗ ਗਿਆ ਫਿਰ ਠੋਕੇ ਵੀ ਉਹਨਾਂ ਮੌਤ ਦੇ ਵਿੱਚ ਯੋਧੇ ਨੇ, ਸਿੰਘਾਂ ਨੇ। ਮਤਲਬ ਜਿਹੜੇ ਟਾਊਟ ਸੀਗੇ ਤੁਹਾਡੇ ਇੱਥੇ ਅੰਮ੍ਰਿਤਸਰ ਦਾ, ਜਦੋਂ ਅਸੀਂ ਇੰਟਰਵਿਊ ਕਰਦੇ ਹਾਂ ਤਾਂ ਉਹਦੇ ਵਿੱਚ ਜ਼ਿਕਰ ਆਉਂਦਾ, ਕਈ ਪਰਿਵਾਰਾਂ ਨੇ ਕੀਤਾ ਵੀ ਕੋਈ ਇੱਥੋਂ ਦਾ ਇੱਕ ਟਾਊਟ ਸੀ, ਮੁਖਬਰ ਸੀ, ਦਲਵੀਰਾ ਅੰਮ੍ਰਿਤਸਰ ਬੜਾ, ਉਹ ਵੀ ਦਲਵੀਰਾ ਬੜੇ ਮੁੰਡੇ ਮਰਾਏ ਨੇ, ਦਲਵੀਰੇ ਟਾਊਟ ਨੇ, ਹਾਂ ਬੜਾ ਮੁੰਡਾ ਸ਼ਹੀਦ ਕਰਾਇਆ ਉਹਨੇ, ਬਹੁਤ ਜ਼ਿਆਦਾ ਕਾਂਡ ਕੀਤਾ ਕੌਮ ਦਾ। ਕੀ ਉਹ ਵੀ ਪਹਿਲਾਂ ਖਾੜਕੂ ਸਫਾ ਚ ਸੀ? ਆ ਵਿੱਚ ਰਿਹਾ ਸੀ ਉਹ ਵੀ, ਵਿੱਚ ਮਤਲਬ ਰੱਖਦਾ ਰਿਹਾ, ਹਾਂ ਪੈਰ ਰੱਖਦਾ ਸੀ ਮੜਾ ਤੇ ਇੱਕ ਕੈਟ ਦੇ ਤੌਰ ਤੇ, ਹਾਂ ਕੇਡ ਦੇ ਤੌਰ ਤੇ, ਮਤਲਬ ਇਹ ਜਿਹੜੇ ਵਿੱਚ ਵਿਚਰ ਕੇ ਤੇ ਫਿਰ ਇਹ ਕੰਮ ਜਿਹੜਾ ਪਿੱਠ ਪਿੱਛੋਂ ਮਰਵਾਉਣਾ ਜਾਂ ਪਿੰਨਾ ਕੱਟਣਾ ਜਾਂ ਕਿ ਇਹਨੂੰ ਆਪਣਾ ਬੈਗ ਦੇਖਣਾ, ਉੱਥੇ ਸਵਾ ਕੇ ਉੱਥੋਂ ਜਾ ਕੇ ਪੁਲਿਸ ਨੂੰ ਦੱਸ ਦੇਣਾ। ਜਿਵੇਂ ਆਪ ਜੀ ਨੇ ਜ਼ਿਕਰ ਕੀਤਾ ਵੀ ਭਾਈ ਯੁਵਰਾਜ ਸਿੰਘ ਤੂਫਾਨ ਦੀ ਇਕੱਲੀ ਗਨ ਦੀ ਪਿੰਨ ਨਹੀਂ ਸੀ ਕੱਢੀ, ਬੜੇ ਇਹੋ ਜਿਹੇ ਬਹੁਤ ਨੇ, ਉਹਨਾਂ ਚੋਂ ਕੁਝ ਦੇ ਨਾਮ ਯਾਦ ਨੇ? ਨਹੀਂ ਮੈਨੂੰ ਨਹੀਂ ਯਾਦ, ਉਦੋਂ ਸਾਡੇ ਪਿਤਾ ਜੀ ਦਾ ਅਸੀਂ ਛੋਟੇ ਹਾਂ, ਦੱਸਦੇ ਹੁੰਦੇ ਫਲਾਣੇ ਦੀ, ਉਦੋਂ ਫਲਾਣੇ ਦਾ ਪੈ ਯਾਰ ਉਹਦੀ ਪਿੰਨ ਕਰ ਲਈ ਆਪਣੇ ਪਤੇ ਦੀ, ਉਹ ਇਦਾਂ ਸ਼ਹੀਦ ਕਰਤਾ। ਹੁਣ ਸਾਨੂੰ ਨਹੀਂ, ਉਦੋਂ ਨਿਆਣੇ ਨਹੀਂ ਗੱਲਾਂ ਦਾ ਪਤਾ, ਸਾਡੇ ਲਾਗੇ ਗੱਲਾਂ ਕਰਦੇ ਹੁੰਦੇ ਕਾਲਜ ਜੀ ਤੋਂ ਨਹੀਂ ਸਾਰੇ। ਤੇ ਬਾਕੀ ਤੁਸੀਂ ਇੱਕ ਗੱਲ ਹੁਣੇ ਕਰਨ ਦੇ ਹੋ, ਪਹਿਲਾਂ ਗੱਲਾਂ ਬੈਠਿਆ ਕੀਤੀ ਕਿ ਤੁਹਾਨੂੰ ਕਿਸੇ ਵੱਡੀ ਜਥੇਬੰਦੀ ਨੇ ਸਨਮਾਨ ਦੇਣਾ, ਕੀ ਗੱਲ ਤੋਂ ਮੈਨੂੰ ਇਹ ਤੋਂ ਪਹਿਲਾਂ ਕਰਦੇ ਹਾਂ ਬਈ, ਮਤਲਬ ਜਿਹੜੀ ਤੁਹਾਡਾ ਪਰਿਵਾਰ ਹੈ ਵੀ ਤੁਹਾਡੇ ਪਰਿਵਾਰ ਨੂੰ ਕਿਸੇ ਪੰਥ ਦੀ ਨੁਮਾਇੰਦਾ ਜਥੇਬੰਦੀ ਨੇ ਜਾਂ ਸਾਡੀਆਂ ਧਾਰਮਿਕ ਸੰਸਥਾਵਾਂ ਨੇ, ਸੁਸਾਇਟੀਆਂ ਨੇ, ਜਾਂ ਜਿਹੜੀ ਆਪਣੇ ਆਪ ਨੂੰ ਪੰਥ ਦੀ ਨੁਮਾਇੰਦਾ ਜਥੇਬੰਦੀ ਅਖਵਾਉਂਦੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਨਾਂ ਦੇ ਕਿਸੇ ਪ੍ਰਧਾਨ ਨੇ, ਕਿਸੇ ਆਗੂ ਨੇ, ਕਿਸੇ ਮੈਂਬਰ ਨੇ ਕਦੇ ਸਨਮਾਨਿਤ ਕੀਤਾ? ਬਿਲਕੁਲ ਕੀਤਾ। ਇਹ ਅਸੀਂ 328 ਸਰੂਪ ਦਾ ਮੋਰਚਾ ਲਾਇਆ ਹੈ ਜੀ, ਜਥਾ ਸਿਰਲਤ ਖਾਲਸਾ ਨੇ, ਕੁਝ ਸਮਾਂ ਪਹਿਲਾਂ ਹੀ। ਹਾਂ ਪਹਿਲਾਂ ਥੋੜੇ ਜਿਹੇ ਸਾਲ ਦੀ ਗੱਲ ਹੈ। 328 ਸਰੂਪ ਦਾ ਮੋਰਚਾ ਲਾਇਆ ਹੈ। ਕੋਈ ਸਰਕਾਰ ਕਮੇਟੀ ਵਾਲੇ ਸਿੰਘ ਜੀ, ਬਲਜਿੰਦਰ ਸਿੰਘ ਪਰਵਾਨਾ ਰਾਜਪੁਰੇ ਵਾਲਾ, ਹਰਪ੍ਰੀਤ ਸਿੰਘ ਮੱਖੂ, ਇਹ ਕਾਫੀ ਸਿੰਘ ਜਿਹੜੇ ਪ੍ਰੋਫੈਸਰ 5 ਮੈਂਬਰੀ ਕਮੇਟੀ ਹਵਾਰੇ ਦੀ, ਪ੍ਰੋਫੈਸਰ ਬਲਜਿੰਦਰ ਸਿੰਘ ਜੀ, ਹਾਂ ਇਹ ਕਾਫੀ ਮਤਲਬ ਆਪਣਾ ਬਲਬੀਰ ਸਿੰਘ ਜੀ ਮੁਸ਼ਲ, ਮਨਜੀਤ ਸਿੰਘ ਝਬਾਲ, ਤਰਲੋਚਨ ਸਿੰਘ ਛੋੜ, ਇਹ ਸਾਰੇ ਆਪਣਾ ਇੱਕ ਸਿੰਘ ਹੈਗਾ ਮਾਲਮ, ਉਹ ਵੀ ਆਪਣਾ ਫਿਰੋਜ਼ਪੁਰ ਦਾ, ਇਹ ਸਾਰੇ ਸਿੰਘਾਂ ਨੇ ਰਲ ਕੇ ਜਿਹੜਾ ਮੋਰਚਾ ਇੱਕ ਲਾਇਆ ਸੀ ਉੱਥੇ, ਤੇ ਉਦੋਂ ਸਾਡਾ ਸਨਮਾਨ ਕੀਤਾ ਇਹਨਾਂ। ਅਸੀਂ ਇਹਨਾਂ ਨੂੰ ਹੱਥ ਜੋੜ ਕੇ ਪੁੱਛਦੇ ਹਾਂ ਜਾਂ ਤਾਂ ਸਾਨੂੰ ਮਹਾਰਾਜ ਦੇ ਸਰੂਪ 328 ਦੱਸ ਦਿਓ ਤੇ ਜਾਂ ਫਿਰ ਉਹਨਾਂ ਦੋਸ਼ੀਆਂ ਨੂੰ ਸਜ਼ਾ ਦੇ ਦਿਓ, ਕੋਈ ਤਰੀ ਕੇਸ ਪਾਓ। ਉਦੋਂ ਸਾਨੂੰ ਉੱਥੇ ਨਾ ਵੱਡਿਆ, ਵੇਖੋ ਆ ਵੱਡਿਆ, ਜਦੋਂ ਉੱਥੇ ਕਿਰਪਾਨਾਂ ਚੱਲੀਆਂ, ਟਾਸਕ ਫੋਰਸ ਨੇ ਹਮਲਾ ਕੀਤਾ ਸੀ। ਉਦੋਂ ਸਭ ਤੋਂ ਪਹਿਲਾਂ ਜਿਹੜੀ ਕਿਰਪਾਨ ਮੇਰੇ ਤੇ ਮਾਰੀ ਗਈ ਇੱਥੋਂ, ਆ ਵੇਖੋ ਵੱਡਿਆ ਨੇ, ਫੌਜੀ ਕੈਮਰੇ ਨੂੰ ਫੌਜੀ ਉਹਨੇ ਵੱਡਿਆ ਇੱਥੋਂ, ਆ ਕਾਫੀ ਪਾੜਾ ਪਿਆ ਸੀ ਇੱਥੇ। ਦੂਜੀ ਕਿਰਪਾਨ ਫਿਰ ਇੱਥੇ ਵੱਜੀ ਮੇਰੇ ਲੜਦਿਆਂ, 2 ਫਿਰ ਮੈਂ ਵੀ ਵੱਡੇ ਇੱਥੋਂ ਪਾੜੇ ਕਾਫੀ, ਫਿਰ ਮੈਂ ਵੀ ਕਿਰਪਾਨ, ਫਿਰ ਸਿੱਖ ਦਾ ਕੰਮ ਨਹੀਂ ਆ, ਫਿਰ ਵੀ ਵਾਰ ਜੇ ਕੋਈ ਕਰਦਾ ਪਹਿਲਾਂ ਤਾਂ ਅਸੀਂ ਕਰਦੇ ਨਹੀਂ, ਜੇ ਕੋਈ ਕਰਦਾ ਉਹਦਾ ਫਿਰ ਜਾਂਦੇ ਨਹੀਂ, ਫਿਰ ਉਹਦਾ ਜਵਾਬ ਦੇਣਾ ਸਿੱਖ ਦਾ ਬਣਦਾ, ਫਿਰ ਉਹ ਛੱਡਦੇ ਨਹੀਂ।
ਕੀਤੇ ਅਸੀਂ ਜੋ ਸਾਡੇ ਕੋਲ ਹੋਇਆ ਅਸੀਂ ਕੀਤਾ, ਜੋ ਉਹਨਾਂ ਕੋਲ ਹੋਇਆ। ਖੀਰ ਤੇ ਫਿਰ ਉਹ 3000 ਬੰਦਾ ਅਸੀਂ 3 ਰਹਿ ਗਏ ਜਿਆਦਾ ਸੈਲਤ ਖਾਲਸਾ ਵਾਲੇ ਸਰਕਾਰ ਕਮੇਟੀ ਵਾਲਿਆਂ ਨੂੰ ਤੇ ਸਾਰਿਆਂ ਨੂੰ ਲੈ ਕੇ ਕੁੱਟਦੇ। ਉਹਨਾਂ ਨੇ ਕਿਸੇ ਦੇ ਤਲਵਾਰ ਨਹੀਂ ਚੁੱਕੀ, ਕਿਉਂਕਿ ਉਹ ਪਹਿਲਾਂ ਐਲਾਨ ਕਰਦੇ ਕਿ ਆਪਾਂ ਕਿਸੇ ਨੂੰ ਫੁੱਲ ਨਹੀਂ ਮਾਰਨਾ। ਤੇ ਅਸੀਂ ਤਾਂ ਐਲਾਨ ਕੀਤਾ ਸੀ ਵੀ ਕੋਈ ਵੀ ਆਊ ਤਾਂ ਚੜ੍ਹ ਕੇ ਆਊ ਤਾਂ ਅਸੀਂ ਵੱਡਾ ਛੱਡਣਾ। ਅਸੀਂ ਪਹਿਲਾਂ ਸਟੇਜ ਤੇ ਬੋਲਿਆ ਵੀ ਅਸੀਂ ਨਹੀਂ ਕੁੱਟ ਖਾ ਸਕਦੇ, ਪਹਿਲਾਂ ਵਾਰ ਕਰਨਾ ਨਹੀਂ, ਇਹ ਖਾਲਸੇ ਦਾ ਕੰਮ ਨਹੀਂ। ਪਹਿਲਾਂ ਖਾਲਸਾ ਕਿਸੇ ਤੇ ਵਾਰ ਕਰਦਾ ਨਹੀਂ, ਜੇ ਤੇ ਜੇ ਕਰੇ ਤੇ ਫਿਰ ਖਾਲਸਾ ਛੱਡਦਾ ਵੀ ਨਹੀਂ, ਸੋਧਦਾ ਹੈ। ਇਹ ਸਾਡਾ ਇਤਿਹਾਸ ਗਵਾਹ ਹੈ। ਸਾਨੂੰ ਬੜਾ ਉਹਨਾਂ ਆਖਿਆ, ਭੂਰੇ ਨੇ ਵੀ, ਭੂਰੇ ਕੋਨੇ ਵਾਲੇ ਨੇ, ਦੂਜਿਆਂ ਨੇ ਵੀ, ਪਾਲੀ ਹੋਣਾ, ਖਾਪਰ ਕੈਰੀ ਹੋਣਾ, ਸਾਰਿਆਂ ਬੜਾ ਆਖਿਆ ਵੀ ਤੁਸੀਂ ਨਾ ਉਹ ਲੈ ਗਏ, ਅਸੀਂ ਤਾਂ ਤੁਸੀਂ ਤਿੰਨੇ ਜਣੇ ਏਦਾਂ। ਇੱਕ ਵਾਰ ਜਦੋਂ ਹਮਲਾ ਕਰਤਾ ਤਾਂ ਬਾਅਦ ਸਾਨੂੰ ਕਹਿੰਦੇ ਘੇਰ ਲਿਆ। ਸਾਨੂੰ ਘੱਟ ਤੋਂ ਘੱਟ 4000 ਬੰਦਾ ਹੈ ਟਾਸਕ ਫੋਰਸ ਦਾ, ਤਿੰਨਾਂ ਬੰਦਿਆਂ ਦੇ ਘੇਰੇ 4000 ਬੰਦਾ, 4000 ਕਿਰਪਾਨਾਂ ਵਾਲਾ ਤੇ ਡਾਂਗਾਂ ਵਾਲਾ। ਕਹਿੰਦੇ ਵੀ ਵੇਖ ਲਓ ਤੁਹਾਡੀ ਚੱਲਣੀ ਨਹੀਂ, ਤੁਸੀਂ ਵੱਢ ਲੈ ਜਿਹੜੇ ਵੱਢਣੇ, ਹੁਣ ਤੁਹਾਡਾ ਬੁਰਾ ਹਾਲ, ਤੁਸੀਂ ਘੇਰੇ ਜਾ ਕੇ ਜੋ ਸਾਰੇ ਤਿੰਨੇ ਤੁਸੀਂ ਘੇਰੇ 'ਚ ਜੋ, ਤਾਂ ਤੁਸੀਂ ਮੈਦਾਨ ਛੱਡ ਕੇ ਭੱਜ ਜਾਓ। ਮੈਦਾਨ ਛੱਡ ਕੇ ਭੱਜੋ। ਉਹ ਸਾਡੇ ਵੱਡ ਵਡੇਰੇ ਨਹੀਂ ਇਹ ਸਿਖਾਇਆ, ਸਾਡੇ ਖੂਨ ਦੇ ਵਿੱਚ ਹੀ ਨਹੀਂ ਇਹ ਚੀਜ਼ ਕਿ ਅਸੀਂ ਆਪਣਾ ਮੈਦਾਨ ਜਿਹੜਾ ਇਹ ਲੋਕ ਕੀ ਕਹਿਣਗੇ ਵੀ ਉਹਨਾਂ ਦੇ ਪੁੱਤ ਪੋਤਰਿਆਂ ਨੇ ਆਹ ਦਾਗ ਲਾਤਾ ਜਾ ਕੇ ਵੀ ਉਹ ਢੂਏ ਪੂਛ ਲੈ ਕੇ ਤੇ ਭੱਜ ਗਏ ਅੱਗੇ ਜਦੋਂ ਮੁਸੀਬਤ ਪਈ। ਆਇਆ ਮਿੱਤਰੋ ਗੱਲ ਏਦਾਂ ਵੀ ਜਾਂ ਤਾਂ ਸਾਨੂੰ ਮਾਰ ਦਿਓ ਤੇ ਜਾਂ ਸਾਡੇ ਕੋਲ ਮਰ ਜਾਓ, ਪਹਿਲਾਂ ਦੋ ਉਹੀ ਰਗਾਂ 'ਚ ਖੂਨ ਪਰਦਾਦੇ ਵਾਲਾ ਪਿਤਾ ਵਾਲਾ। ਇੱਕ ਬੰਨੇ ਤੇ ਅਸੀਂ ਸੁਣਦੇ ਆਉਂਦੇ ਆ ਵੀ ਗੁਰੂ ਸਾਹਿਬ ਨੇ ਬਾਣੀ 'ਚ ਵੀ ਕਿਹਾ ਸੂਰਾ ਸੋ ਪਹਿਚਾਨੀ ਜੋ ਲੜੇ ਦੀਨ ਕੇ ਪੁਰਜਾ ਪੁਰਜਾ ਕਬੂ ਨਾ ਛੱਡੇ ਖੇਤ। ਅਸੀਂ ਕਿੱਦਾਂ ਆਪਣਾ ਮੈਦਾਨ ਛੱਡ ਦਈਏ? ਫਿਰ ਕੀ ਤੁਸੀਂ 4000 3000 ਜੋ ਸਾਨੂੰ ਫਖਰ ਹੋਊ ਤੁਹਾਡੇ ਹੱਥੀਂ ਮਰਨਾ। ਮਤਲਬ ਜੋ ਤੁਹਾਡਾ ਜੱਥੇ ਦਾ ਨਾਂ ਰੱਖਿਆ ਗਿਆ ਉਹਨੂੰ ਸਾਰਥਕ ਕਰਕੇ ਵੀ ਦਿਖਾਤਾ ਤੁਸੀਂ। ਭਾਈ ਦਿਲਬਾਗ ਸਿੰਘ ਜੱਥਾ ਸਿਰ ਲੱਥ, ਮਤਲਬ ਸਿਰ ਲੈ ਜਾਊਗਾ, ਪਰ ਇਹ ਜਿਹੜੇ ਜੱਥੇ ਦਾ ਜਿਹੜਾ ਕੋਈ ਵੀ ਸਿੰਘ ਆ, ਭਾਵੇਂ ਆਗੂ ਆ, ਭਾਵੇਂ ਤੁਸੀਂ ਹੋ, ਵੀ ਉਹ ਪਛਾਣ ਨਹੀਂ ਹਟੂ। ਜਦੋਂ ਸਿੰਘਾਂ ਨੇ ਇੱਕ ਸਿੰਘ ਨੇ ਮਾੜੀ ਜਿਹੀ ਢਿੱਲ ਵਿਖਾਈ, ਕਹਿੰਦਾ ਕਿੱਦਾਂ ਮਾਹੋ ਸੂਰਮੇ ਦਾ ਕੰਮ ਨਹੀਂ, ਮੈਦਾਨ ਛੱਡ ਕੇ ਭੱਜਣਾ। ਮੈਂ ਉਹ ਕਾਇਮ ਹੋ ਗਿਆ। ਉਹ ਫਿਰ ਕਹਿੰਦਾ ਬਾਬਾ ਗੱਲ ਹੀ ਕੋਈ ਨਹੀਂ। ਮਤਲਬ ਗੱਲ ਇਹ ਵੀ ਜੇ 100 ਸ਼ੇਰ ਦੀ ਇੱਕ ਭੇਡ ਗਵਾਹੀ ਕਰੇ ਤਾਂ 100 ਸ਼ੇਰ ਨੂੰ ਹਰਾ ਦਿੰਦੀ ਆ, ਤੇ 100 ਭੇਡ ਦੀ ਇੱਕ ਸ਼ੇਰ ਗਵਾਹੀ ਕਰੇ ਤੇ 100 ਭੇਡ ਨੂੰ ਜਿਤਾ ਦਿੰਦਾ। ਬਹੁਤ ਵੱਡੀ ਗੱਲ ਲਲਕਾਰ ਦੀ, ਗੱਲ ਜਜ਼ਬੇ ਦੀ, ਤੇ ਗੱਲ ਜੁਰਤ ਦੀ ਹੁੰਦੀ ਵੀ ਜਰਨੈਲ ਕਿੱਦਾਂ ਦਾ। ਜਰਨੈਲਾਂ ਕਰਕੇ ਕਈ ਫੌਜਾਂ ਆ ਰਹੀਆਂ, ਜਰਨੈਲਾਂ ਕਰਕੇ ਕਈ ਫੌਜਾਂ ਆ ਵੇਖੋ ਆ ਤਾਲੀਬਾਨ ਚ ਹੁਣ ਦੇਖੋ ਕੀ ਬਣਿਆ। ਉਹ ਜਰਨੈਲ ਹੀ ਮਾਰਾ ਹੀ ਭੱਜ ਗਿਆ, ਛੱਡ ਕੇ ਕੀ ਆ ਅਮਰੀਕਾ ਭੱਜ ਕੇ ਛੱਡ ਆ ਇੱਥੇ ਹੁਣ ਜਿਹੜਾ ਉਹਨਾਂ ਕੀਤਾ ਵਾ ਦੂਜਾ ਤਾਲੀਬਾਨ ਵਾਲੇ ਨੇ ਅਫਗਾਨਿਸਤਾਨ ਭੱਜ ਗਿਆ ਨਾ। ਆਗੂ ਮਰਦ ਹੁੰਦਾ, ਜਿਗਰੇ ਵਾਲਾ ਹੁੰਦਾ, ਤੇ ਕਹਿੰਦਾ ਜਾਂ ਮਰ ਜਾਓ ਜਾਂ ਮਾਰ ਦੋ, ਜੋ ਦੇ ਭੱਜਣਾ ਨਹੀਂ। ਪਰ ਉਹ ਤਾਂ ਗਿੱਧੀ ਬਣ ਕੇ ਕਾਇਰ ਬਣ ਕੇ ਭੱਜ ਗਿਆ ਤੇ ਬੁਜ਼ਦਿਲ ਬਣ ਕੇ ਇਤਿਹਾਸ ਦੇ ਵਿੱਚ ਲਿਖਿਆ ਗਿਆ। ਤੇ ਉਹਨਾਂ ਯੋਧਿਆਂ ਦਾ ਲਿਖਿਆ ਗਿਆ ਜਿਨ੍ਹਾਂ ਨੇ ਕਬਜ਼ਾ ਕਰ ਲਿਆ। ਚੇਤਨਾ ਜ਼ਰੂਰੀ ਨਹੀਂ, ਮੈਦਾਨ 'ਚ ਖੜਨਾ ਜ਼ਰੂਰੀ ਹੁੰਦਾ। ਜਿੱਤਣਾ ਜ਼ਰੂਰੀ ਨਹੀਂ, ਮੈਦਾਨ 'ਚ ਖੜਨਾ ਜ਼ਰੂਰੀ ਹੁੰਦਾ ਹੈ। ਜਿਹੜਾ ਮੈਦਾਨ 'ਚ ਖੜ ਗਿਆ ਉਹਦੀ ਜਿੱਤ ਵੀ ਫਿਰ ਨਿਸ਼ਚੈ, ਉਹ ਸ਼ਹੀਦ ਵੀ ਹੋ ਜਾਏ ਤਾਂ ਉਹਦੀ ਜਿੱਤ ਆ। ਫਿਰ ਉਹ ਮਹਾਰਾਜ ਨੇ ਕਿਹਾ ਨਾ, ਦੇਹ ਸ਼ਿਵਾਵਰ ਮੋਹੇ ਇਹ ਹੈ, ਸ਼ੁਭ ਕਰਮਨ ਤੇ ਕਬਹੂ ਨਾ ਡਰੋ, ਨਾ ਡਰੋ ਵਰ ਸੋ ਜਬ ਜਾਏ ਲਰੋ। ਮਤਲਬ ਨਿਸ਼ਚੈ ਕਰ ਆਪਣੀ ਜੀਤ ਕਰੋ, ਹਨਾ। ਫਿਰ ਨਿਸ਼ਚੈ ਕਰਕੇ ਜਿਹੜਾ ਸਿੰਘ ਹੈ ਉਹ ਆਪਣੀ ਜਿੱਤ ਕਰਦਾ। ਬਿਲਕੁਲ ਇਹ ਕਹਿੰਦੇ ਨੇ ਜਿਹੜਾ ਜਿੱਤਣਾ ਜ਼ਰੂਰੀ ਨਹੀਂ, ਪਰ ਮੈਦਾਨ ਵਿੱਚ ਖੜਨਾ ਬੜਾ ਜ਼ਰੂਰੀ ਹੈ। ਜਿਹੜਾ ਮੈਦਾਨ 'ਚ ਖੜ ਗਿਆ ਭਾਈ ਦਿਲਬਾਗ ਸਿੰਘ ਦੀ, ਫਿਰ ਉਹਦੀ ਜਿੱਤ ਨਹੀਂ। ਫਿਰ ਜੀ ਕੀ ਹੋਇਆ ਸਾਡੇ ਤੇ ਇਹਨਾਂ ਨਾਲ ਇੱਕਦਮ ਫਿਰ ਅਟੈਕ ਕਰਤਾ। ਸਾਡੇ ਡਾਂਗਾਂ ਲੰਮੀਆਂ ਨਾ 6-6 ਫੁੱਟੀਆਂ ਆਉਂਦੀਆਂ। ਕਿਰਪਾਨ ਨਾਲ ਵਾਰ ਨਹੀਂ ਚੱਲਿਆ ਕਿਉਂਕਿ ਸਮਾਂ ਅਸੀਂ ਕਰਦੇ। ਫਿਰ ਡਾਂਗ ਕਿਰਪਾਨ ਨਾਲ ਕੀਤੀ। ਫਿਰ ਜਦੋਂ ਪਹਿਲੇ ਇੱਕਦਮ ਜਦੋਂ ਅਟੈਕ ਕੀਤਾ, ਇੱਕ ਸਾਈਡ ਤੋਂ ਮੇਰੇ ਤੇ ਕਰਤਾ, ਮੇਰੇ ਸਿਰ 'ਚ ਵੱਜ ਗਈ। 3 ਡਾਂਗਾਂ ਮੇਰੇ ਸਿਰ 'ਚ ਵੱਜੀਆਂ ਤਾਂ ਮੈਨੂੰ ਨਹੀਂ ਪਤਾ ਲੱਗਾ, ਮੈਂ ਬੇਹੋਸ਼ ਹੋ ਗਿਆ। ਫਿਰ ਦੱਸਦੇ ਸਿੰਘ ਕਹਿੰਦੇ ਵੀ ਆਹ ਮੁੱਠੀ ਤੇਰੀ ਕਿਰਪਾਨ 'ਚੋਂ ਨਿਕਲਦੀ ਨਹੀਂ, ਟੁੱਟਦੀ ਨਹੀਂ, ਆਹ ਗੁੱਟ ਮੇਰਾ ਤੋੜਿਆ। ਫਿਰ ਸਿਰ 'ਚ ਡਾਂਗਾ ਵੱਜਣ ਦੇ ਬਾਅਦ ਹਾਂ ਬੇਹੋਸ਼ ਹੋਏ ਤੇ ਵੀ ਮੁੱਠੀ ਨਹੀਂ ਛੁੱਟਦੀ। ਆਹ ਫਿਰ ਤੋੜਿਆ ਮੇਰਾ ਗੁੱਟ ਨਾਲ, ਗੋਡਾ ਵੀ ਟੁੱਟਾ, ਇਹ ਵੀ ਟੁੱਟਾ, ਆ ਵੀ ਵੱਡਿਆ, ਆ ਵੀ ਗਿਆ ਤੇ ਆ ਵੀ ਟੁੱਟਾ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਦਾ ਜ਼ੁਲਮ। ਅਸੀਂ ਗੱਲਾਂ ਕਰਦੇ ਆ
ਪੰਜਾਬ ਪੁਲਿਸ ਨੇ ਤਸ਼ੱਦਦ ਢਾਇਆ, ਪਰ ਜਿਹੜੀ ਪੰਥ ਦੀ ਨੁਮਾਇੰਦਾ ਜਥੇਬੰਦੀ ਅਖਵਾਉਂਦੀ ਹੈ ਆਪਣੇ ਆਪ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦੇ ਮੁਲਾਜ਼ਮ, ਉਹਦੀ ਜਿਹੜੀ ਟਾਸਕ ਫੋਰਸ ਹੈ, ਉਹਨੇ ਇੱਕ ਸ਼ਹੀਦ ਪਰਿਵਾਰ ਦੇ ਜੀ ਦਾ, ਭਾਈ ਦਿਲਬਾਗ ਸਿੰਘ ਜੀ ਦਾ, ਉਸੇ ਟਾਸਕ ਫੋਰਸ ਨੇ ਗੁੱਟ ਵੀ ਤੋੜਿਆ ਔਰ ਇੱਥੇ ਗੁੱਟ ਦੇ ਉੱਪਰ ਵੀ ਕਿਰਪਾਨ ਮਾਰੀ, ਸਿਰ 'ਚ ਡਾਂਗਾ ਮਾਰੀਆਂ। ਤੇ ਉਹ ਗੱਲ ਬਿਲਕੁਲ ਸਿੱਧ ਹੋ ਰਹੀ ਹੈ ਵੀ ਜੇ ਸਿੰਘ ਸਿੰਘ ਨੂੰ ਨਾ ਮਾਰੇ ਤਾਂ ਕੌਮ ਕਦੇ ਨਾ ਹਾਰੇ। ਇਹ ਆਹੀ ਮਾਰ ਪੈ ਰਹੀ ਹੈ ਸਰ। ਬਿਲਕੁਲ ਜੀ। ਫਿਰ ਜੀ ਕੀ ਕੀਤਾ ਉਹਨਾਂ, ਮੇਰਾ ਦਮਾਲਾ ਲੈ ਗਿਆ, ਉਹਨਾਂ ਕੇਸਾਂ ਤੋਂ ਫੜ ਲਿਆ, ਕਕਾਰ ਮੇਰੇ ਲਾਹ ਤੇ ਨੱਪਾ ਤੋੜਤਾ, ਕਤਰਾ ਤੋੜਤਾ ਮੇਰਾ ਟਾਸਕ ਫੋਰਸ ਵਾਲਾ। ਹਾਂ, ਤੋੜਤਾ ਸਾਰਾ। ਇੱਕ ਪਾਸੇ ਅਸੀਂ ਕਹਿੰਦੇ ਆ ਵੀ ਪੰਜਾਬ ਪੁਲਿਸ ਨੇ ਸਿੰਘ ਪਕੜੇ, ਜਦੋਂ ਤਸ਼ੱਦਦ ਢਾਇਆ ਤਾਂ ਉਹਨਾਂ ਨੂੰ ਉਹਨਾਂ ਦੇ ਕਕਾਰ ਉਤਾਰ ਦਿੱਤੇ, ਪਰ ਦੂਸਰੇ ਪਾਸੇ ਉਹੀ ਜਿਹੜੇ ਜਿਨ੍ਹਾਂ ਦਾ ਭੇਖ ਤੇ ਹੈ ਸਿੱਖੀ ਵਾਲਾ, ਸਿੱਖੀ ਸਰੂਪ ਚ ਨੇ ਜਿਹੜੇ ਟਾਸਕ ਫੋਰਸ ਵਾਲੇ, ਪਰ ਉਹਨਾਂ ਨੇ ਇੱਕ ਸਿੱਖ ਦੇ ਕਕਾਰ ਉਤਾਰੇ। ਕਿ ਇਹਦਾ ਜਵਾਬ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਾਸ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਇਸ ਗੱਲ ਦਾ ਜਵਾਬ ਦੇ ਸਕਦੀ ਹੈ ਬਈ ਤੁਹਾਡੀ ਹੀ ਟਾਸਕ ਫੋਰਸ ਨੇ ਇੱਕ ਸਿੰਘ ਦੇ ਕਕਾਰ ਉਤਾਰੇ, ਤੇ ਕੀ ਇਹ ਗੁਨਾਹ ਨਹੀਂ, ਕੀ ਇਹ ਅਪਰਾਧ ਨਹੀਂ? ਇਹ ਤੋਂ ਵੱਡਾ ਦੋਸ਼ ਕੀ ਹੋ ਸਕਦਾ ਹੈ? ਜਿਨ੍ਹਾਂ ਨੇ ਕਕਾਰ ਉਤਾਰੇ, ਕੀ ਤੁਸੀਂ ਉਹਨਾਂ ਨੂੰ ਤਲਬ ਕੀਤਾ? ਕੀ ਤੁਸੀਂ ਉਹਨਾਂ ਨੂੰ ਕੋਈ ਬਣਦੀ ਸਜ਼ਾ ਦਿੱਤੀ? ਜੇ ਨਹੀਂ ਤੇ ਕਿਉਂ ਨਹੀਂ ਦਿੱਤੀ? ਤੇ ਹੁਣ ਸਜ਼ਾ ਦਿਓ ਤਾਂ ਕਿ ਉਹ ਸਜ਼ਾ ਦੇ ਹੱਕਦਾਰ ਨੇ। ਫਿਰ ਜੀ ਕੀ ਕੀਤਾ ਇਹਨਾਂ, ਜਦੋਂ ਮੈਨੂੰ ਕੇਸਾਂ ਤੋਂ ਫੜ ਕੇ ਧੋਇਆ ਤੇ ਫਿਰ ਇਹਨਾਂ 4 ਬੰਦੇ ਕਹਿੰਦੇ ਵੀ ਡਾਂਗਾਂ ਵਾਲੇ ਜਿਹੜੇ ਤੇਰੀਆਂ ਲੱਤਾਂ ਤੋੜਨੇ, ਚੂਰ ਆਪਣੇ ਆਪ ਨੂੰ ਮੇਰੀਆਂ ਲੱਤਾਂ ਕਰਤੀਆਂ ਚੂਰ। ਬਜ਼ੁਰਗ ਲਾ ਕੇ ਖਲੋਤਾ ਹੈ ਕੋਈ, ਉਹਨੇ ਜਦੋਂ ਮੈਨੂੰ ਤੀਜੇ ਦਿਨ ਵੇਖਿਆ ਆਪਣੀਆਂ ਲੱਤਾਂ ਤੇ ਖੜਿਆ ਤੇ ਉਹਨੇ ਮੈਨੂੰ ਆ ਕੇ ਜੱਫੀ ਖਾ ਲਈ। ਉਹਨੇ ਕਿਹਾ ਸਿੰਘਾ, ਗੁਰੂ ਨਾਨਕ ਹਸਪਤਾਲ में ਦੂਜੇ ਸਿੰਘਾਂ ਦਾ ਪਤਾ ਲੈਣ ਗਿਆ, ਕਹਿੰਦਾ ਸਿੰਘਾ ਵੀ ਜਿਹੜਾ ਹਾਲ ਮੈਂ ਤੇਰਾ ਵੇਖਿਆ ਮੈਂ ਹੋਰ ਸਿੰਘਾਂ ਦਾ ਨਹੀਂ ਵੇਖਿਆ, ਜਿਹੜਾ ਹਾਲ ਮੈਂ ਤੇਰੀਆਂ ਲੱਤਾਂ ਦਾ ਵੇਖਿਆ ਨਾ, ਤੇ ਇਹ ਗੁਰੂ ਰਾਮਦਾਸ ਜੀ ਦੀ ਬੜੀ ਜ਼ਿਆਦੀ ਤੇਰੇ ਤੇ ਕਿਰਪਾ ਵਾ। ਜਿੱਦਾਂ ਡਾਂਗਾ ਵੱਜਣ ਡੀਆਂ ਸੀ 6-6 ਫੁੱਟੀਆਂ ਤੇਰੀਆਂ ਲੱਤਾਂ ਤੇ, ਮੈਂ ਤਾਂ ਨਾ ਵੀ ਗੋਡੇ ਤੱਕ ਨਹੀਂ ਰਹੀ, ਕੋਈ ਚੁੱਪਣੀ ਤੱਕ ਨਹੀਂ ਰਹੀ, ਚੂਰ ਹੋ ਗਿਆ ਸਭ ਕੁਝ। ਤੂੰ ਆਪਣੀਆਂ ਲੱਤਾਂ ਤੇ ਕਿੱਦਾਂ ਖੜਾ? ਤੇ ਇਹ ਉਹਦੀ ਕਿਰਪਾ, ਸਤਿਗੁਰ ਦੀ ਸੱਚੇ ਹਾਂ। ਉਹਨੇ ਹੱਥ ਰੱਖਦੇ ਜਦੋਂ ਡਾਂਗਾ ਮਾਰਦੇ ਤੇ ਗੁਰੂ ਸਾਹਿਬ ਨੇ ਝੱਲੀਆਂ। ਤੇ ਜਿਹੜੀ ਗੱਲ ਇਹਨਾਂ ਦੇ ਸਨਮਾਨ ਦੀ ਕਰਦੇ ਆ, ਸਨਮਾਨ ਬੜਾ ਸੋਹਣਾ ਇਹਨਾਂ ਕੀਤਾ। ਸਾਡੀਆਂ ਭੈਣਾਂ ਧੀਆਂ ਵੀ ਸੀ, ਉਹਨਾਂ ਨੂੰ ਵੀ ਕੇਸੋਂ ਫੜ ਕੇ ਧੋਇਆ, ਕਕਾਰ ਰੋਲੇ, ਤੇ ਉਹਨਾਂ ਨੂੰ ਥੁੱਕ ਕੇ ਕਹਿਣ ਚੱਟ, ਇਹ ਸ਼੍ਰੋਮਣੀ ਕਮੇਟੀ ਵਾਲੇ ਥੁੱਕ ਕੇ ਕਹਿਣ, ਦਮਾਲੇ ਵਾਲੀ ਭੈਣ ਮਨਿੰਦਰ ਕੌਰ ਆ, ਉਹਨੂੰ ਕਹਿਣ ਵੀ ਅਸੀਂ ਉਹਦੀਆਂ ਬੀਬੀਆਂ ਜਿਹੜੀਆਂ ਉੱਥੋਂ ਦੀਆਂ ਸ਼੍ਰੋਮਣੀ ਕਮੇਟੀ ਨੇ ਥੁੱਕੀ ਆ ਤੇ ਉਹਦੀਆਂ ਚਾਟੇ ਨੂੰ। ਮਤਲਬ ਇਹ ਜ਼ੁਲਮ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਦਾ। ਅਸੀਂ ਉਹਨਾਂ ਜ਼ਾਲਮ ਅਫਸਰਾਂ ਨੂੰ ਵੀ ਚੇਤੇ ਕਰਦੇ ਆ ਜਿਹੜੇ ਜ਼ਾਲਮ ਅਫਸਰਾਂ ਨੇ ਕਹਿਰ ਢਾਇਆ, ਭਾਵੇਂ ਉਹ ਖੂਬੀ ਰਾਮ ਸੀ, ਭਾਵੇਂ ਉਹ ਸੂਬਾ ਸਿੰਘ ਇੰਸਪੈਕਟਰ ਸੀ ਜਿਹੜਾ ਆਪਣੇ ਆਪ ਨੂੰ ਸੂਬਾ ਸਰਹੰਦ ਕਹਾਉਂਦਾ ਸੀ। ਕਿ ਮੁਗਲਿਆ ਹਕੂਮਤ ਦੇ ਨਾਲੋਂ ਇਹ ਵੱਧ ਜ਼ੁਲਮ ਨਹੀਂ ਕੀਤਾ? ਪਰ ਕੀਤਾ ਕਿਹਨਾਂ ਨੇ? ਉਹ ਵੀ ਪੰਥ ਦੀ ਜਿਹੜੀ ਨੁਮਾਇੰਦਾ ਜਥੇਬੰਦੀ ਅਖਵਾਉਂਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਸੇ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਵਾਲਿਆਂ ਨੇ। ਉਹਦੇ 'ਚ ਕੋਈ ਕੋਨੇ ਮੋਨੇ ਨਹੀਂ ਰੱਖੇ ਹੋਏ ਇਹਨਾਂ ਨੇ ਟਾਸਕ ਫੋਰਸ ਦੇ ਵਿੱਚ। ਉਹਨਾਂ ਦੇ ਵੀ ਦਾੜੇ ਪ੍ਰਕਾਸ਼ ਨੇ, ਉਹਨਾਂ ਨੇ ਵੀ ਕਕਾਰ ਪਾਏ ਹੋਏ ਨੇ, ਪਰ ਕਕਾਰ ਪਾਉਣ ਵਾਲਿਆਂ ਨੇ ਹੀ ਕਕਾਰਾਂ ਦੀ ਬੇਅਦਬੀ ਕੀਤੀ, ਕੇਸਾਂ ਦੀ ਬੇਅਦਬੀ ਕੀਤੀ। ਔਰ ਇੱਥੋਂ ਤੱਕ ਭਾਈ ਦਿਲਬਾਗ ਸਿੰਘ ਜੀ ਦੱਸ ਰਹੇ ਨੇ ਕਿ ਦਮਾਲੇ ਵਾਲੀ ਬੀਬੀ ਨੂੰ ਕਿਹਾ, ਥੁੱਕ ਕੇ ਕਿਹਾ ਵੀ ਇਹਨੂੰ ਚੱਟ। ਹਾਂਜੀ, ਫਿਰ ਕੀ ਹੋਇਆ ਜੀ? ਫਿਰ ਜਦੋਂ ਅੰਦਰ ਰੱਖ ਲਿਆ, ਸਾਨੂੰ ਅਗਵਾ ਕਰ ਲਿਆ, ਤੇ ਮੈਂ ਤਾਂ ਅੰਦਰ ਕਹਿ ਦਿੱਤਾ ਵੀ ਮਾਂ ਵੀ ਮਿੱਤਰੋ ਮੈਨੂੰ ਮਾਰ ਦੋ, ਮੈਂ ਨਹੀਂ ਜੋ ਛੱਡਣਾ ਤਾਂ। ਉਹ ਵੇਖਣ ਵੀ ਇਹਨੂੰ ਵੱਢ ਕੇ ਸੁੱਟਿਆ। ਮੈਨੂੰ ਜਦੋਂ ਹੋਸ਼ ਆਈ, ਮੈਂ ਬੇਹੋਸ਼ ਰਿਹਾ, ਪੌਣਾ ਘੰਟਾ ਮੈਂ ਬੇਹੋਸ਼ ਰਿਹਾ। ਮੈਨੂੰ ਨਹੀਂ ਪਤਾ ਮੇਰੇ ਲਾਗੇ ਕੌਣ ਕੌਣ ਨਹੀਂ, ਬੇਹੋਸ਼ ਰਿਹਾ, ਸਿਰ ਡਾਂਗਾ ਵੱਜੀਆਂ, ਪੌਣਾ ਘੰਟਾ ਬੇਹੋਸ਼ ਰਿਹਾ। ਫਿਰ ਆ ਕੇ ਮੁੰਡਿਆਂ ਨੇ ਮੇਰੇ ਮੂੰਹ ਤੇ ਪਾਣੀ ਪੂਣੀ ਮਾਰ ਕੇ ਮੈਨੂੰ ਪਾਣੀ ਪਿਆ ਕੇ, ਫਿਰ ਸਿਰ ਤੇ ਦਸਤਾਰ ਕਿਸੇ ਹੋਰ ਦੀ, ਮੇਰੀ ਤੇ ਲੱਭੀ ਨਹੀਂ, ਪਤਾ ਨਹੀਂ ਕਿਹਦੀ ਦਸਤਾਰ, ਉਹ ਸਿੰਘ ਦੀ ਕਿਹਦੀ, ਉਹ ਥੋੜੀ ਜਿਹੀ ਬੈਠੀ। ਫਿਰ ਮੈਂ ਬੈਠਾ, ਫਿਰ ਮੈਂ ਉੱਥੇ ਇਹ ਗੱਲ ਕਹੀ ਵੀ ਮੈਂ ਛੱਡਣਾ ਇਹਨਾਂ ਨੂੰ, ਭੂਰੇ ਨੂੰ ਜਾਂ ਕੋਈ ਛੱਡਣਾ ਨਹੀਂ। ਪਰ ਬਾਅਦ ਦੇ ਵਿੱਚ ਮੈਨੂੰ ਬੜੇ ਸਿੰਘਾਂ ਦੇ ਆਏ ਕਿ ਭਰਾ ਮਾਰੂ ਜੰਗਣਾ ਬਾਬਾ ਜੀ ਕਰਿਓ, ਤੂੰ ਜਿੱਦਾਂ ਦੇ ਵੀ ਮਰਜ਼ੀ ਆ, ਅੱਜ ਮੂਰਖ ਹੈ ਆਪਣੀ,
ਤੇ ਭਰਾ ਮਾਰੂ ਜੰਗ ਨਾ ਕਰ ਲਿਓ। ਉਹ ਚੀਜ਼ ਮੈਨੂੰ ਬੜੀ ਟੋਕੀ, ਨਹੀਂ ਤੇ ਮੈਂ ਉਹਨੂੰ ਕਦੇ ਤੇ ਸਾਰੇ ਸਾਂਭ ਦੇਣੇ ਸੀ ਕਿ ਕਿਤੇ ਰੱਬ ਤੋਂ ਉੱਤੋਂ ਤਾਂ ਸਿੱਧੇ ਠਾਹ ਘੋੜਾ ਤੇ ਆਉਂਦੇ ਨਹੀਂ, ਆਉਂਦੇ ਤਾਂ ਸਾਡੇ ਵਾਂਗੂ ਹੀ ਏਦਾਂ ਹੀ। ਉਦੋਂ ਸਿੰਘਾਂ ਨੇ ਹਮਲਾ ਵੀ ਅਸੀਂ ਅੰਦਰ ਲਲਕਾਰ ਮਾਰ ਕੇ ਮੈਂ ਬਾਹਰ ਆਇਆ ਤੇ ਸਿੰਘਾਂ ਨੇ ਢਾੜਿਆ ਸੀ ਭੂਰੇ ਨੂੰ, ਪੂਰਾ ਵੱਜਿਆ ਵਾ। ਫੇਰ ਵੇਖੋ ਕੀ ਹੋਇਆ, ਬਾਅਦ ਦੇ ਵਿੱਚ ਅਸੀਂ ਹਸਪਤਾਲ ਗਏ, ਕੋਈ ਇੱਕ ਬੰਦਾ ਸਾਬਤ ਕਰ ਦੇ ਕਿ ਹੋਰ ਕਈ ਜਥੇਬੰਦੀ ਮੰਗਾਏ, ਹੁਣ 100 ਵਾਰ ਪੈਸੇ ਮੰਗਾਏ, ਹੁਣ ਮੋਰਚੇ ਦੇ ਨਾਂ ਤੇ ਮੈਨੂੰ ਨਹੀਂ ਪਤਾ। ਮੈਂ ਤਾਂ ਉੱਥੇ ਐਲਾਨ ਬੋਲ ਕੇ ਵੀ ਕੀਤਾ ਵੀ 1 ਰੁਪਈਏ ਦਾ ਵਾਦਾ ਨਹੀਂ ਜੋ ਕੋਈ ਰੁਪਈਆ ਨਾ ਭੇਜੋ, ਗੁਰੂ ਰਾਮਦਾਸ ਜੀ ਦੇ ਲੰਗਰ ਚੋਂ ਅਸੀਂ ਪ੍ਰਸ਼ਾਦਾ ਛਕਦੇ, 1 ਰੁਪਈਏ ਦੀ ਲੋੜ ਨਹੀਂ ਜੋ ਅਸੀਂ ਉੱਥੇ ਬੋਲਦਾ ਰਿਹਾ, ਮੈਂ ਦੱਸ ਸਭ ਤੇ ਖੁਦ ਬੋਲਦਾ ਰਿਹਾ, ਐਲਾਨ ਕੀਤਾ ਜੀ। ਬਾਅਦ ਦੇ ਵਿੱਚ ਕੀ ਹੋਇਆ, ਜਿਹੜੇ ਪੈਸੇ ਲਾਏ ਮੈਨੂੰ ਬੜੇ ਫੋਨ ਬਾਹਰੋਂ ਆਏ ਵੀ ਬਾਬਾ ਜੀ ਪੈਸੇ ਕਿੰਨੇ ਚਾਹੀਦੇ ਤੁਹਾਨੂੰ, ਤੁਹਾਡੇ ਇਲਾਜ ਦੀ ਤੁਸੀਂ ਵੱਡੇ ਗਏ ਜੇ ਟੁੱਕੇ ਗਏ। ਮੈਂ ਨਾ ਬਿਲਕੁਲ 1 ਪੈਸਾ ਨਹੀਂ ਚਾਹੀਦਾ, ਆਪਣੇ ਸਿੰਘਾਂ ਦਾ ਇਲਾਜ ਮੈਂ ਆਪਣਾ ਠੇਕਾ ਚੁੱਕ ਕੇ ਪੇੜੀ ਦਾ ਤੇ 1.25 ਲੱਖ ਰੁਪਇਆ ਲੱਗਾ, ਅਸੀਂ ਦੋਵਾਂ ਮੈਂ ਆਪਣੇ ਦੇ ਅਸੀਂ ਆਪ ਲਾਇਆ ਆਪਣੇ ਕੋਲੋਂ। ਅੱਜ ਤੱਕ ਕੋਈ ਸਾਬਤ ਕਰਦੇ ਵੀ ਅਸੀਂ 1 ਰੁਪਈਆ ਵੀ ਮੋਰਚੇ ਦਾ, ਜਾਂ ਜਦੋਂ 328 ਸਰੂਪਾਂ ਦਾ ਕਾਂਡ ਹੋਇਆ ਕੋਈ 1 ਰੁਪਈਆ ਮੰਗਾਇਆ ਹੋਵੇ ਕੋਈ ਬੋਰਡ ਦੀ ਕਮੇਟੀ 'ਚ ਦੱਸਦੇ ਸਨ। ਇਹਨੂੰ ਕਹਿੰਦੇ ਨੇ ਤਿਆਗ ਔਰ ਕੁਰਬਾਨੀ। ਸ਼ਹੀਦ ਪਰਿਵਾਰ ਦੇ ਵਿੱਚੋਂ ਨੇ, ਮਤਲਬ ਰਗ ਰਗ ਦੇ ਵਿੱਚੋਂ ਖੂਨ ਹੈ, ਜਜ਼ਬਾ ਹੈ ਔਰ ਅਣਖ ਤੇ ਗੈਰਤ ਇਹਨਾਂ ਦੇ ਹਰ ਬੋਲ ਦੇ ਵਿੱਚੋਂ ਸਾਨੂੰ ਤੁਹਾਨੂੰ ਉਹਦੀ ਝਲਕ ਮਿਲਦੀ ਹੈ। ਅਣਖ ਤੇ ਗੈਰਤ ਦੀ, ਅਣਖ ਤੇ ਗੈਰਤ ਲਈ ਮਰ ਮਿਟਣ ਦੀ ਹਰ ਬਾਤ ਇਹਨਾਂ ਨੇ ਸਾਡੇ ਤੁਹਾਡੇ ਦਰਮਿਆਨ ਇਸ ਇੰਟਰਵਿਊ ਦੇ ਵਿੱਚ ਕੀਤੀ ਹੈ। ਗੁਰੂ ਰਾਮਦਾਸ ਮਹਾਰਾਜ ਜੀ ਦੀ ਤੁਹਾਡੇ ਤੇ ਬੜੀ ਕਿਰਪਾ ਹੈ। ਮੈਨੂੰ ਹੁਣੇ ਕਿਸੇ ਨੇ ਦੱਸਿਆ ਬਈ ਸ਼ਾਇਦ ਤੁਸੀਂ ਉਹ ਮੇਰੇ ਤੋਂ ਗੱਲ ਛੁਪਾ ਰਹੇ ਸੀ ਬਈ ਕੁਛ ਕਰਕੇ ਉਹਨੂੰ ਜਣਾਉਣਾ ਨਹੀਂ, ਇਹ ਵੀ ਇੱਕ ਸਿੱਖ ਦਾ ਮਤਲਬ ਸਿੱਖ ਦੀ ਅਵਸਥਾ ਹੈ, ਉਹਦਾ ਜੀਵਨ ਹੈ। ਸਾਧ ਸੰਗਤ ਤੁਹਾਨੂੰ ਅਸੀਂ ਦੱਸ ਦਈਏ, ਜਿੰਨੇ ਤੁਸੀਂ ਦੇਸ਼ ਵਿਦੇਸ਼ਾਂ ਦੇ ਵਿੱਚ ਇਸ ਵਕਤ ਭਾਈ ਦਿਲਬਾਗ ਸਿੰਘ ਹੋਰਾਂ ਨੂੰ ਸੁਣ ਰਹੇ ਹੋ, ਇਹ ਸ਼ਹੀਦ ਪਰਿਵਾਰ ਦੇ ਨਾਲ ਨਾਲ ਇਹ ਬਹੁਤ ਵੱਡੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਘਰ ਦੇ ਸੇਵਕ ਵੀ ਨੇ, ਨਿਮਾਣੇ ਸੇਵਕ ਬਣ ਕੇ ਰਹਿੰਦੇ ਨੇ। ਪਿਛਲੇ ਤਕਰੀਬਨ 26 ਸਾਲਾਂ ਤੋਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਘਰ ਰੋਜ਼ਾਨਾ ਹਨੇਰੀ ਹੋਵੇ, ਝੱਖੜ ਹੋਵੇ, ਤੂਫਾਨ ਹੋਵੇ, ਗਰਮੀ ਹੋਵੇ, ਸਰਦੀ ਹੋਵੇ, ਇੱਥੋਂ ਤੱਕ ਐਸਾ ਵੀ ਮਤਲਬ ਦੌਰ ਆਇਆ, ਐਸਾ ਵੀ ਸਮਾਂ ਆਇਆ ਇਸ ਪਰਿਵਾਰ ਤੇ ਕਿ ਪਰਿਵਾਰ ਦਾ ਕੋਈ ਜੀ ਤੁਰ ਗਿਆ, ਅਕਾਲ ਚਲਾਣਾ ਉਹਦਾ ਹੋਇਆ, ਘਰ ਦੇ ਵਿੱਚ ਉਹਦਾ ਸਰੀਰ ਪਿਆ ਸੀ, ਉਹਦੀ ਲਾਸ਼ ਪਈ ਸੀ, ਪਰ ਇਹ ਪਰਿਵਾਰ ਉਹ ਪਰਿਵਾਰ ਹੈ, ਸੇਵਕ ਪਰਿਵਾਰ ਹੈ, ਜਿਹੜੇ ਪਿਛਲੇ 26 ਸਾਲ ਤੋਂ ਚਾਹ ਦਾ ਲੰਗਰ ਸਿੱਖ ਸੰਗਤਾਂ ਲਈ ਲਿਜਾ ਰਹੇ ਨੇ। ਕੀ ਮੈਂ ਸਹੀ ਕਹਿ ਰਿਹਾ ਹਾਂ? ਬਿਲਕੁਲ ਸਹੀ ਗੱਲ ਹੈ ਜੀ, ਪਰ ਆਪਾਂ ਦੱਸਣਾ ਨਹੀਂ ਚਾਹੁੰਦੇ। ਚਲੋ ਕਹਿੰਦੇ ਹੁੰਦੇ ਵੀ ਸੇਵਾ ਜਿਹੜੀ ਆ ਇਹ ਸੁਧਾਰਨੀ ਨਹੀਂ ਚਾਹੀਦੀ। ਕੁੱਲੜੀ ਜਿਹੜਾ ਫੁੱਲ ਹੈ ਉਹਦੀ ਖੁਸ਼ਬੂ ਆਈ ਜਾਂਦੀ ਹੈ। ਨਹੀਂ, ਉਹ ਗੁਰੂ ਸਾਹਿਬ ਨੇ ਆਪਾਂ ਨੂੰ ਡੱਕਿਆ ਇਸ ਚੀਜ਼ ਤੇ ਵੀ ਦਾਨ ਜਿਹੜਾ ਵਾ ਉਹ ਛੁਪਾ ਕੇ ਲੁਕਾ ਕੇ, ਜਿਹੜੀ ਸੇਵਾ ਵਾ ਜਾਂ ਬੰਦਗੀ ਆ ਇਹ ਜ਼ਾਹਰ ਨਹੀਂ ਕਰਨੀ ਚਾਹੀਦੀ। ਜਿਹੜੀ ਤੁਸੀਂ ਇਹ ਜ਼ਿਆਦਾ ਲੰਗਰ ਦੀ ਸੇਵਾ ਕਰਦੇ ਹੋ ਰੋਜ਼ਾਨਾ ਬਿਨਾਂ ਨਾਗਾ, 26 ਸਾਲ ਹੋ ਗਏ, ਕਿਸ ਥਾਂ ਤੇ ਇਹ ਜ਼ਿਆਦਾ ਲੰਗਰ ਵਰਤਾਇਆ ਜਾਂਦਾ? ਇਹ ਤਿਆਰ ਦਾਸ ਦੇ ਘਰ ਹੀ ਹੁੰਦਾ, ਹਰ ਰੋਜ਼ ਇੱਥੇ ਹੁੰਦਾ ਜੀ। ਤੇ ਇੱਥੋਂ ਸਾਰਾ ਤਿਆਰ ਕਰਕੇ ਚਾਹ ਦਾ ਗੱਫਾ, ਦਾਸ ਉੱਠਦਾ ਸਵੇਰੇ 2:30 ਵਜੇ, ਚਾਹ ਦਾ ਗੱਫਾ ਤਿਆਰ ਕਰ ਦਿੰਦਾ। ਛੋਟਾ ਬ੍ਰਦਰ ਦਰਬਾਰਾ ਸਿੰਘ ਆ ਤੇ ਮਾਤਾ ਜੀ ਨਾਲ ਜਾਂਦੇ ਨੇ। ਉਹ ਫਿਰ ਜਿੱਧਰਲੇ ਬੰਨੇ ਹੁਣ ਨਹੀਂ ਆ ਜਿਹੜਾ ਬੁੰਗੇ ਦਾ ਨਿਕਲਿਆ ਰੌਲਾ ਪਿਆ, ਇੱਧਰਲੀ ਸਾਈਡ ਜਿਹੜਾ ਵਾ ਇੱਥੇ ਲੰਗਰ ਜਿਹੜਾ ਚਾਹ ਦਾ ਆਪਾਂ ਅੱਜ ਵੀ ਲੈਂਦਾ, ਕਿਉਂਕਿ ਪਹਿਲਾਂ ਤੇ ਅੰਦਰ ਲੱਗਦਾ ਹੁੰਦਾ ਸੀ ਜਿੱਥੇ ਪਾਲਕੀ ਸਾਹਿਬ ਖਲੋਂਦੀ ਸੀ ਆ ਗਈ। ਅੱਛਾ, ਉਸ ਥਾਂ ਉੱਥੋਂ ਅਸੀਂ ਇੱਕ ਡਿੱਗੀ ਤੋਂ ਚਾਲੂ ਹੋਏ, ਛੋਟੀ 2 ਲੀਟਰ ਦੀ, ਕਿਉਂ ਚਾਲੂ ਹੁੰਦੇ ਰਹੇ, ਫਿਰ ਉਦੋਂ 5 ਲੀਟਰ ਦੀ ਹੋ ਗਈ, 10 ਦੀ। ਉਹ ਕੱਢਦੇ ਸ਼੍ਰੋਮਣੀ ਕਮੇਟੀ ਵਾਲੇ ਸਾਨੂੰ ਅੰਦਰੋਂ ਬਾਹਰ ਕੱਢੀ ਗਏ, ਕੱਢਦੇ ਫਿਰ ਪਹਿਲਾਂ ਪਰਲੇ ਬੰਨੇ ਅਸੀਂ ਗਏ, ਉਧਰੋਂ ਕੱਢਿਆ ਸਾਨੂੰ ਵੀ ਇੱਧਰ ਚੱਲ ਜਾਓ, ਇੱਧਰ ਆਏ ਅਸੀਂ ਲੰਗਰ ਲਾਉਣ ਤੋਂ ਮਨਾ ਕਰ। ਹਾਂ, ਇੱਧਰਲੇ ਬੰਨੇ ਆਏ ਅਸੀਂ। ਕੋਈ ਮਤਲਬ ਇਹ ਜਗ੍ਹਾ ਦੀ ਕੋਈ ਮੰਗਣ ਵਾਲੇ ਬੰਨੇ ਜਾਂ ਕੋਈ ਵੀ ਹੈ ਜੀ, ਅੱਜ ਵੀ ਉਹ ਨਹੀਂ। ਸਾਡਾ ਅਮਰੀਕਾ ਵਾ ਛੋਟਾ, ਉਹ ਰਸਾਂ ਦੀ ਸੇਵਾ ਦੁੱਧ ਦੀ ਅਸੀਂ ਇੱਥੋਂ ਆਪ ਕਰ ਲੈਂਦੇ ਹਾਂ, ਮਾਤਾ ਨੂੰ ਦਿੰਦੇ ਹਾਂ, ਅਸੀਂ ਸਾਂਝਾ ਫੰਡ ਦਿੰਦੇ ਹਾਂ, 5 ਕਿੱਲਿਆਂ ਦਾ ਠੇਕਾ ਦਿੰਦੇ ਹਾਂ। ਮਾਤਾ ਲੰਗਰ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਵਾ ਆਪਣੇ ਕੋਲੋਂ ਸੇਵਾ ਕਰਦੀ ਹੈ, ਇਹ ਨਹੀਂ ਕਿ ਕੋਈ
ਕੋਈ ਪਿਆਰ ਨਾਲ, ਕੋਈ ਧੱਕੇ ਨਾਲ, ਚਲੋ ਸੇਵਾ ਕੋਈ ਚਾਹ ਪੱਤੀ ਦੇ ਜੇ ਜਾਂ ਕੋਈ ਖੰਡ ਦੇ ਜੇ ਉੱਥੇ ਲੰਗਰ ਦੇ ਵਿੱਚ, ਤਾਂ ਉਹ ਵੱਖਰੀ ਗੱਲ ਹੈ। ਉਹ ਤਾਂ ਤੁਹਾਡਾ ਮਤਲਬ ਤੁਹਾਡੀ ਰਗ ਰਗ ਦੇ ਵਿੱਚੋਂ ਹੀ ਉਹ ਚੀਜ਼ ਬੋਲਦੀ ਹੈ ਕਿ ਤੁਸੀਂ ਕਿਸੇ ਦੇ ਅੱਗੇ ਕਦੇ ਵੀ ਹੱਥ ਨਹੀਂ ਫੈਲਾਏ, ਤੇ ਸਿੱਖ ਕਦੇ ਹੱਥ ਫੈਲਾਉਂਦਾ ਵੀ ਨਹੀਂ ਕਿਸੇ ਦੇ ਅੱਗੇ, ਜੋ ਮਤਲਬ ਇਹ ਸਿੱਖੀ ਦਾ ਸਿਧਾਂਤ ਹੈ। ਸੋ ਸਾਧ ਸੰਗਤ, ਇਹੋ ਜਿਹਾ ਪਰਿਵਾਰ ਹੈ ਭਾਈ ਦਿਲਬਾਗ ਸਿੰਘ ਜਥਾ ਸਿਰਲੱਥ ਅੰਮ੍ਰਿਤਸਰ ਸਾਹਿਬ, ਔਰ ਜਿਨ੍ਹਾਂ ਦੇ ਪਰਿਵਾਰ ਦਾ ਪਿਛੋਕੜ, ਇਹਨਾਂ ਦੇ ਪਿਤਾ ਜੀ ਦੀ ਕੁਰਬਾਨੀ, ਖਾਲਿਸਤਾਨ ਕਮਾਂਡੋ ਫੋਰਸ ਦੀ ਮਾਂ, ਔਰ ਕਿੰਨਾ ਕੁਛ ਇਹਨਾਂ ਦੇ ਪਿਤਾ ਜੀ ਨੇ ਆਪਣੇ ਪਿੰਡੇ ਤੇ ਹੰਢਾਇਆ, ਔਰ ਇਹਨਾਂ ਨੇ ਨਿੱਕੇ ਹੁੰਦਿਆਂ ਨੇ ਉਹ ਸੰਤਾਪ ਹੰਢਾਇਆ। ਤੁਸੀਂ ਸਾਰਾ ਕੁਝ ਸੁਣਿਆ। ਭਰਾ ਵੀ ਸ਼ਹੀਦ ਹੋਏ, ਔਰ ਸਾਰਾ ਪਰਿਵਾਰ ਹੀ ਸ਼ਹੀਦਾਂ ਦਾ ਪਰਿਵਾਰ ਕਰਕੇ ਜਾਣਿਆ ਜਾਂਦਾ ਹੈ। ਸੋ ਭਾਈ ਦਿਲਬਾਗ ਸਿੰਘ ਜੀ, ਗੁਰਬਾਣੀ ਅਖੰਡ ਬਾਣੀ ਨੂੰ ਆਪਣਾ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਬਹੁਤ ਬਹੁਤ ਫਤਿਹ। ਧੰਨਵਾਦ ਤੁਹਾਡਾ ਵੀ, ਜੀ ਆਇਆਂ, ਤੇ ਸਾਰੇ ਸੰਗਤ ਦਾ ਵੀ ਵੇਖਣ ਵਾਲੇ ਦਾ ਜੀ ਆਇਆਂ, ਸਭ ਦਾ ਧੰਨਵਾਦ। ਕੋਈ ਦਾਸ ਕੋ ਕੋਈ ਬਚਨ ਇਹ ਜਿਹਾ ਨਿਕਲ ਗਿਆ ਹੋਵੇ ਜਾਂ ਵੱਧ ਘੱਟ ਕੋਈ ਗੱਲ ਨਿਕਲ ਗਈ ਹੋਵੇ, ਸੰਗਤ ਬਖਸ਼ਣ ਯੋਗ ਹੈ ਜੀ। ਨਿਮਾਣੇ ਜੇ ਸਿੱਖਿਆ, ਇੰਨੀ ਔਕਾਤ ਹੈ ਨਹੀਂ ਕਿ ਅਸੀਂ ਕੋਈ ਮੈਕ ਦੇ ਜਾਂ ਕਿਸੇ ਦੇ ਸਾਹਮਣੇ ਬੋਲ ਪਾਈਏ। ਇਹ ਉਹਦੀ ਗੁਰੂ ਸਾਹਿਬ ਦੀ ਵਡਿਆਈ ਆ, ਉਹ ਲਈ ਜਾਂਦਾ ਸਾਨੂੰ ਆਪਣੀ ਉਂਗਲ ਨਾਲ ਲਾ ਕੇ। ਔਕਾਤ ਨਹੀਂ ਸਾਡੀ ਇੰਨੀ, ਪਰ ਉਹ ਬਣਾਈ ਜਾਂਦਾ। ਤੇ ਸਾਥ ਜ਼ਰੂਰ ਉਹਨਾਂ ਵੀਰਾਂ ਦਾ ਦਿਆ ਕਰੋ ਜਿਹੜੇ ਪੰਥ ਵਾਸਤੇ, ਗ੍ਰੰਥ ਵਾਸਤੇ ਲੜਦੇ ਨੇ। ਤੇ ਬਾਕੀ ਕੁਝ ਸੁਣਾ ਮੈਂ ਦੇ ਸਕਦਾ ਹਾਂ, ਦਿਓ ਸੁਨੇਹਾ ਦਿਓ। ਬਾਕੀ ਮੈਂ ਇਹਨਾਂ ਬਾਦਲ ਪਰਿਵਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਕਿਤੇ ਨਾ ਕਿਤੇ ਤੁਹਾਡੀ ਵੀ ਸਿੱਖ ਕੌਮ ਦੇ ਵਿੱਚੋਂ ਜਿਹੜਾ ਜਨਮ ਹੋਇਆ, ਤੇ ਜਿਹੜੀਆਂ ਟਾਸਕ ਫੋਰਸਾਂ ਰੱਖੀਆਂ, ਸਾਡੇ ਤਖਤਾਂ ਦੇ ਉੱਤੇ ਹਮਲੇ ਬੋਲੇ ਜਾ ਰਹੇ ਆ। ਸਾਡੇ ਕੋਈ ਵੀ ਗ੍ਰੰਥ ਪੰਥ ਨੂੰ ਜਿਹੜਾ ਰੋਲਿਆ ਜਾ ਰਿਹਾ, ਤੇ ਉਦੋਂ ਤੁਹਾਡਾ 5000 ਬੰਦਾ ਕਿੱਥੇ ਹੁੰਦਾ? ਉਦੋਂ ਕਿਉਂ ਨਹੀਂ ਤੁਸੀਂ ਉਹ ਬੰਦਾ ਜਿਹੜਾ ਵਾ ਕਾਇਮ ਕਰਕੇ, ਉਦੋਂ ਕਿਉਂ ਨਹੀਂ ਤੁਸੀਂ ਤਲਵਾਰ ਕੱਢੀ ਜਦੋਂ ਕਿਸੇ ਦੁੱਕੀ ਦੇ ਬੰਦੇ ਨੇ ਆ ਕੇ ਸਾਡੇ ਤਖਤ ਤੇ ਬੀੜੀ ਸੁੱਟਤੀ? ਉਦੋਂ ਕਿਉਂ ਨਹੀਂ ਤੁਹਾਡੀ ਜਾਨ ਨਿਕਲਦੀ? ਜਦੋਂ ਤੁਹਾਡੇ ਕੋਲ ਕੋਈ ਹਿਸਾਬ ਗ੍ਰੰਥ ਪੰਥ ਦਾ ਮੰਗਣਾ ਹੁੰਦਾ, ਉਦੋਂ ਤੁਸੀਂ ਤਲਵਾਰਾਂ ਚੁੱਕ ਲੈਂਦੇ ਜੋ। ਆਪਣਿਆਂ ਦੇ ਚੁੱਕਣੀਆਂ ਜਾਣਦੇ ਜੋ, ਕਿਤੇ ਬਗਾਨੇ ਦੇ ਚੁੱਕਣੀ ਵੀ ਚਾਲੂ ਕਰ ਲਓ ਕਿ ਅਗਲ ਨੂੰ ਹੱਥ ਮਾਰੋ ਥੋੜਾ ਜਿਹਾ, ਕਿਉਂਕਿ ਬੜੀ ਪ੍ਰਮੋਟ ਜਥੇਬੰਦੀ ਆ ਸਾਡੀ, ਇਹ ਸਤਿਕਾਰਯੋਗ ਆ ਤਖਤ ਸਾਡੇ, ਕਿਉਂਕਿ ਅੱਜ ਵੀ ਆ, ਰਹਿੰਦੀ ਦੁਨੀਆ ਤੱਕ ਰਹਿਣਗੇ, ਜੋ ਸਾਡੇ ਦਿਲਾਂ ਦੇ ਵਿੱਚ ਵਸਦੇ ਨੇ। ਪਰ ਇਹਦੇ ਉੱਤੇ ਜਿਹੜੇ ਕਾਬਜ ਆਉਂਦੇ ਆ, ਉਹ ਕਈ ਤਰ੍ਹਾਂ ਦੀਆਂ ਜਿਹੜੀਆਂ ਨਿਕੰਮੇ ਬੰਦੇ ਜਿਹੜੇ ਉਹ ਆ ਜਾਂਦੇ ਆ, ਜਿਹੜੇ ਰਾਮ ਰੀਮ ਨੂੰ ਮਾਫੀ ਦੇਣ ਵਾਲੇ, ਜਾਂ ਕਿਸ ਤਰ੍ਹਾਂ ਵੀ ਲਾ ਲਓ, ਜਾਂ ਪੰਥ ਗ੍ਰੰਥ ਨੂੰ ਗਲਤ ਬੋਲਣ ਵਾਲੇ, ਵਰਡਿੰਗ ਗਲਤ ਬੋਲਣ ਵਾਲੇ ਪ੍ਰਧਾਨ ਆ ਜਾਂਦੇ ਆ। ਉਦੋਂ ਇਹਨਾਂ ਨੂੰ ਚੇਤਾ ਆ ਜਾਂਦਾ ਵਾ ਕਿ ਅਸੀਂ ਕਾਨੂੰਨ ਦੇ ਦਾਇਰੇ 'ਚ ਰਹਿਣਾ। ਜਦੋਂ ਕੋਈ ਤਖਤ ਤੇ ਬੀੜੀਆਂ ਸੁੱਟਦਾ ਵਾ, ਉਦੋਂ ਕਾਨੂੰਨ ਦੇ ਦਾਇਰੇ 'ਚ ਰਹਿੰਦੇ ਆ। ਜਦੋਂ ਕੋਈ ਗ੍ਰੰਥ ਪੰਥ ਦਾ ਇਹਨਾਂ ਨੂੰ ਅੱਗੇ ਪੁੱਛਦਾ ਵਾ, ਉਦੋਂ ਕਾਨੂੰਨ ਭੁੱਲ ਜਾਂਦੇ ਆ। ਬਾਕੀ ਮੈਂ ਬੇਨਤੀ ਕਰਦਾ ਸਾਰੀ ਕੌਮ ਨੂੰ ਕਿ ਗਦਾਰ ਕਿਤੇ ਵੇਖਣ ਨਹੀਂ ਜਾਣੇ ਆਪਣੇ, ਗਦਾਰ ਇੱਥੇ ਹੀ ਜੋ, ਇਹਨਾਂ ਨੂੰ ਸਮਝ ਲਓ, ਸਮਝਣ ਦੀ ਜ਼ਰੂਰੀ ਆ। ਬਾਕੀ ਕੋਈ ਦਾਸ ਕੋ ਵੱਧ ਘੱਟ ਨਿਕਲ ਕੋਈ ਸੰਤ ਬਖਸ਼ਣ ਜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।